राजा जोगी ते फकीर निमाना, ऐसा गुरु खालसे दा। राजा जोगी ते फकीर निमाना, ऐसा गुरु खालसे दा। राजा जोगी ते फकीर निमाना, ऐसा गुरु खालसे दा। राजा जोगी ते फकीर निमाना, ऐसा गुरु खालसे दा। राजा जोगी ते फकीर निमाना, ऐसा गुरु खालसे दा। राजा जोगी ते फकीर निमाना, ऐसा गुरु खालसे दा। राजा जोगी ते फकीर निमाना, ऐसा गुरु खालसे दा। राजा जोगी ते फकीर निमाना, ऐसा गुरु खालसे दा। राजा जोगी ते फकीर निमाना, ऐसा गुरु खालसे दा। ओ राजा जोगी ते फकीर निमाना, ऐसा गुरु खालसे दा। परम सन्मानयोग जुग जुग अटल श्री गुरु ग्रंथ साहिब पातशाह दी पावन और पवित्र हजूरी विच जिन्नी भी संगत बैठ करके हाजरी भर रहे हों, आओ सब तो पहला सतगुरु जी की बख्शिश दोहराइए। प्यार सत्कार और शरधा दे नाल सब माई भाई दोवें हथ जोड़ के गुरु ग्रंथ साहिब जी नूं सीस झुका के बुलंद आवाज विच आखो जी, वाहिगुरु जी का खालसा, वाहिगुरु जी की फतेह। सतगुरु जी की बख्शिश होई पिंड जसड़ गुरुद्वारा तीर साहिब, जिथे के कई दिनों तो ला के सरबत संगत दे भले वास्ते पिछले कई सालों तो चली आ रही मर्यादा मुताबक धार्मिक दीवान सज रहे हैं। साध संगत जी अज पंजवां दीवान है। रल मिल करके गुरु चरणों विच बैठ करके आपां सारे हाजरी भर के इस मनुखा जीवन दीयां अमोलक घड़ियां नूं सफल बना रहे हैं। सच्चे पातशाह दी किरपा होई, मेरे तो पहला गुरु सवारे कीर्तनियां पासों आप जी ने गुर इतिहास गुरबाणी दे शब्द कीर्तन सरवण कीते। जिन्ना क समा होर पातशाह रहमत करदे है, प्यार सत्कार नाल बैठ के हाजरी भरीए। साहिबे कमाल श्री गुरु गोबिंद सिंह महाराज जी का अमर जीवन जो लड़ीवार आपां विचार कर रहे सी, सतगुर रल मिल करके सेवा लै रहे हैं। साध संगत जी हुणे हुणे आपां बचन पढ़िया, छाए जाति एकता अनेकता बिलाए जाते। जे गुरु गोबिंद सिंह ना आउंदे ना संसार विच तां इत्थे इक्को ही फिरके दे इक्को मजहब दे लोगां ने होना सी, जो औरंगजेब चाहुंदा सी भी सारे मुसलमान बन। उन्हें हिंदुआं नूं खत्म करना शुरू किया सी। आप सुन रहे हो कई दिनों तो विचारों। जे
ਉਹਦੇ ਇਸ ਕਾਰਜ ਨੂੰ ਰੋਕਣ ਵਾਸਤੇ ਕੁਰਬਾਨੀ ਦਿੱਤੀ ਗੁਰੂ ਤੇਗ ਬਹਾਦਰ ਜੀ ਨੇ। ਤਾਂ ਯਾਦ ਕਰੋ, ਤੋਰਿਆ ਸੀ 9 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ, ਤੁਸੀਂ ਜਾਓ ਇਹਨਾਂ ਦਾ ਧਰਮ ਬਚਾਓ ਜਿਵੇਂ ਵੀ ਬਚਦਾ। ਜੇ ਕੁਰਬਾਨੀ ਦੀ ਲੋੜ ਹੈ ਤੇ ਕੁਰਬਾਨੀ ਤੁਸੀਂ ਹੀ ਦਿਓ, ਤੁਹਾਡੇ ਨਾਲੋਂ ਵੱਡਾ ਸੂਰਬੀਰ ਕੋਈ ਨਹੀਂ। ਤਾਂ ਲਿਖਿਆ ਹੈ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ। ਜਿਹੜੀ ਅਨੇਕਤਾ ਹੈ ਨਾ, ਜਿਵੇਂ ਹੁਣ ਇੱਥੇ ਸਾਰੇ ਮਜ਼ਹਬਾਂ ਦੀ ਸੰਗਤ ਬੈਠ ਕੇ ਹਾਜ਼ਰੀ ਭਰਦੀ ਹੈ, ਕੋਈ ਜਾਤ ਪਾਤ ਦਾ ਫਰਕ ਨਹੀਂ ਹੈਗਾ, ਗਰੀਬ ਵੀ ਬੈਠੇ ਆ, ਅਮੀਰ ਵੀ ਬੈਠੇ ਆ, ਲੰਗਰ ਚੱਲਦੇ ਆ, ਪੰਗਤ ਵਿੱਚ ਬੈਠ ਕੇ ਸਭ ਆਪਾਂ ਬਰਾਬਰਤਾ ਦੇ ਨਾਲ ਛਕਦੇ ਆ ਗੁਰੂ। ਇਹ ਜਿਹੜੀ ਅਖੰਡਤਾ ਅਨੇਕਤਾ ਖਤਮ ਕਰਕੇ ਸਾਡੇ ਵਿੱਚ ਏਕਤਾ ਲਿਆਂਦੀ, ਇਹ ਸਤਿਗੁਰੂ ਗੁਰੂ ਨਾਨਕ ਦੇ ਘਰ ਵਿੱਚ ਹੀ ਹੋਇਆ ਕਾਰਜ ਗੁਰੂ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ। ਕੁਚੀਲ ਕਹਿੰਦੇ ਐ ਅਪਵਿੱਤਰ, ਕਹਿੰਦੇ ਉਹਨੇ ਜਿੰਨੀਆਂ ਧਰਮ ਦੀਆਂ ਕਿਤਾਬਾਂ ਸੀ ਉਹਨਾਂ ਨੂੰ ਵੀ ਸਾੜਿਆ, ਨਸ਼ਟ ਕੀਤਾ, ਮੰਦਰ ਢਾਉਣੇ ਸ਼ੁਰੂ ਕਰ ਦਿੱਤੇ ਸੀ, ਇੱਥੇ ਛੱਡਣਾ ਹੀ ਕੱਖ ਨਹੀਂ ਸੀ ਗੁਰੂ। ਕਹਿੰਦੇ ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ। ਧਰਮ ਤਾਂ ਕਹਿੰਦਾ ਵੀ ਦੂਜਿਆਂ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿਓ, ਭਲਾ ਕਰੋ ਸਭ ਦਾ। ਪਰ ਔਰੰਗਜ਼ੇਬ ਦੀ ਨੀਤੀ ਕੀ ਸੀ? ਉਹ ਕਹਿੰਦਾ ਦੂਜੇ ਮਰਦੇ ਮਰਨ, ਬਸ ਮੇਰੀ ਚੱਲੇ। ਆਪਣੇ ਪਿਓ ਨੂੰ ਵੀ ਭੁੱਖਾ ਤਿਹਾਇਆ ਰੱਖ ਕੇ ਜੇਲ੍ਹ 'ਚ ਮਾਰਿਆ ਸੀ ਗੁਰਮੁਖੋ, ਘੁੱਟ ਪਾਣੀ ਦੀ ਨਹੀਂ ਸੀ ਦਿੱਤੀ। 3 ਸਕੇ ਭਰਾਵਾਂ ਦਾ ਕਤਲ ਕਰਾਇਆ, ਸ਼ਰਮਦ ਵਰਗੇ ਫਕੀਰਾਂ ਨੂੰ ਅਨੇਕਾਂ ਤਸੀਹੇ ਦਿੱਤੇ, ਪੁੱਠੀ ਖੱਲ ਲਾਤੀ। ਕੌਣ ਸੁਖੀ ਸੀ ਉਹਦੇ ਰਾਜ? ਜਦੋਂ ਆਪਣਿਆਂ ਦਾ ਨਹੀਂ ਬਣਿਆ ਤੇ ਦੂਜਿਆਂ ਦਾ ਉਹਨੇ ਕੀ ਬਣਨਾ ਸੀ ਗੁਰੂ। ਪਾਪ ਪਰਪੱਕ ਹੋ ਜਾਣਾ ਸੀ, ਜ਼ੁਲਮੀ ਹੋਣਾ ਸੀ, ਧਰਮ ਖਤਮ ਹੋ ਜਾਣਾ ਸੀ। ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ। ਜਿਹੜੇ 4 ਵਰਨ ਬਣਾਏ ਸੀ, ਬ੍ਰਾਹਮਣ ਖੱਤਰੀ ਸ਼ੂਦਰ ਤੇ ਵੈਸ, ਇਹ ਗਰਕ ਜਾਣਾ ਸੀ ਸਭ ਕੁਝ। ਸਾਹਿਤ ਵਿਧਾਨ ਕੀ, ਜਿਹੜੀ ਕੋਈ ਧਰਮਾਂ ਦੇ ਮੁਤਾਬਕ ਵਿਧੀ ਵਿਧਾਨ ਬਣੀ ਹੈ, ਜਿਹਦੇ ਕਰਕੇ ਅਸੀਂ ਸੰਸਾਰਕ ਜੀਵਨ ਜਿਉਨੇ ਆ, ਇਹ ਵੀ ਸਭ ਕੁਝ ਖਤਮ ਹੋ ਜਾਣਾ ਸੀ। ਆਖੋ ਸਤਨਾਮ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ। ਹਿੰਦੂ ਵੀਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ, ਮੰਦਰਾਂ ਵਿੱਚ ਜਾ ਕੇ ਆਰਤੀਆਂ ਕਰਦੇ ਆ। ਗੱਲ ਆਪਣੀ ਵੀ ਨਾਲ ਹੀ ਆ, ਆਪਾਂ ਗੁਰੂ ਘਰ ਆਉਂਦੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਕੇ ਗਿਆਨ ਪ੍ਰਾਪਤ ਕਰੀਦਾ। ਇਹ ਕੁਛ ਨਹੀਂ ਸੀ ਹੋਣਾ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ। ਕਿਹੜੀ ਇੱਥੇ ਵੇਦਾਂ ਦੀ ਕਥਾ ਹੋਣੀ ਸੀ? ਕਿਹਨੇ 18 ਪੁਰਾਣ ਪੜ੍ਹਨੇ ਸੀ? ਇਹ ਤਾਂ ਸਭ ਕੁਝ ਔਰੰਗਜ਼ੇਬ ਨੇ ਖਤਮ ਕਰ ਦੇਣਾ ਸੀ। ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ। ਮੂਰਤ ਨ ਹੋਤੀ ਜੋ ਪੈ ਕਰਨਾ ਨਿਦਾਨ। ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਵਿੱਤਰ ਆਤਮਾ ਕਹਿਣੀ ਕਰਨੀ ਦੇ ਪੂਰੇ ਮਹਾਬਲੀ ਇਸ ਸੰਸਾਰ ਵਿੱਚ ਨਾ ਆਉਂਦੇ, ਆ ਬਾਕੀ ਧਰਮ ਕਰਮ ਕੱਖ ਵੀ ਨਹੀਂ ਸੀ ਰਹਿਣਾ। ਆਖੋ ਸਤਨਾਮ ਵਾਹਿਗੁਰੂ। ਸਾਰੇ ਪਾਸੇ ਇੱਥੇ ਹਰਾ ਹੈਦਰੀ ਝੁੱਲਣਾ ਸੀ ਗੁਰੂ। ਤੇ ਅੱਜ ਜਿਹੜੇ ਰਲ ਮਿਲ ਕਰਕੇ ਪਿਆਰ ਸੰਸਕਾਰ ਦੇ ਨਾਲ ਸੰਸਾਰ ਵਿੱਚ ਰਹਿੰਦੇ ਆ, ਇਹ ਸਾਨੂੰ ਸਾਡੇ ਸਤਿਗੁਰੂ ਜੀ ਸਿਖਾ ਕੇ ਗਏ। ਗੁਰੂ ਨਾਨਕ ਸਾਹਿਬ ਨੇ ਦੇਖੋ ਨਾਮ ਜਪਣ ਵਾਲੇ ਮਹਾਪੁਰਸ਼ਾਂ ਨੂੰ ਨੇੜੇ ਲਾਇਆ। ਕਬੀਰ ਜੀ ਨੂੰ ਉਸ ਵੇਲੇ ਕੌਣ ਸਤਿਕਾਰ ਦਿੰਦਾ ਸੀ? ਨਾਮਦੇਵ ਜੀ ਨੂੰ ਕੌਣ ਸਤਿਕਾਰ ਦਿੰਦਾ ਸੀ? ਉਹ ਤਾਂ ਬਾਣੀ ਚ ਆਪ ਲਿਖ ਗਏ, ਕਹਿੰਦੇ ਇਹ ਪੰਡਿਆ ਮੋਕੋ ਢੇਡ ਕਹਿਤ ਹੈ।
तेरी पैज पछाउंडी होए। मंदिर च कहंदे मैं गया ते मैनू ढेड ढेड कह के बाहर कढ़ता। लिखिया पिया, पढ़ लो गुरु ग्रंथ साहिब दे विच। ते रविदास महाराज जी कहंदे मेरी जात कुट वंड ला, ढोर ढवंता नित है बनारसी आस पास। जिहड़ी मेरी जाति सी वड्डे वडेरे कहंदे वो तां मरे पशु चकदे सी आले दुआले बनारस दे नेड़े तेड़े। उन्हां नूं कौन सत्कार दिंदा सी? ये तां गुरु नानक महाराज ने किरपा करती, जिन्हां नूं धर्म कर्म तो विद्या पढ़न तो मालक बनन तो रोकिया गया सी, उन्हां नूं महाराज ने इहे जे मालक बनाया। जे इत्थे महाराज नूं सीस झुकाया, इत्थे भी सारे बराबर बैठे आ। गुरु फतेहगढ़ साहब जाओ, नमस्कार गुरु ग्रंथ साहिब नूं करो, उत्थे भी बैठे आ सारे मालक। हरमंदर साहिब चल जा, हजूर साहिब चल जा, हेमकुंड साहिब चल जा, पौंटा साहिब चल जा, पटना साहिब चल जा, उत्थे उन्हां नूं भी बराबर मत्था टेकदा है। बाणी च लिखिया ना, जिस नीच का कोई न जाना है, नाम जपत ओह चौं कुंट माना है। जपिया करो गुरमुखो नाम। मैं भी विचों ही हाँ। जे आपां भजन करांगे, सिमरन करांगे, फिर शोभा होनी है। ये भी नहीं भी किते विखावा ही रह जे, चार बंदे देखते हैं तो कई वैसे ही मूँह जा हिलाई जाणगे भी तो वड्डा ही भजनीक है कोई। जदों कोई भी नहीं हैगा तेरे कोले, कल्ला बैठा है, स्वाद तां ये है, उदों फिर समाधि ला आखो सतनाम, ओ लेखे विच है। उदों समझ भी मेरे मालिक मेरे अंग संग ने। जिस नीच का कोई ना जाना, नाम जपत ओह चौं कुंट माना है। नीवियां नूं उच्चे गुरु साहिबां ने कीता है। अज भी जेड़ा भी बाणी पढ़दा है, गुरु की विचार करदा है, गुरु जी दी गल संगतां नूं दसदा है, ते खास करके पंजाबी ओहदा किन्ना मान करदे हो। बाणी पढ़न वालियां नूं हुंदे तां आम इंसान सी, ਜਿਹੜੇ इस ग्रंथ नूं पढ़ते रहे, उन्हां नूं कहंदे ये पढ़ते पढ़ते ग्रंथ ही बन गए, तां ही लफ्ज बनिया सी ग्रंथी। ये ग्रंथ पढ़दा पढ़दा ग्रंथ ही हो चुकिया है। उदां दा जीवन भी अपना बनाई। सो नाम जपना है भाई, भजन करना है, स्कूलां कालजां दी विद्या भी पढ़ो, ते नाल नाल सच्ची किरत करो। दिने अपना काम धंधा कर, रात नूं सौं भी परिवार बाल बच्चियां च बह गल्लां बातां कर, पर अमृत वेले उठ के सब तो पहला इशनान करके परमेश्वर दा भजन करया कर भाई। आप जी सुन रहे हो, सरसा नदी ते परिवार दा विछोड़ा पिया, गुरुद्वारा परिवार विछोड़ा साहिब, पर उथे भी जदों सरसा च हड़ आया होया है, पिछे फौजां मार लो कहिंदियां मंगर तुरियां आ रही हैं, जंग युद्ध हो रहे, फिर भी सच्चे पातशाह ने नितनेम कीता, नाले आसा दी वार दा कीर्तन कीता। गुरु चमकौर साहब गए, 10 लाख सैना दा घेरा है, फिर भी सवेरे नितनेम ते शाम नूं रहरा साहिब दा भी पाठ कीता। प्यारिओ, कल आप जी ने सुनिया सी छोटे साहिबजादियां बारे, उमरां ही छोटियां सी, निशाने तां बहुत वड्डे सी। कहण नूं छोटे साहिबजादे है, उन्हां वर्गा कोई हो सकदा गुरमुख? इत्थे तां माड़े माड़े लालच पिछे असीं सिੱਖੀ छड्डण नूं तैयार हो जांदे। दुखां दी मार पै जे, कई कहणगे बथेरा गुरु घर जाके मत्थे टेके, पाठ भी करीदा, दुख वाले सी तां करके इस तां फलाणे दे चले गए। ये दुख तां माता गुजर कौर जी ते बहुत आए। साहिबजादियां नूं किन्ने तसीहे दिते, हत्थां दे उत्ते अग दे भख दे कोले रखे। साध संगत जी, बट्टे भी मारे गुलेलियां दे नाल, कंधा च चिणन वेले, कल सुनिया सी ना तुसीं इतिहास, जलादां ने टेसियां मार मार गोडियां दियां चप्पणियां भी भन्नियां।
दुख भी दिते, लालच भी दिते, कहंदे अमीर घराणिਆਂ 'ਚ ਤੁਹਾਡੇ ਵਿਆਹ करा देंगे, राजे बन के रहो। ਇਹ कह दो भी ਅਸੀਂ सिख नहीं। ਉਹ ਨਾ ਤਾਂ ਦੁੱਖਾਂ ਤੋਂ ਡਰੇ, ਨਾ ਹੀ ਲਾਲਚ ਵਿੱਚ ਆਏ। ਅੱਜ ਤਾਂ ਉਹਨਾਂ ਨੂੰ ਸਿਰ ਝੁਕਦਾ, ਆਖੋ ਸਤਨਾਮ। ਇਸ ਕਰਕੇ ਆਪਣਾ ਦੀਨ ਧਰਮ ਕਾਇਮ ਰੱਖਣਾ ਪਿਆਰੇ। ਵੱਡੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਆਪ ਜੀ ਨੇ ਸੁਣਿਆ ਸੀ। ਸਤਿਗੁਰ ਕਿਰਪਾ ਕਰਨ। आओ परसों जो विचार गुरु गोबिंद सिंह जी की लड़ीवार चलती सी, मेरे सतगुर माछीवाड़ा साहब पहुंचे। आप जी ने सुनिया सी निगे पए आ गरीब तो गरीब भी अपने घरां च घुस के, वाजा वाला ही बरानियां च फिरदा, चिड़ी ना परिंदा कुस के। खून वगदा वलाई दींदा देही चो, वस्त्र भी भिजे तन दे, नंगे चरनी प्रीतम फिरदा माछीवाड़े विच बन गए। जानवरां ने परां दे नाल पुंजिया लहू मेरे मालक दा, हेठां जंड दे बिस्तरा लग्या दुनिया दे पालक दा। खून वगदा वलाई दींदा देही चो, वस्त्र भी भिजे तन दे, नंगे चरनी प्रीतम फिरदा माछीवाड़े विच बन गए। अमीर लोग अपने घरां दे विच ऐ हवेलियां उच्चियां आकाश नूं सोंदियां पए ने। हर एक कलगीधर पातशाह उस वेले कोई दींदा नहीं, जंगल विच छत्तिया बहजे विच जेड़े खणदे, नंगे चरनी प्रीतम फिरदा माछीवाड़े विच बन गए। उथे फिर भाई मान सिंह, प्यारे दया सिंह, प्यारे धर्म सिंह, ये तिन्ने जाने आके गुरु गोबिंद सिंह जी नूं मिले। गुरुद्वारा चरण कमल साहब दे पावन स्थान ते नितनेम कीता गुरु, फिर भी नितनेम नहीं छड्डिया। झाड़ साहब दे स्थान ते भी महाराज ने चरण पाए। चलदे चलदे महाराज तो तुरिया नहीं सी जांदा कहंदे, क्योंकि अगे ना तां किते इन्ना सफर पैदल कीता सी। एक अखां सामने पुत्र शहीद होण, पुत्रां तो प्यारे सिंह शहीद होण, किन्ना कीमती खजाना, कई सालां दी अनथक मेहनत करके जेड़े ग्रंथ लिखे सी वो भी रुड़ गए सरसा। छेवें पातशाह दियां, गुरु तेग बहादुर जी दियां कुछ निशानियां शास्त्र सीगे महाराज कोले, नीले घोड़े दे उत्ते खुरजी च पा के लदे होए, वो भी चमकौर साहब भी विछड़ गया, सब कुछ गुरु साहब दे दिल दिमाग ते कितना असर पिया होया, पर चेहरे ते कोई उदासी नहीं। 72 घंटे पीण नूं पानी दी घुट भी नहीं मिली सी गुरु, पर मर्द अगमड़े ने फिर भी उच्ची हेक ला के गाया सी, मित्र प्यारे नूं हाल मुरीदां दा कहना। तुद बिन रोग रजाइयां दा ओढ़ण, नाग निवासां दे रहना, सूल सुराही खंजर प्याला, बिंग कसाइयां दा सहना, यारड़े दा सानू सत्थर चंगा, भट्ठ खेड़ियां दा रहना। ये सारी विचार आपां परसों कीती सी। चलदे चलदे फिर भाई मान सिंह ने महाराज नूं मोढियां ते चुक्किया गुरु, क्योंकि नंगे चरण हजूर दे कंडियां नाल भरे, तिखियां सूलां वज वज के ना चरण पाट गए गुरु। एक ठंड बड़ी, नंगे चरण हजूर दे कंडियां नाल भरे, दीन दुनी दा पातशाह बोच बोच पब धरे। उथे बाग सी, क्योंकि माछीवाड़े दे रहन वाले दो भरा गुलाबा ते पंजाबा। ये गुलाबा गुरु घर दा मसंद भी सी, जिवें अजकल आपां जथेदार कहने आ ना, अई औदा सी मसंदां दा। इहदा बाग सी ते महाराज उस बाग च चले गए गुरु। उत्थे जाके जल पानी छकिया ते इतिहासकार दसदे है, इत्थे फिर आके गुलाबा ते पंजाबा दोने भरा मिले गुरु बाग विच। महाराज दे दर्शन कीते।
आके गल्लां बातां कर रहे हैं हुण की कीता जावे। ते इन्ने नूं घोड़ियां दे व्यापारी माछीवाड़े दे रहण वाले नबी खां ते गनी खां भी आ गए। ये पहलां भी आनंदपुर साहिब जांदे हुंदे सी घोड़े वेचण वास्ते, गुरु घर ते रखदे सी शरधा। वो भी जदों आए ते उन्हां ने भज के गुरु जी दा हाल देखिया। माछीवाड़े विच सतगुर पछाण ली ते गुरु मेरे दा कोई हाल नहीं सी, हथ बाज नहीं सी, सिर ते ताज नहीं सी, चौहां बेटियां चों कोई नाल नहीं। हथ बाज नहीं सी, सिर ते ताज नहीं सी, चौहां बेटियां चों कोई नाल नहीं सी। हाल ए सी पर कमाल ए सी, उत्ते चेहरे दे रत्ता मलाल नहीं सी, चेहरे ते कोई उदासी नहीं। ते नबी गनी खां जदों आए, जदों चरना ते लगे मत्था टेकण, गुरु जी दा हाल देख के ताहां मार मार के रो पे आखो सतनाम वाहिगुरु। रोए पता क्यों सी? क्योंकि हाल महाराज दा वेख्या नहीं सी जांदा। साध संगत जी, पानी वगदा पठाना दियां अखां चों, गुरु जी दा हाल वेख के पानी वगदा पठाना दियां अखां चों, गुरु जी दा हाल वेख के पानी वगदा पठाना दियां अखां चों, गुरु जी दा हाल वेख के पानी वगदा पठाना दियां अखां चों, गुरु जी दा हाल वेख के पानी वगदा। नबी गनी खां रोहेले बाग वालियां ने, नबी गनी खां रोहेले बाग वालियां ने, देखे आजा खूह ते आण के जाना गमांदी नदी च गोते खा गईयां, पातशाह दी रूह से आण के लीरा होए वे ते लहू नाल भिजे वे, बस पर लाल वेख के पानी वग पिया पठाना दियां अखां चों, गुरु जी दा हाल वेख के पानी वग पिया पठाना दियां अखां चों, गुरु जी दा हाल वेख के पानी वग पिया। जदों भज के नवाए सीस चरनी, जदों भज के नवाए शीस चरनी, निगाह पैगी तलियां उत्ते, कहंदे कहो जे वक्त पाए मालका, एहो जे बलियां उत्ते सत सुजे वे ते पब्बां ते पिल परे पे, पालो पाल वेख के पानी वगदा पठाना दियां अखां चों, गुरु जी दा हाल वेख के पानी वगदा पठाना दियां अखां चों, गुरु जी दा हाल वेख के पानी वगदा। कहंदे महाराज दियां तलियां सुजियां पईयां गुरु। उस वेले जदों मत्था टेकिया फिर पता लग्या सूला तिखियां बलाई विच चरनां दे, सूला तिखियां बलाई विच चरनां दे, मेघां वांगू पईयां गड्डियां जो आईयां ना समझ विच नबी दे, पट के गमी ने कड्डियां खून मंगरे उछाले खांदा निकलिया, नीवी भागे चाल वेख के पानी वगदा पठाना दियां अखां चों, गुरु जी दा हाल वेख के पानी वगदा पठाना दियां अखां चों, गुरु जी दा हाल वेख के पानी वगदा। मेरे मालक दा हाल ये सी, नबी ने कुछ कसूला महाराज दे चरना चों कड्डियां, कुछ गमी ने कड्डियां, गल्लां बातां सुनियां भी, प्यारे पुत्र भी शहीद हो गए। ये औरंगजेब ने जेड़ा जुल्म दा भट्ठ मचाया सी ना, उन्होंने बुझा रहे थे। देखो सब कुछ खत्म हो गया,
पर जिवें बाबा जी सुना रहे सी विदावे की गल, विदावे वाली लिस्ट महाराज सामी बैठे। आखो सतनाम श्री वाहिगुरु। प्यारे पुत ते अनेका सिख चोकते, प्यारे पुत ते अनेका सिख चोकते, भट च औरंगजेब दे पर लिस्ट विदावे वाली सांभ के रख छड्डी बिच जेब दे माघी सिंह दे चरज मन्या मन दे ऐडे लंबे ख्याल वेख के पानी वगदा पठाना दिया अखां चों गुरु जी दा हाल वेख के पानी वगदा पठाना दिया अखां चों गुरु जी दा हाल वेख के पानी वगदा। कहंदे उस वेले मेरे सतगुर दा हाल वेख्या नहीं सी जा रहा। जदों नबी गनी खां गए, तिखियां तिखियां 16 चरनां च वजियां होइयां, दोनों ने पट पट के कड्डियां गुरु। पर बेदावा जिहड़ा लिख के गए सी ना महासिंह वर्गे, ਉਹਨੂੰ मेरे सतगुर कदे गीजे च पा लैन, कदे कमर कसे विच बन लैन, संभ के रखिया गुरमुखो। इत्थों हुण हिसाब ला लियो, ਜਿਹੜੇ ਸ਼ਰਧਾ ਨਾਲ सेवा करते हैं भुलते उन्होंने भी नहीं, ते ਜਿਹੜੇ गलतियां करते हैं भुलते उन्होंने भी नहीं। इत्थे तां चंगियाइयां बुरियाइयां वाचै धर्म हदूर, करमी आपो अपनी के नेड़ा के दूर। कहंदे चंगे माड़े हर कर्म दा तैनू लेखा देना पैना। थोड़ी जी रिपीट भी घटाओ। साध संगत जी महाराज खूह दे उत्ते गुलाबा पंजाबा मिले, नबी गनी खां मिले। इथों फिर महाराज तो तुरिया तां नहीं सी जांदा। भाई मान सिंह ने सतगुर जी नू मोढियां ते चुक्या, फिर गुरु मोढियां ते चुक के गुलाबे दे घर लै गए। इन्हां दा घर सी कच्चा ते चुबारा बनिया होया सी उपर। बजुर्गां नूं तां पता कच्चियां ही पौड़ियां हुंदियां। जदों गुलाबे पंजाबे दे घर गए सतगुरु, फिर उत्थे गुरमुख प्यारिओ जल गर्म कीता गया। सतगुर जी दा इशनान कराउण लगे, चोला जदों लाहिया वो भी फटिया पिया, पजामी फटी हुई। इन्ना लंबा सफर एक थकेवा करके पट फुल गए। कशहरा कहंदे खून लग लग के पिंडे दे नाल चिंबड़िया पिया, पाड़ पाड़ के लाया फिर गुरु। ऐसे हाल महाराज ने गर्म जल दे नाल कीता इशनान। शरीर सी जेड़ा हुण इस हालत विच आ गया सी बिल्कुल कमजोर। ते उत्थे फिर कहंदे ने बकरा बंदूक नाल झटका के ते रख दिता रिझना मसाले पा के। रब ना करे किसे दे सट फेट वज जे, डॉक्टर कहते हैं ना भी हुण तैनूं दूजा खाना खाना पऊ। इत्थे महाप्रसाद तैयार करके छकिया सी। हुण इत्थे एक बेनती करां, अपने धर्म विच महाराज ने सानू मुर्गे बकरे खाण तो मना कीता है। क्यों कीता भला? कई सवाल कर जाते हैं, कहते भी जीव तां गाजर मूली भी रब दे ही है, वह भी वाधे फुलदे है, उन्होंने कहने हो खाओ ते मीट बकरे मुर्गे नहीं खाने, क्यों रोकिया भला? यदा हुण सौखी जी उदाहरण समझ लियो। देखो 15 गाजरां धर दो अड्डो अड्डी, आलू धर दो 10 किलो, गोभी धर दो, वो किते आपस में लड़ते देखे तुसीं? जिथे पे है ते पे है गुरु। ते तुसीं हुण 5-7 मुर्गे ते बकरे खड़ा के देख लो, मिनट नहीं इकट्ठे रहिंदे। उन्हां विच तमा ज्यादा है, आपस विच लड़दे ने। महाराज ने तां सानू मना कीता सी, पर उत्थे मजबूरी सी। आखो सतनाम। महाराज कहंदे एक तां काम क्रोध लोभ मोह हंकार इंसान च पहले ही हैगा,
उत्तों मुर्गे बकरे होर खा लिओ तो होर भी वध जू। तां ही तां घरां च कलेश पैंदा गुरमुखो। रोज दियां लड़ाइयां ओहे जी मत हो जाती है, जैसा अन्न वैसा मन। तां सानू मना कीता है, पर इत्थे मजबूरी सी भी शरीर साथ नहीं सी दे रहा। जदों बंदूक चली ना महाप्रसाद बनाउणा सी ते नाल ही एक पंडितां दा घर सी, वो तां खड़का सुन के आ गए। कहंदे गुलाबिया की हो गया तुहाडे? जदों अचनचेत आ गए, उन्हें पता लग गया भी इत्थे गुरु गोबिंद सिंह आए। जदों महाप्रसाद छकिया, एक मेरे सतगुर ने खेड ऐसी बनाई, खल ते खुरड़ियां सरी ते मास जी लै लियां लपेट के गुरां ने पास। उथे एक काजी विच सी मसीत दे, बांग देण लग्या विच फर्क नीत दे। कोठी कोठी जाके साईं सरबग जी काजी दे सिर च मारिया लहगी पग जी। वो तां रौला पाउण लग गए। उन्होंने गुलाबे नाल लिया आडा है, करता भ्रिष्ट दीनमान साडा है। कहे तुसीं तां साडा दीनमान ही भ्रिष्ट करता। इन्ने नूं गुरां ने मोहरां पईयां सी। गुलाबे पंजाबे ने नवी गनी खाने उत्थे मत्था टेकिया सी पातशाह जी। वो मोहरां सी जिहड़ियां इन्ने नूं गुरां ने एक मुट्ठी भर के सिੱਟੀ उसे मियाँ जी दे विच घर के। जदों मोहरां दी मिट्ठी सिੱਟਤੀ, फिर मोहरां भी चक्कण लग गए। वो गल दूजी रौले वाली तां भुल गए। फिर सारे जाने आ गए गल इस ते, ये तां कोई खाना सिੱਟ गए फिर इस ते। पातशाह कहंदे देख लिया, माया ऐसी चीज है, वड्डे वड्डियां दा मूंह बंद करा दिंदी है। आखो सतनाम। इस तरह भी खेडां वरताइयां। एक रात गुलाबे पंजाबे दे घर कट्टी पातशाह ने। इन्ने नूं गुरमुखो माछीवाड़े नूं घेरा पै गया, क्योंकि जदों पता लग्या भी चमकौर साहिब तो गुरु गोबिंद सिंह तां बच के निकल गए। जिहड़ा सिर वड्डिया सी वो बाबा संगत सिउंदा। आले दुआले ढोल बजा बजा के गुरमुख प्यारे उच्ची उच्ची होका दिता जा रहा सी कि सरकार दा बागी गुरु गोबिंद सिंह बच के निकल गया। जिहड़ा ओदी दस पाऊ ओनू इनाम दिता जाऊगा। सानू फड़ाओ जे किसी नू पता है। गुलाबे ने जदों सुनिया ना, वो डर गया। गुरु सीगा तां मसंद गुरु घर दा सेवक, पर वो हथ बन के सच्चे पातशाह कोले जाके कहंदा, महाराज मेरे विच इन्नी पहुंच है नहीं मैं किसी दा मुकाबला कर सकां। जे मेरे घरों तुसीं फड़े गए, लोकां ने कहना इनाम लैण दे मारे ने जान के फड़ाए है। ते मेरी बेनती है, साथों हुण रखी दे नहीं सतगुर जी, तुसीं हुण जाओ मालवे नूं तुर जी। कहंदे मालवे बन्नी चले जाओ, ये जंगल दा इलाका है, टिब्बे जंगल बियाबान है सारा। हथ बन के कहंदा मैं तुहानूं रख नहीं सकदा। वो एक गल्लों चंगा होया गुरु। कई लोग हुंदे आ ना मीणे जे, काम भी नहीं करना, लारे जे लाई जाणगे, करना भी कुछ नहीं हुंदा। उदों तां वधिया गल इह है गुरमुखो, जे किसी दी मदद नहीं कर सकदे उन्होंने साफ कह दो भाई मैथों नहीं हो सकता, अगला कोई होर हीला कर ले। सच तो बोलिया। कहंदा पातशाह मैं तुहानूं रख नहीं सकता, क्योंकि आले दुआले पता लग चुकिया है। जे किसी ने दसता तो मैं फिर इत्थे कुछ नहीं कर सकता। महाराज फिर हस पे। सतगुर कहंदे ने गुणा कहा गुलाबिया डर नहीं, डरन वाले सुभाअ नूं आजाद कर ले। जो कुछ होना करतार दे हुक्म अंदर, इस गल दे उत्ते इतवाद कर ले। जो होना वो तो होना ही है। तैनू सच्ची दसीए? कहना हाँ जी। महाराज कहंदे मैं तेरा करके इत्थे आया ही नहीं, थोड़ा करके नहीं आया। सारे हैरान जे हो गए भी होर आए क्यों फिर। भाई मान सिओ कहंदे महाराज फिर कातों आए आप, जो इहदा करके सानू तो इस भी प्रेमी सिख है, चलो इत्थे तां आए आप। महाराज कहंदे नहीं गुलाबिया, जिहड़ी तेरी भैन है ना हरदेई, कई इतिहासकारां ने माता गुरदेई भी लिखिया है, कई हरदेई कहंदे सी, चलो दो दो नाम आम ही हो जांदे। पातशाह कहंदे
ਜਵਾਨੀ ਪਹਿਰੇ ਤੋਂ ਲਾ ਕੇ ਉਹ ਗੁਰੂ ਘਰ ਦੀ ਸ਼ਰਧਾਲੂ ਬਾਣੀ ਪੜ੍ਹਦੀ ਹੈ। ਪਹਿਲਾਂ ਇੱਛਾ ਸੀ ਗੁਰੂ ਤੇਗ ਬਹਾਦਰ ਦੇ ਦਰਸ਼ਨ ਕਰੇ, ਨਹੀਂ ਹੋਏ। ਸਾਡਾ ਸਮਾਂ ਆਇਆ, ਆਨੰਦਪੁਰ ਸਾਹਿਬ ਗਈ, ਦਰਸ਼ਨ ਕੀਤੇ। ਬਾਅਦ ਵਿੱਚ ਕਬੀਲਦਾਰੀ ਐਸੀ ਗਲ ਪਈ, ਮੁੜ ਕੇ ਦਰਸ਼ਨ ਨਹੀਂ ਕਰ ਸਕੀ। ਪਰਿਵਾਰ ਵੱਧ ਗਿਆ, ਬਾਲ ਬੱਚੇ ਵੱਡੇ ਹੋ ਗਏ। ਉਹ ਅੱਜ ਬਿਮਾਰ ਪਈ ਆ, ਕਹਿੰਦੇ ਬਹੁਤ। ਉਹਦੇ ਮਨ ਦੀ ਇੱਛਾ ਸੀ ਮੈਂ ਸਤਿਗੁਰ ਦੇ ਦਰਸ਼ਨ ਕਰਨੇ ਆ, ਮੈਂ ਤਾਂ ਉਹਦਾ ਕਰਕੇ ਆਇਆ। ਆਖੋ ਸਤਨਾਮ। ਆ ਗੱਲ ਨੂੰ ਭਾਈ ਮਨ ਚ ਵਸਾ ਲਿਓ। ਜੇ ਨਹੀਂ ਵੀ ਜਾ ਹੁੰਦਾ, ਸ਼ਰਧਾ ਰੱਖਿਆ ਕਰੋ, ਮਨ ਜੋੜੋ ਗੁਰੂ ਨਾਲ। ਚਾਹੇ ਕੋਈ ਮਰਦ ਹੈ, ਚਾਹੇ ਕੋਈ ਔਰਤ ਹੈ, ਜਿਨ੍ਹਾਂ ਨੇ ਭਰੋਸਾ ਕੀਤਾ ਸਤਿਗੁਰ ਆਪਣੇ ਸੇਵਕਾਂ ਦੀ ਜ਼ਰੂਰ ਪੂਰੀ ਕਰਦੇ ਆ। ਐਡਾ ਦੇਖੋ ਵਿਪਤਾ ਦਾ ਸਮਾਂ, ਫਿਰ ਵੀ ਕਹਿੰਦੇ ਨੇ ਗੁਲਾਬਿਆ ਮੈਂ ਤੇਰਾ ਕਰਕੇ ਨਹੀਂ ਆਇਆ, ਜਾ ਕੇ ਮਾਤਾ ਗੁਰਦੇਈ ਨੂੰ ਦੇ ਸੁਨੇਹਾ। ਰਹੀ ਕਦੋਂ ਦੀ ਸਾਨੂੰ ਉਡੀਕ ਹੈ, ਉਹ ਅੱਜ ਹੋਈ ਸਰੀਰ ਨੂੰ ਕੰਸ ਜਿਹੀ ਵੀ, ਬੈਠੀ ਮੌਤ ਦੇ ਬਿਰਧ ਨਜ਼ੀਕ ਹੈ। ਕਹਿੰਦੇ ਅੱਜ ਬੁਖਾਰ ਹੋਇਆ ਵਿਆ ਜਾਦੇ, ਜਾ ਕੇ ਉਹਨੂੰ ਸੁਨੇਹਾ ਲਾ। ਕਾਲੀ ਨਾਲ ਤੁਰਿਆ ਫਿਰ ਗੁਲਾਬਾ। ਇਹਨੂੰ ਐ ਸੀ ਵੀ ਕਿਤੇ ਘੇਰਾ ਪਾ ਕੇ ਕੋਈ ਫਾੜੀ ਨਾ ਲਵੇ, ਪਹਿਲਾਂ ਹੀ ਤੋਰਦਿਆਂ ਜਿੱਥੇ ਜਾਣਾ ਚਾਹੁੰਦੇ। ਕਾਲੀ ਨਾਲ ਜਦੋਂ ਤੁਰਿਆ, ਪਹੁੰਚ ਗਿਆ ਮਾਤਾ ਗੁਰਦੇਈ ਦੇ ਘਰ ਗੁਰਮੁਖ। ਅੱਗੇ ਉਹਦਾ ਟੁੱਟਾ ਜਿਹਾ ਮੰਜਾ ਘਰਦਿਆਂ ਨੇ ਬਾਰ ਚ ਡਾਹਿਆ ਪਿਆ। ਨਾਲੇ ਤਾਂ ਕੰਬੀ ਜਾਵੇ, ਅੱਖਾਂ ਚੋਂ ਪਾਣੀ ਕਿਰਦਾ ਬਜ਼ੁਰਗ, ਤੇ ਨਾਲੇ ਉੱਚੀ ਉੱਚੀ ਕਹੀ ਜਾਵੇ ਹੁਣ ਹੁੰਦੇ ਦੀਂਦੇ ਨੀ ਦੀਦਾਰ ਦਾਤਾ ਜੀ, ਤਿਆਰੀ ਵੱਜੀ ਖੜੀ ਐ। ਹੁਣ ਹੁੰਦੇ ਦੀਂਦੇ ਨੀ ਦੀਦਾਰ ਦਾਤਾ ਜੀ, ਤਿਆਰੀ ਵੱਜੀ ਖੜੀ ਐ। ਹੁਣ ਹੁੰਦੇ ਦੀਂਦੇ ਨੀ ਦੀਦਾਰ ਦਾਤਾ ਜੀ, ਤਿਆਰੀ ਵੱਜੀ ਖੜੀ ਐ। ਹੁਣ ਦੀਂਦੇ ਨੀ ਦੀਦਾਰ ਦਾਤਾ ਜੀ, ਤਿਆਰੀ ਵੱਜੀ ਖੜੀ ਐ। ਦੀਂਦੇ ਨੀ ਦੀਦਾਰ ਦਾਤਾ ਜੀ, ਤਿਆਰੀ ਵੱਜੀ ਖੜੀ ਐ। ਹੁਣ ਹੁੰਦੇ ਦੀਂਦੇ ਨੀ ਦੀਦਾਰ ਦਾਤਾ ਜੀ, ਤਿਆਰੀ ਵੱਜੀ ਖੜੀ ਐ। ਯਾਦ ਕਰਦੀ ਐ ਮਹਾਰਾਜ ਨੂੰ, ਕਹਿੰਦੀ ਸੱਚੇ ਪਾਤਸ਼ਾਹ ਖੱਦਰ ਬਣਾ ਕੇ ਸਾਈਆਂ ਤੇਰੇ ਵਾਸਤੇ ਰੱਖਿਆ ਹੈ ਚਿਰ ਦਾ। ਕਹਿੰਦੀ ਮੈਂ ਤਾਂ ਜਵਾਨੀ ਪਹਿਰੇ ਦਾ ਖੱਦਰ ਬਣਾਇਆ ਸੀ, ਕਿਤੇ ਮਹਾਰਾਜ ਦੇ ਦਰਸ਼ਨ ਕਰਨ ਦਾ ਸਮਾਂ ਮਿਲੇ ਮੈਂ ਭੇਟਾ ਕਰਾਂਗਾ। ਪਰ ਮੈਨੂੰ ਏਦਾਂ ਲੱਗਦਾ ਹੈ ਜਾਂ ਤਾਂ ਕੋਈ ਮੇਰੀ ਸ਼ਰਧਾ ਚ ਖਾਮੀ ਐ, ਤਾਂ ਹੀ ਨੀ ਤੂੰ ਪੁੱਜਿਆ। ਨਹੀਂ ਘੇਰੇ ਪੈ ਗਏ ਜ਼ਾਲਮਾਂ ਦੇ ਲਾਮੀ ਐ, ਪਿਆ ਜੰਗ ਚ ਰੁੱਝਿਆ। ਨਹੀਂ ਕਿਤੇ ਟੁੱਟੀ ਐ ਲਾਚਾਰੀ ਦਾਤਾ ਜੀ, ਪਰਵਾਰੀ ਲੜੀ ਐ। ਹੁਣ ਹੁੰਦੇ ਦੀਂਦੇ ਨੀ ਦੀਦਾਰ ਦਾਤਾ ਜੀ, ਤਿਆਰੀ ਵੱਜੀ ਖੜੀ ਐ। ਹੁਣ ਹੁੰਦੇ ਦੀਂਦੇ ਨੀ ਦੀਦਾਰ ਦਾਤਾ ਜੀ, ਤਿਆਰੀ ਵੱਜੀ ਖੜੀ ਐ। ਹੋਰਾ ਹੈ ਵੱਡੇ ਭਾਜੀ ਨੂੰ ਕੁੱਲ ਘਰ ਦਾ, ਵੱਡ ਵੱਡ ਖਾਂਦਾ ਹੈ। ਅੱਜ ਮੇਰੇ ਨੇਤਰਾਂ ਚੋਂ ਨੀਰ ਵਰਦਾ, ਤਨ ਕੰਬੀ ਜਾਂਦਾ ਹੈ। ਬੁਢੇਪਾ ਪਤਾ ਹੈ ਨਾ, ਬਜ਼ੁਰਗ ਬਾਪੂ ਮਾਈਆਂ ਬੈਠੀਆਂ। ਮਹਾਰਾਜ ਕਹਿੰਦੇ ਆ 70 ਕਾ ਮਤਹੀਣ। ਘਰ ਦੇ ਫਿਰ ਮਤ ਮਾਰੀ ਵਾਲੇ ਹੀ ਦੱਸਦੇ ਆ ਵੀ ਬਹਿ ਜਾ ਟਿੱਕੇ, ਤੈਨੂੰ ਕੀ ਪਤਾ ਜ਼ਮਾਨਾ ਬਦਲ ਗਿਆ। ਨਿੱਤ ਹੁੰਦੀਆਂ ਤੁਹਾਡੇ ਨਾਲ, ਮੰਨੋ ਨਾ ਮੰਨੋ। ਇਹ ਮਾਤਾ ਵੀ ਕਹਿੰਦੀ ਬੁਢੇਪਾ ਐਸੀ ਚੀਜ਼ ਹੈ, ਘਰ ਦੇ ਵੱਡ ਵੱਡ ਖਾਂਦੇ ਆ, ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਆ ਵੇਖੋ ਮਹਾਰਾਜ ਟੁੱਟਿਆ ਵਾ ਮੰਜਾ ਵਾਰ ਵਿੱਚ, ਡਾਪਾ ਜੀ ਕੋਲ ਰੱਖੀ ਘੜੀ ਐ। ਹੁਣ ਹੁੰਦੇ ਦੀਂਦੇ ਨੀ ਦੀਦਾਰ ਦਾਤਾ ਜੀ, ਤਿਆਰੀ ਵੱਜੀ ਖੜੀ ਐ। ਹੁਣ ਹੁੰਦੇ ਦੀਂਦੇ ਨੀ ਦੀਦਾਰ ਦਾਤਾ ਜੀ, ਤਿਆਰੀ ਵੱਜੀ ਖੜੀ ਐ। ਹੁਣ ਇਸ ਤਰ੍ਹਾਂ ਗੁਰਮਖੋ ਮਾਈ ਉੱਚੀ ਉੱਚੀ ਕਹੀ ਜਾਂਦੀ ਹੈ, ਕਹਿੰਦੀ ਮੇਰੇ ਨਾਲ ਦੇ ਕਿੱਦੇ ਦੇ ਤੁਰ ਗਏ, ਇੱਕ ਮੈਂ ਹੀ ਰਹਿਨੀ ਆ। ਝਿੜਕਾਂ ਪੈਂਦੀਆਂ ਪਰਿਵਾਰ ਵੱਲੋਂ, ਅੱਜ ਬੁਖਾਰ ਹੋਇਆ ਵਾ, ਲੱਗਦਾ ਮਰ ਜੂੰਗੀ, ਮੈਨੂੰ ਦਰਸ਼ਨ ਨਹੀਂ ਹੋਣੇ।
जदों इन्नी क गल कही, इन्ने नूं पहुंच गया गुलाबा मसंद। जाके कहंदा भैन गुरदेई, हाँ भाई कौन है तू? कहंदा मैं गुलाबा, मेरे घरे गुरु गोबिंद सिंह साहब आए हैं ते तैनूं बुलाउंदे आ। जदों आ गल सुनी ते किन्नी खुशी होई होऊ गुरमुख, जिहड़ी उम्र भर दी उडीकदी सी। बस फेर की सी, बोल गुलाबे दा सी सीने नूं ठार गया। शरीर विच ताकत आ गई, किधरे ही बुखार गया। छाल मार के उठी, कहंदी है सच्चियों ही आए है? कहंदा हाँ मेरे घरे आए। छेती चल तैनूं बुला रहे है, क्योंकि फौजां लभ रही है, नहीं पता किहड़े वेले की हो जाए। माता गुरदेई अपने पुੱਤ ਨੂੰ ਆਵਾਜ਼ਾਂ मारदी है। ਇਹਦਾ ਪੁੱਤ ਸੀ ਨਿਹਾਲਾ। ਕਹਿੰਦੀ ਵੇ ਨਿਹਾਲੇ ਛੇਤੀ आ। ਚੁੰਨੀ ਦੇ ਲੜਨ ਨਾਲ ਨਾ ਚਾਬੀ ਬੰਨੀ ਹੋਈ ਕੁੰਜੀ, ਆ ਫੜ ਕੁੰਜੀ, ਉਹ ਮੇਰੇ ਸੰਦੂਕ ਦਾ ਖੋਲ ਜਿੰਦਾ, ਉਹਦੇ ਵਿੱਚ ਖੱਦਰ ਬਣਾਇਆ ਪਿਆ, ਛੇਤੀ ਲਿਆ ਕੱਢ ਕੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ। ਸਿਆਣੇ ਪੁਰਸ਼ ਨਾ ਕਹਿੰਦੇ ਹੁੰਦੇ, ਰਾਜ ਵੈਦ ਗੁਰਜੋਤ ਸੀ ਇਨਕੇ ਪਾਸ ਜੇ ਜਾਏ, ਖਾਲੀ ਹੱਥ ਨਾ ਜਾਈਏ, ਫਲ ਦੀਏ ਫਲ ਪਾਏ। ਕਹਿੰਦੇ ਗੁਰੂ ਪਾਸ, ਰਾਜੇ ਪਾਸ, ਵੈਦ ਪਾਸ, ਜੋਤਸੀ ਪਾਸ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਤੇ ਮਾਈ ਤਾਂ ਕਹਿੰਦੀ ਸੀ, ਕਹਿੰਦੀ ਮੈਂ ਤਾਂ ਮਸਾਂ ਮਸਾਂ ਕੱਲਾ ਕੱਲਾ ਤੰਦ ਪ੍ਰੇਮ ਦਾ ਪਾ ਕੇ ਖੱਦਰ ਬਣਾਇਆ, ਪਤਾ ਨਹੀਂ ਤਾਂ ਕੋਈ ਮੇਰੀ ਸ਼ਰਧਾ 'ਚ ਖਾਮੀ ਰਹਿ ਗਈ ਜਿਹੜੇ ਆਏ ਨਹੀਂ ਮਹਾਰਾਜ। ਅੱਜ ਜਦੋਂ ਪਤਾ ਲੱਗਿਆ ਤੇ ਸਤਿਗੁਰ ਦੇ ਦਰਸ਼ਨਾਂ ਦਾ ਇੰਨਾ ਚਾਅ ਚੜਿਆ, ਕਹਿੰਦੀ ਵੇ ਨਿਹਾਲੇ ਆ ਫੜ ਚਾਬੀ ਲਿਆ ਕੱਢ ਕੇ ਖੱਦਰ। ਉਹਨੇ ਕੱਢ ਲਿਆਂਦਾ, ਆਪਣੇ ਪੁੱਤਰ ਨਿਹਾਲੇ ਨੂੰ ਨਾਲ ਲੈ ਕੇ ਫਿਰ ਗੁਰਮੁਖ ਪਿਆਰਿਓ ਮਾਤਾ ਗੁਰਦੇਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਗਈ। ਬਜ਼ੁਰਗ ਸਰੀਰ ਨਾਲੇ ਤਾਂ ਕੰਬੀ ਜਾਵੇ, ਤੇਜ ਤੇਜ ਪੌੜੀਆਂ ਚੜੇ, ਦਮ ਚੜ ਗਿਆ। ਮੇਰੇ ਸਤਿਗੁਰ ਆਏ ਨੇ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ, ਰਾਹਾਂ ਤੋਂ ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਜਿਹੜੇ ਰਾਹੀਂ ਸਤਿਗੁਰ ਆਏ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਜਿਹੜੇ ਰਾਹੀਂ ਸਤਿਗੁਰ ਆਏ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਜਿਹੜੇ ਰਾਹੇ ਸਤਿਗੁਰ ਆਏ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਜਿਹੜੇ ਰਾਹੀਂ ਸਤਿਗੁਰ ਆਏ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਜਿਹੜੇ ਰਾਹੇ ਸਤਿਗੁਰ ਆਏ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਜਿਹੜੇ ਰਾਹੇ ਸਤਿਗੁਰ ਆਏ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਪੌੜੀਆਂ ਨੂੰ ਵੀ ਮੱਥਾ ਟੇਕਦੀ ਜਾਵੇ। ਜਦੋਂ ਗਈ ਚੁਬਾਰੇ 'ਚ, ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਚੌਕੜਾ ਲਾਈ ਬੈਠੇ। ਮਾਤਾ ਨੇ ਜਾ ਕੇ ਨਮਸਕਾਰ ਕੀਤੀ, ਖੱਦਰ ਲੱਗੀ ਭੇਟਾ ਕਰਨ। ਸਤਿਗੁਰ ਨੇ ਇੱਕਦਮ ਫੜ ਕੇ ਨਾ ਮਸਤਕ ਨੂੰ ਲਾਇਆ, ਸਤਿਕਾਰ ਕੀਤਾ। ਮਾਤਾ ਕਹਿਣ ਲੱਗੀ, ਸ਼ੁਕਰ ਹੈ ਸੱਚੇ ਪਾਤਸ਼ਾਹ, ਜਵਾਨੀ ਪਹਿਰੇ ਤੋਂ ਮੈਨੂੰ ਤਾਂ ਇਹ ਸੀ ਵੀ ਹੁਣ ਕਬੀਲਦਾਰੀ ਵੱਧ ਗਈ, ਬੱਚਿਆਂ ਨੇ ਕਬੀਲਦਾਰੀ ਸਾਂਭ ਲਈ, ਮੇਰੀ ਕੋਈ ਸੁਣਦਾ ਹੀ ਨਹੀਂ ਸੀ। ਇੱਛਾ ਸੀ ਦਰਸ਼ਨਾਂ ਦੀ, ਤੁਹਾਡੇ ਦਰਸ਼ਨ ਹੋ ਗਏ। ਮਹਾਰਾਜ ਕਹਿੰਦੇ ਕੁਛ ਮੰਗ, ਕਹਿੰਦੀ ਕੁਛ ਨਹੀਂ ਚਾਹੀਦਾ, ਤੁਹਾਡੇ ਦਰਸ਼ਨ ਹੋ ਗਏ ਬਸ। ਅੱਜ ਮੈਨੂੰ ਤਾਂ ਇਹ ਸੀ ਮੈਂ ਮਰੂੰਗੀ, ਬੁਖਾਰ ਹੋਇਆ ਵਾ। ਪਾਤਸ਼ਾਹ ਨੇ ਫਿਰ ਦੱਸਿਆ, ਮਹਾਰਾਜ ਕਹਿੰਦੇ ਮਾਈ ਅਜੇ ਨਹੀਂ ਮਰਦੀ, 15 ਦਿਨ ਤੇਰੇ ਕੋਲੇ ਹੋਰ ਆ, ਜਿਹੜਾ ਭਜਨ ਹੁੰਦਾ ਕਰ ਲੈ, ਕਰ ਲੈ ਜਿਹੜੀ ਸੇਵਾ ਹੁੰਦੀ। 15ਵੇਂ ਦਿਨ ਨੂੰ ਮਾਤਾ ਤੜਕੇ ਹੀ ਮਰ ਜਾਣਾ ਹੈ, ਆਪੇ ਆ ਕੇ ਤੇ ਆਪ ਖੁਦਾ ਨੇ ਤੈਨੂੰ ਲੈ ਜਾਣਾ ਹੈ। ਜਾ ਕੇ ਤੈਂ ਸੱਚਖੰਡ ਦਾ ਮੱਲਣਾ ਟਿਕਾਣਾ ਹੈ। ਜਿਸ ਹਿਸਾਬ ਨਾਲ ਤਾਂ ਬਾਣੀ ਪੜ੍ਹੀ ਹੈ ਨਾ,
ਤੈਨੂੰ ਸੱਚਖੰਡ 'ਚ ਥਾਂ ਮਿਲੂ, ਆਖੋ ਸਤਨਾਮ। ਆਪਾਂ ਤਾਂ ਗੁਰਮੁਖੋ ਮਰਨ ਤੋਂ ਬਾਅਦ ਅਰਦਾਸਾਂ ਕਰਾਉਂਦੇ ਆ ਨਾ ਵੀ ਚਰਨਾਂ 'ਚ ਥਾਂ ਦੇਈ। ਕਦੇ ਇਹ ਤਾਂ ਨਹੀਂ ਸੋਚਦੇ ਵੀ ਜਿਉਂਦੇ ਹੋਏ ਵੀ ਉਹੀ ਗੁਰੂ ਹੈ। ਕੇਸ ਦਾੜੀਆਂ ਅਸੀਂ ਕਟਾਈ ਜਾਂਦੇ, ਅੰਮ੍ਰਿਤ ਅਸੀਂ ਛਕਣ ਨੂੰ ਤਿਆਰ ਨਹੀਂ, ਬਾਣੀ ਅਸੀਂ ਪੜ੍ਹਨ ਨੂੰ ਤਿਆਰ ਨਹੀਂ, ਮੁਰਗੇ ਮੱਛੀਆਂ ਅਸੀਂ ਨਹੀਂ ਛੱਡਣੇ। ਅੰਤ ਵੇਲੇ ਕਹਿਣਗੇ ਚਰਨਾਂ 'ਚ ਥਾਂ ਮਿਲ ਜੇ। ਇਹ ਤਾਂ ਹੀ ਕਬੀਰ ਜੀ ਨੂੰ ਲਿਖਣਾ ਪਿਆ, ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲਾਉਣਾ ਜਾਣਾ। ਧਰਮ ਨੂੰ ਖਡਾਉਣਾ ਸਮਝ ਛੱਡਿਆ ਸੀ ਗੁਰੂ। ਜੇ ਜੁੜਨਾ ਤਾਂ ਜਿਉਂਦੇ ਜੀ ਜੁੜੋ, ਆਨੰਦ ਤਾਂ ਹੈ, ਨਾਲੇ ਸਰਦਾ ਤਾਂ ਤੁਹਾਡਾ ਹੈ ਨਹੀਂ। ਵਿਆਹ ਸ਼ਾਦੀ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ, ਕੋਈ ਪੁੱਤ ਪੋਤਰਾ ਘਰ 'ਚ ਜੰਮਦਾ ਤਾਂ ਗੁਰੂ ਚਰਨਾਂ 'ਚ ਅਰਦਾਸ, ਕੋਈ ਪਿਓ ਦਾਦਾ ਸੰਸਾਰ ਤੋਂ ਚਲਿਆ ਜਾਂਦਾ ਉਦੋਂ ਵੀ ਗੁਰੂ ਜੀ ਦੇ ਚਰਨਾਂ 'ਚ ਅਰਦਾਸ। ਜਿੱਦਾਂ ਆਪਾਂ ਵੀ ਨਹੀਂ ਹੋਣਾ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਵੀ ਹੋਣਗੇ ਸਾਡੀਆਂ ਅਰਦਾਸਾਂ ਸੁਣਨ ਲਈ। ਫਿਰ ਜਦੋਂ ਇਹਨਾਂ ਬਿਨਾਂ ਸਰਦਾ ਹੀ ਨਹੀਂ, ਕਿਉਂ ਨਾ ਫਿਰ ਜਿਉਂਦੇ ਜਿਉਂਦੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਕੋਈ ਕਹੇ ਵੀ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਮਗਰੋਂ ਅਰਦਾਸਾਂ ਦੀ ਲੋੜ ਹੀ ਨਾ ਪਵੇ। ਜਿਹੜੇ ਜੁੜਦੇ ਐ ਆ ਦੇਖੋ ਉਹਨਾਂ ਨੂੰ ਫਿਰ ਕੀ ਫਲ ਮਿਲਦਾ। ਸਤਿਗੁਰ ਨੇ ਆਪ ਦੱਸਿਆ, ਕਹਿੰਦੇ ਅਜੇ 15 ਦਿਨ ਹੈਗੇ ਆ ਤੇਰੇ ਕੋਲੇ। ਬਚਨ ਲੈ ਕੇ ਗੁਰੂ ਜੀ ਤੋਂ ਲੈ ਕੇ ਪ੍ਰਸ਼ਾਦ ਮਾਤਾ ਗੁਰਦੇਈ ਆ ਗਈ ਆਪਣੇ ਘਰ ਗੁਰਮੁਖ। ਉਧਰ ਮਾਛੀਵਾੜੇ ਨੂੰ ਘੇਰਾ ਪਿਆ ਹੋਇਆ ਸੀ। ਫਿਰ ਨਵੀ ਖਾਂ ਤੇ ਗਨੀ ਖਾਂ ਨੇ ਗੁਲਾਬੇ ਪੰਜਾਬੇ ਨੂੰ ਕਿਹਾ ਵੀ ਗੁਰੂ ਜੀ ਨੂੰ ਅਸੀਂ ਘਰ ਲੈ ਕੇ ਜਾਣਾ। ਉਹ ਮੰਨ ਗਿਆ ਫਿਰ, ਕਿਉਂਕਿ ਗੁਲਾਬਾ ਡਰਿਆ ਹੋਇਆ ਸੀ। ਇੱਕ ਰਾਤ ਗੁਲਾਬੇ ਦੇ ਘਰ ਕੱਟੀ ਪਾਤਸ਼ਾਹ ਨੇ ਮਾਤਾ ਗੁਰਦੇਈ ਨੂੰ ਦਰਸ਼ਨ ਦਿੱਤੇ। 2 ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਨਵੀ ਗਨੀ ਖਾਨ ਦੇ ਘਰ ਰਹੇ। ਗੁਰੂ ਜਦੋਂ ਪੈ ਗਿਆ ਘੇਰਾ, ਫਿਰ ਨਵੀ ਗਨੀ ਖਾਂ ਕਹਿੰਦੇ ਮਹਾਰਾਜ ਹੁਣ ਕੀ ਕਰੀਏ, ਮਾਛੀਵਾੜੇ ਨੂੰ ਤਾਂ ਘੇਰਾ ਪੈ ਗਿਆ। ਸਤਿਗੁਰ ਕਹਿੰਦੇ ਕੋਈ ਨਹੀਂ, ਫਿਰ ਜੇ ਘੇਰਾ ਪੈ ਗਿਆ ਤਾਂ ਹੋਣ ਦਿਓ, ਜੋ ਹੁੰਦਾ ਆਪਾਂ ਮੈਦਾਨੇ ਜੰਗ ਵਿੱਚ ਜੂਝ ਕੇ ਮੁਕਾਬਲਾ ਕਰਾਂਗੇ। ਮੈਂ ਤਾਂ ਪਹਿਲਾਂ ਹੀ ਚਾਹੁੰਦਾ ਸੀ ਵੀ ਚਮਕੌਰ ਸਾਹਿਬ ਸ਼ਹੀਦੀ ਪਾਵਾਂ, ਪਰ 5 ਪਿਆਰਿਆਂ ਦਾ ਹੁਕਮ ਸੀ, ਮੈਂ ਮੋੜ ਨਹੀਂ ਸਕਿਆ। ਇੰਨੇ ਨੂੰ ਦਇਆ ਸਿੰਘ ਪਿਆਰੇ ਧਰਮ ਸਿੰਘ ਕਹਿੰਦੇ ਮਹਾਰਾਜ ਅਜੇ ਕਿਹੜਾ ਫਿਰ 5 ਪਿਆਰਿਆਂ ਦਾ ਬਚਨ ਪੂਰਾ ਹੋ ਗਿਆ, ਹਜੇ ਤਾਂ ਬਹੁਤ ਅਧੂਰੇ ਕਾਰਜ ਪਏ ਐ, ਤੁਹਾਨੂੰ ਇੱਥੋਂ ਵੀ ਜਾਣਾ ਚਾਹੀਦਾ ਹੈ। ਅਜੇ ਕੀ ਹੋਇਆ, ਬਚਨ ਪੂਰਾ ਹੀ ਨਹੀਂ ਹੋਇਆ। ਕਹਿੰਦੇ ਫਿਰ ਹੁਣ ਕਰੀਏ ਤਾਂ ਕੀ ਕਰੀਏ। ਮਹਾਰਾਜ ਹੱਸ ਪਏ, ਕਹਿੰਦੇ 5 ਪਿਆਰਿਆਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਚੋਂ ਜਿਉਂਦੇ ਨਿਕਲ ਤਾਏ, ਹੁਣ ਪਤਾ ਨਹੀਂ ਕੀ ਕੁਛ ਕਰਨਾ ਪੈਣਾ। ਇੰਨੇ ਨੂੰ ਫਿਰ ਨਵੀ ਗਨੀ ਖਾਂ ਬੋਲੇ, ਕਹਿੰਦੇ ਮਹਾਰਾਜ ਅਸੀਂ ਤੁਹਾਨੂੰ ਇੱਥੋਂ ਵੀ ਬਚਾ ਕੇ ਕੱਢ ਸਕਦੇ ਹਾਂ। ਇੱਕ ਤਰੀਕਾ ਹੈ, ਉੱਚ ਦੇ ਪੀਰ ਬਣ ਜਾਓ, ਆਖੋ ਸਤਨਾਮ। ਫਿਰ ਇਹਨਾਂ ਦੀ ਸਲਾਹ ਮੰਨੀ ਮਹਾਰਾਜ ਨੇ, ਕਿਉਂਕਿ ਜਦੋਂ ਇੰਨਾ ਕੋਈ ਪਿਆਰ ਕਰੇ ਤੇ ਗੁਰੂ ਸਾਹਿਬ ਕਿੱਦਾਂ ਨਾ ਮੰਨਦੇ ਗੁਰੂ। ਫਿਰ ਇਹਨਾਂ ਨੇ ਕੀ ਕੀਤਾ, ਜਿਹੜਾ ਮਾਤਾ ਗੁਰਦੇਈ ਦਾ ਦਿੱਤਾ ਹੋਇਆ ਖੱਦਰ ਸੀ ਨਾ, ਇਹਨੂੰ ਕਹਿੰਦੇ ਨੀਲਾ ਰੰਗਵਾ ਲਓ। ਲਲਾਰੀ ਸੀ ਉੱਥੇ, ਉਹਦੇ ਕੋਲੇ ਗਏ ਨਵੀ ਖਾਂ, ਕਹਿੰਦੇ ਵੀ ਸਾਡੇ ਕੋਲੇ ਆ ਖੱਦਰ ਹੈ, ਇਹਨੂੰ ਨੀਲਾ ਰੰਗ ਚਾੜ ਦੇ। ਉਹ ਕਹਿੰਦਾ ਵੀ ਮੈਂ ਤਾਂ ਮੱਟ ਦੇ ਵਿੱਚ ਰੰਗ ਪਾ ਕੇ ਦੱਬਿਆ ਪਰਸੋਂ, ਅਜੇ 5 ਦਿਨਾਂ ਨੂੰ ਰੰਗ ਉੱਠੂ, ਕਿਉਂਕਿ ਹੁਣ ਤਾਂ ਦੇਖੋ ਸਟੋਪਾਂ ਤੇ ਜਾਂ ਗੈਸਾਂ ਤੇ ਰੰਗ ਜਦੀ ਉਬਾਲ ਦਿੰਦੇ ਆ। ਅੱਗੇ ਘੜੇ ਵਿੱਚ ਪਾ ਕੇ ਨਾ ਕਿੱਕਰ ਦੀਆਂ ਜੜਾਂ ਜਾਂ ਹੋਰ ਮਜੀਠਾ ਰੰਗ ਬਣਾਉਂਦੇ, ਉਹਨੂੰ ਦੱਬਦੇ, ਜਦੋਂ ਰੰਗ ਉਬਲ ਜਾਂਦਾ ਫੇਰ ਉਹ 'ਚ ਕੱਪੜੇ ਭਿਉਂਦੇ ਸੀ। ਕਹਿੰਦਾ 5 ਦਿਨਾਂ ਨੂੰ ਮੱਟ ਕੱਢੂ ਮੈਂ ਤਾਂ ਰੰਗ ਵਾਲਾ, ਫੇਰ ਰੰਗ ਚਾੜੂ। ਨਵੀ ਖਾਂ ਨੇ ਆ ਕੇ ਗੁਰੂ ਜੀ ਨੂੰ ਦੱਸਿਆ, ਮਹਾਰਾਜ ਗੱਲ ਆ ਹੈ, ਸਤਿਗੁਰ ਕਹਿੰਦੇ ਸਾਡਾ ਬਚਨ ਹੈ, ਉਹਨੂੰ ਕਹਿ ਮੱਟ ਹੁਣੇ ਹੀ ਕੱਢੇ, ਰੰਗੇ ਸਾਡਾ ਵਸਤਰ। ਜਦੋਂ ਫਿਰ ਨਵੀ ਖਾਂ ਨੇ ਜਾ ਕੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਆਏ ਹੋਏ ਐ, ਉਹਨਾਂ ਦਾ ਬਚਨ ਹੈ ਤੇਰਾ ਮੱਟ ਤਾਂ ਉਬਲਿਆ ਹੈ, ਉਬਲਿਆ ਪਿਆ, ਕਹਿੰਦੇ ਕੱਢ। ਜਦੋਂ ਉਹਨੇ ਕੱਢਿਆ, ਕੱਪੜੇ ਜਿਹੜੇ ਨੀਲੇ ਰੰਗਣੇ ਸੀ ਰੰਗ ਦੇ ਵਿੱਚ ਡੁਬੋ ਕੇ ਕੱਢੇ, ਇੰਨਾ ਸੋਹਣਾ ਰੰਗ ਚੜਿਆ। ਲਲਾਰੀ ਕਹਿੰਦਾ ਮੈਂ ਤਾਂ ਇਹੋ ਜਿਹਾ ਪਹਿਲਾਂ ਕਿਤੇ ਵੇਖਿਆ ਹੀ ਨਹੀਂ।
ऐसा केड़ा महापुरख फकीर आया मैं भी दर्शन करने। वो नीला रंग के ना खद्दर फिर ललारी नाल ही नवी गनी खान दे महाराज दे दर्शन करन गया। सतगुरु जी ने नमस्कार करके बह गया। गुरु जी नूं कहंदे लै भाई ललारीआ किन्नी माया दे दीए। कहंदा महाराज नहीं लैनी माया, मैं तो हैरान हाँ भी थोड़े बचना ना रंग ही बहुत सोहना चढ़िया। पातशाह कहंदे रंग सदा ही चढ़िया लै, जे भेटा नहीं ना लैंदा साडा बचना है ये मट डोली ना, इदां ही रख ली। जेड़ा भी सोचिया करेगा भी इदां दा रंग चढ़े कपड़े डबो दिया करी, ओहे जा रंग चढ़ जा कर। देखो प्यारिओ जेड़ा ललारी सी ना फिर जहे जा रंग सोच लिया करे, रंग ओहे जा कपड़ियां नूं चढ़ जा करे। हुण जदों खर्चा तो कोई नहीं, रंग चाढ़न वाले रंगाउण वाले तो पैसे ले लिया करे, ये तो थोड़े चिर च अमीर हो गया। किते दे रिश्तेदारां ने पुछ लिया इहदे घर वाली नूं भी असीं भी ललारी आ, मेहनत करदे आ, साडे तां इन्नी बरकत है नहीं। वो घर वाली ने दसता भी इत्थे सिखां दे गुरु आए सी, वो बचन कर गए सी भी मट डोलिओ ना, रंग आप ही चढ़ी चलिया करो। वो कहंदे ऐ करो फिर अद्धा क सानू भी दे दो। अद्धा जदों उन्हां नूं देण लगे रंग डुल गया, मुड़ के फिर वो गल नहीं बनी। आखो सतनाम। वो मट हजे भी हैगा गुरु, किते जाओ गुरुद्वारा चवारा साहिब, उथे वो मट अजे भी निशानी वजों संभाल के उस परिवार ने रखिया होया है। नबी गनी खान दे घर महाराज 2 दिन रहे, उथे भी गुरुद्वारा उच्च दा पीर बनया होया। फिर नबी गनी खान ने महाराज दे नीले वस्त्र आले दुआले लपेटते। जेड़े भाई दया सिंह सी, धर्म सिंह सी, मान सिंह सी, इन्हां नूं भी नीला खद्दर पहनाता। एक पलंग ले लिया गुरमुखो, चारे पावियां दे उत्ते मोर दे खंभ बन्नते ते गुरु गोबिंद सिंह महाराज जी दा दुमाला खोल के केस सी ना जेड़े फिर पिछे नूं छुट्टे, जिवें मुसलमानां दा हुंदा लिबास उदां दा बना लिया पूरा। 2-2 तस्बीहां हत्थां च पातियां। तस्बी वो माला नूं ही कहंदे, आपां माला कह दिंदे आ, मुसलमान तस्बी कहंदे आ। गुरु गल च 5-7 तस्बीहां पातियां, पलंग दे उत्ते बिठा लिया धन गुरु गोबिंद सिंह महाराज जी नूं। फिर 4 जाणियां ने पलंग चक्किया। नबी गनी खां तां मूहरे लगे गुरु, पिछे भाई मान सिंह, भाई धर्म सिंह ये लगे। चारे जाने पलंग चक के गुरु जी नूं तोर लिया ते जेड़े भाई दया सिंह सी ये फिर मोर दे खंभां दा चौर करदे जांदे। आखो सतनाम। माछीवाड़ा साहिब तो बाहर निकले गुरु, जदों 1.5 किलोमीटर अगे आए ना, शाम जे दा टाइम, मौके दा अफसर सी दलेल खां, उन्हें घेर लिया। कहंदा भी कौन किहदी सवारी जा रही है? नबी गनी खां कहंदे बेसहूरिया सलाम कर, तैनू नहीं पता ये उच्च दे पीर जा रहे हैं। असल विच ना उच्च एक पिंड दा नाम है गुरु। मुसलमान उथों दा जेड़ा पीर है जिथे भी जाऊ ओदा सत्कार करदे आ। जिवें अपने हरमंदर साहब दे हैड ग्रंथी साहब है, जथेदार साहब है, जिथे भी आउण जाण आपां सत्कार करदे आ। वो भी इसे तरह पीर दी पूजा करदे, सत्कार करदे। नबी गनी खां कहंदे उच्च वाले पीर ने। वो कहंदा फिर मुसलमानां दे तां मुच्छां कट्टियां हुंदियां, तां दाढ़ी मुछ वाले है, और रौला पा लिया। ते नबी गनी खां फिर कहंदे ये सीए मुसलमान है। ये मुसलमान भी 2 तरह दे आ गुरु। जेड़े तां मनदे आ ना मक्का शरीफ नूं, वो तां मुच्छां कट्टणगे। जेड़े सीए मुसलमान उच्च पिंड वाली गद्दी नूं मनदे आ, वो केस दाढ़ी रखदे आ। नबी गनी खां कहंदे सीए मुसलमान है, तैनू नहीं पता?
ਦਲੇਲ ਖਾਂ ਕਹਿੰਦਾ ਮੈਨੂੰ ਕੀ ਪਤਾ, ਮੈਂ ਨਹੀਂ ਕਿਤੇ ਦਰਸ਼ਨ ਕੀਤੇ, ਕੋਈ ਇਹੋ ਜਿਹਾ ਪੀਰ ਦੱਸੋ ਜਿਹੜਾ ਗਵਾਹੀ ਦੇ ਸਕੇ ਵੀ ਇਹ ਬਾਕੀ ਉੱਚ ਦੇ ਪੀਰ ਹੈ। ਫਿਰ ਗੁਰੂ ਜੀ ਬੋਲੇ, ਕਹਿੰਦੇ ਨੂਰਪੁਰ ਵਾਲੇ ਸੈयद ਅਨੈਤ ਖਾਨ ਨੂੰ ਬੁਲਾ ਲਓ, ਸਾਡਾ ਜਾਣੂ ਹੈ। ਸੈयद ਅਨੈਤ ਖਾਨ ਨੂਰਪੁਰ ਵਾਲੇ ਨੂੰ ਜਦੋਂ ਬੁਲਾਇਆ ਵੀ ਦੇਖੋ ਇਹ ਉੱਚ ਦੇ ਪੀਰ ਹੈ, ਉਹ ਜਦੋਂ ਆਇਆ ਤੇ ਆ ਕੇ ਸੈयद ਨੇ ਪਛਾਣ ਤਾਂ ਲਿਆ ਵੀ ਇਹ ਗੁਰੂ ਗੋਬਿੰਦ ਸਿੰਘ ਹੈ, ਪਰ ਉੱਥੇ ਸਾਫ਼ ਕਹਿਤਾ, ਕਹਿੰਦਾ ਹਾਂਜੀ ਇਹ ਉੱਚ ਦੇ ਪੀਰ ਹੈ। ਅਫਸਰ ਦਲੇਲ ਖਾਂ ਕਿੱਥੇ ਮੰਨਣ ਵਾਲਾ ਸੀ, ਉਹ ਕਹਿੰਦਾ ਇਹ ਤਾਂ ਤੁਹਾਡਾ ਜਾਣੂ ਹੋ ਸਕਦਾ, ਅਸੀਂ ਆਪਦੀ ਮਰਜ਼ੀ ਨਾਲ ਕੋਈ ਬੁਲਾਵਾਂਗੇ। ਫਿਰ ਉਹਨਾਂ ਨੇ ਗੁਰਮੁਖ ਪਿਆਰਿਓ ਸੈयद ਹਸਨ ਅਲੀ ਮੋਠੂ ਮਾਜਰੇ ਦਾ ਹੋਇਆ, ਉਹਨੂੰ ਬੁਲਾਇਆ, ਉਹਨੇ ਵੀ ਆ ਕੇ ਬਹੁਤ ਉਪਮਾ ਕੀਤੀ, ਕਹਿੰਦਾ ਇਹ ਤਾਂ ਪੀਰਾਂ ਦੇ ਪੀਰ ਹੈ। ਤੇ ਦਲੇਲ ਖਾਂ ਕਹਿੰਦਾ ਚਲੋ ਸ਼ੁਕਰ ਹੈ ਜੇ ਉੱਚ ਦੇ ਪੀਰ ਇੱਥੇ ਆਏ ਨੇ, ਇਹ ਤਾਂ ਬਾਲਾ ਹੀ ਵਧੀਆ ਮੌਕਾ ਮਿਲ ਗਿਆ, ਫਿਰ ਅਸੀਂ ਹੁਣ ਭੁੱਲ ਬਖਸ਼ਾ ਲਈਏ, ਇਹਨਾਂ ਨੂੰ ਰੋਕਿਆ ਅਸੀਂ ਤਾਂ ਸੇਵਾ ਕਰਾਂਗੇ ਇਹਨਾਂ ਦੀ। ਇੱਕ ਹੋਰ ਪੀਰ ਨੂੰ ਵੀ ਬੁਲਾਇਆ ਸੀ, ਕਾਜੀ ਪੀਰ ਮੁਹੰਮਦ ਸਲੋਹ ਪਿੰਡ ਵਾਲਾ, ਪਰ ਉਹ ਬਜ਼ੁਰਗ ਸੀ, ਉਹ ਕਹਿੰਦਾ ਮੈਂ ਹੁਣ ਨਹੀਂ ਜਾ ਸਕਦਾ, ਹਨੇਰਾ ਹੋਇਆ, ਮੈਂ ਤਾਂ ਤੜਕੇ ਆ ਸਕਦਾ। ਅਫਸਰ ਦਲੇਲ ਖਾਂ ਕਹਿੰਦਾ ਇਹਨਾਂ ਨੂੰ ਇੱਥੇ ਰਾਤ ਰੋਕ ਕੇ ਰੱਖੋ, ਅੱਡ ਤੰਬੂ 'ਚ ਬੰਦ ਕਰਤੇ। ਕਹਿੰਦੇ ਹੁਣ ਸਾਥੋਂ ਜਿਹੜੀ ਗਲਤੀ ਹੋਈ ਹੈ ਇਹਦੀ ਦਿਓ ਮਾਫੀ, ਆਹ ਲਓ ਖਾਣਾ ਦਾਣਾ ਤਿਆਰ ਹੈ, ਛਕ ਲਓ। ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਾਸ ਬਾਟਿਆਂ 'ਚ ਪਾ ਕੇ ਦੇਤਾ ਗੁਰੂ। ਕਹਿੰਦੇ ਜੇ ਉੱਚ ਦਾ ਪੀਰ ਹੈ ਫਿਰ ਛਕੇ। ਨਬੀ ਗਨੀ ਖਾਨ ਨੇ ਫੇਰ ਵਕਤ ਵਿਚਾਰਿਆ, ਕਹਿੰਦੇ ਉੱਚ ਦੇ ਪੀਰ ਦੇ ਤਾਂ ਰੋਜੇ ਰੱਖੇ ਹੋਏ, ਇਹ ਧਨ ਪਾਣੀ ਮੂੰਹ ਨੂੰ ਨਹੀਂ ਲਾਉਂਦੇ। ਦਲੇਲ ਖਾਂ ਕਹਿੰਦਾ ਜੇ ਪੀਰ ਦੇ ਰੋਜੇ ਰੱਖੇ ਆ, ਬਾਕੀਆਂ ਦੇ ਤਾਂ ਨਹੀਂ ਰੱਖੇ, ਬਾਕੀ ਤਾਂ ਛਕਣ। ਹੁਣ ਨਬੀ ਗਨੀ ਖਾਨ ਤਾਂ ਸੀਗਾ ਹੀ ਮੁਸਲਮਾਨ, ਉਹ ਤਾਂ ਜਦੇ ਹੀ ਲੱਗ ਗਏ ਛਕਣ, ਗੁਰੂ ਬਾਟੇ ਭਰੇ ਹੋਏ। ਤੇ ਪਿਆਰੇ ਦਇਆ ਸਿੰਘ ਤੇ ਧਰਮ ਸਿੰਘ ਮਾਨ ਸਿੰਘ ਕਹਿੰਦੇ ਮਹਾਰਾਜ ਤੁਸੀਂ ਤਾਂ ਬਚ ਗਏ, ਅਸੀਂ ਤਾਂ ਫਸ ਗਏ ਨਾ ਕਸੂਰ ਤੇ। ਹੁਕਮਨਾਮਿਆਂ ਵਿੱਚ ਤੁਸੀਂ ਕਿਹਾ ਵੀ ਪੁੱਠਾ ਨਹੀਂ ਖਾਣਾ, ਹਲਾਲ ਕੀਤਾ ਮਾਸ ਨਹੀਂ ਖਾਣਾ, ਇਹ ਤਾਂ ਹੁਣ ਲਿਆਈ ਉਹ ਹੈ, ਹੁਣ ਕੀ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਵੀ ਯਾਦ ਰੱਖੋ, ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ। ਆ ਜਿਹੜੇ ਮੋਢਿਆਂ ਤੇ ਚੱਕੀ ਫਿਰਦੇ ਆ ਨਬੀ ਗਨੀ ਖਾਂ ਵਰਗੇ, ਇਹਨਾਂ ਦੀ ਬਦਨਾਮੀ ਨਾ ਕਰਾਓ, ਇਹਨਾਂ ਦੀ ਵੀ ਆਪਾਂ ਨੂੰ ਹੁਣ ਰੱਖਣੀ ਪੈਣੀ। ਕੋਈ ਨਹੀਂ, ਕਿਰਪਾਨ ਭੇਂਟ ਕਰਕੇ ਛਕ ਲੋ। ਕਹਿੰਦੇ ਉੱਥੇ ਗੁਰਦੁਆਰਾ ਬਣਿਆ ਕਿਰਪਾਨ ਭੇਂਟ, ਕਈ ਕਰਦ ਭੇਟ ਵੀ ਕਹਿੰਦੇ ਆ। ਛੋਟੀਆਂ ਕਿਰਪਾਨਾਂ ਗਾਤਰੇ ਪਾਈਆਂ ਹੋਈਆਂ ਸੀ। ਜਦੋਂ ਦਇਆ ਸਿੰਘ ਲੱਗੇ ਕਿਰਪਾਨ ਭੇਂਟ ਕਰਨ, ਦਲੇਲ ਖਾਂ ਕਹਿੰਦਾ ਹਾਂ ਕੀ ਕਰਦੇ ਹੋ। ਨਬੀ ਗਨੀ ਖਾਂ ਫੇਰ ਕਹਿੰਦੇ ਇਹ ਹੁਣ ਸੀਏ ਮੁਸਲਮਾਨਾਂ 'ਚ ਮਰਿਆਦਾ ਬਣੀ ਹੈ, ਅੱਜ ਤੋਂ ਜੋ ਵੀ ਛਕਣਾ ਹੈ ਇਹ ਕਰਦ ਭੇਟ ਕਰਕੇ ਛਕਦੇ ਆ। ਉਹ ਕਰਦ ਭੇਟ ਤਾਂ ਕਿਹਾ ਜਾਂਦਾ ਸੀ। ਹੁਣ ਇੱਥੇ ਇੱਕ ਬੇਨਤੀ ਕਰਾਂ, ਗੁਰੂ ਨਾਨਕ ਮਹਾਰਾਜ ਵੇਲੇ ਆ ਕੜਾਹ ਪ੍ਰਸ਼ਾਦ ਦੀ ਦੇਗ ਮਿਲੀ ਸੀ ਆਪਾਂ ਨੂੰ। ਕਈ ਨਾ ਸਵਾਲ ਕਰਦੇ ਆ ਵੀ ਕੜਾਹ ਪ੍ਰਸ਼ਾਦ ਬਾਰੇ ਜਰੂਰ ਦੱਸੋ ਜੀ, ਕਿੱਥੋਂ ਆਇਆ, ਕਿਵੇਂ ਆਇਆ। ਇਹ ਪਹਿਲਾਂ ਨਹੀਂ ਸੀ ਹੁੰਦਾ ਗੁਰੂ। ਜਦੋਂ ਗੁਰੂ ਨਾਨਕ ਦੇ ਮਹਾਰਾਜ ਗਏ ਬਗਦਾਦ, ਉੱਥੋਂ ਦੇ ਪੀਰ ਨੇ ਸ਼ੰਕਾ ਕੀਤਾ ਸੀ ਵੀ ਤੁਸੀਂ ਤਾਂ ਕਹਿੰਦੇ ਹੋ ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਗਾਸ, ਤੇ ਸਾਡੇ ਤਾਂ ਮੁਹੰਮਦ ਸਾਹਿਬ ਨੇ 7 ਪਤਾਲ ਦੱਸੇ ਆ, 7 ਆਕਾਸ਼ ਦੱਸੇ ਆ, 14 ਤਬਕ ਦੱਸੇ ਨੇ, ਤੁਸੀਂ ਲੱਖਾਂ ਕਹਿਤਾ। ਸਤਿਗੁਰ ਕਹਿੰਦੇ ਜਿਹਨੂੰ ਜਿੰਨਾ ਕੁ ਪਤਾ ਹੁੰਦਾ ਉਹਨੇ ਉਨੀ ਹੀ ਗੱਲ ਕਰਨੀ ਹੈ। ਮੁਹੰਮਦ ਸਾਹਿਬ ਨੂੰ 14 ਦਾ ਪਤਾ ਸੀ, 14 ਕਹਿ ਗਏ, ਸਾਨੂੰ ਲੱਖਾਂ ਦਾ ਪਤਾ ਹੈ। ਕਹਿੰਦਾ ਮੈਂ ਕਿਵੇਂ ਮੰਨਾਂ। ਸਤਿਗੁਰ ਕਹਿੰਦੇ ਆ ਜਾ ਦਰਸ਼ਨ ਕਰਾ ਲਿਆਉਂਦੇ ਆ। ਪੀਰ ਕਹਿੰਦਾ ਮੈਂ ਤਾਂ ਬਜ਼ੁਰਗ ਆ, ਉਹਨੂੰ ਆਏ ਸੀ ਵੀ ਖਬਰੇ ਬਾਬਾ ਤੋਰ ਕੇ ਲਿਜਾਊਗਾ ਇੰਨੀ ਦੂਰ। ਕਹਿੰਦਾ ਮੈਂ ਤਾਂ ਬਜ਼ੁਰਗ ਆ, ਮੇਰੇ ਬੇਟੇ ਨੂੰ ਨਾਲ ਲੈ ਜਾਓ। ਸਤਿਗੁਰ ਕਹਿੰਦੇ ਤੈਨੂੰ ਯਕੀਨ ਹੈਗਾ ਵੀ ਇਹ ਸੱਚ ਕਹੂ ਤੇ ਤੂੰ ਮੰਨੇਗਾ। ਕਹਿੰਦਾ ਹਾਂਜੀ। ਫਿਰ ਭਾਈ ਗੁਰਦਾਸ ਜੀ ਲਿਖ ਗਏ, ਕਹਿੰਦੇ ਨਾਲ ਲੀਤਾ ਬੇਟਾ ਪੀਰ ਦਾ। ਪੀਰ ਦੇ ਬੇਟੇ ਨੂੰ ਨਾਲ ਲਿਆ
ਬਾਂਹ ਫੜੀ ਅੱਖ ਦੇ ਫੁਰਕੇ ਵਿੱਚ ਗੁਰਮੁਖੋ ਲੱਖਾਂ ਹੀ ਪਤਾਲ ਤੇ ਲੱਖਾਂ ਆਕਾਸ਼ ਦਿਖਾਏ ਸੀ। ਇੱਕ ਥਾਂ ਤੇ ਸਤਸੰਗ ਹੋ ਰਿਹਾ ਸੀ। ਸਤਸੰਗ ਹੋ ਰਿਹਾ ਸੀ। ਮਹਾਰਾਜ ਕਹਿੰਦੇ ਆ ਜਾ ਤੈਨੂੰ ਰੱਬ ਦੀ ਦਰਗਾਹ ਵੀ ਦਿਖਾ ਦਈਏ। ਇਹ ਰੱਬ ਦੀ ਦਰਗਾਹ ਵਿੱਚ ਪ੍ਰਸ਼ਾਦ ਵਰਤਦਾ ਸੀ। ਉਥੋਂ ਫਿਰ ਇਹ ਕੜਾਹ ਪ੍ਰਸ਼ਾਦ ਦਾ ਕੌਲ ਭਰ ਕੇ ਪੀਰ ਦੇ ਬੇਟੇ ਨੂੰ ਦਵਾਇਆ ਸੀ। ਮਹਾਰਾਜ ਕਹਿੰਦੇ ਤੇਰੇ ਬਾਪ ਨੂੰ ਯਕੀਨ ਆ ਜੂ, ਇਹ ਦਰਗਾਹੀ ਚੀਜ਼ ਹੈ। ਜੇ ਦੰਦ ਨਹੀਂ ਹੈਗੇ ਤਾਂ ਵੀ ਚੱਬਣ ਦੀ ਲੋੜ ਨਹੀਂ, ਆਪੀ ਲੰਘ ਜਾਂਦੀ ਹੈ। ਬਜ਼ੁਰਗ ਖਾ ਲੇ, ਬੱਚਾ ਖਾ ਲੇ, ਮਰਿਆਦਾ ਨਾ ਬਣਾਈ ਹੋਵੇ ਦੇਗ। ਆ ਜਿਹੜੇ ਕਹਿੰਦੇ ਆ ਨਾ ਮਿੱਠਾ ਖਾ ਕੇ ਸ਼ੂਗਰ ਹੁੰਦਾ ਹੈ, ਜੇ ਮਰਿਆਦਾ ਨਾ ਬਣਾਈ ਹੈ ਦੇਗ ਨਾਲ ਕਦੇ ਸ਼ੂਗਰ ਨਹੀਂ ਹੋਊਗਾ। ਆਖੋ ਸਤਨਾਮ। ਇਹ ਤਾਂ ਗੁਰਮੁਖੋ ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਨੀ ਨਾ। ਕਈ ਹੋਰਾਂ ਮੰਗਰ ਲੱਗ ਕੇ ਨਾ ਕਹਿੰਦੇ ਇਸ ਤਾਂ ਦੇਗ ਹੀ ਨਹੀਂ ਲੈਂਦੇ, ਜਾਂ ਲੈ ਲੈਣਗੇ ਬਾਹਰ ਜਾ ਕੇ ਕੁੱਕਰਾਂ ਮੂਹਰੇ ਸਿੱਟ ਦਿੰਦੇ ਆ। ਇਹ ਬੇਅਦਬੀ ਨਾ ਕਰਿਆ ਕਰੋ ਗੁਰੂ। ਇਹ ਧੁਰ ਦਰਗਾਹ ਚੋਂ ਆਈ ਹੋਈ ਚੀਜ਼ ਹੈ। ਉਦੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਕੜਾਹ ਪ੍ਰਸ਼ਾਦ ਦੀ ਮਰਿਆਦਾ ਤੋਰੀ। ਗੁਰੂ ਅਰਜਨ ਦੇਵ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੱਕ ਭੋਗ ਲਵਾਉਣ ਵੇਲੇ ਪੰਜਾ ਲਾਉਂਦੇ ਸੀ ਮਹਾਰਾਜ। ਉਦੋਂ ਬਾਅਦ ਤੀਰ ਦਾ ਭੋਗ ਲੱਗਦਾ ਰਿਹਾ। ਆ ਜਿਹੜੀ ਹੁਣ ਕਿਰਪਾਨ ਭੇਂਟ ਕਰਦੇ ਆ, ਇਹ ਮਾਛੀਵਾੜਾ ਸਾਹਿਬ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਜਿੱਥੇ ਰੋਕਿਆ ਸੀ ਨਾ, ਉੱਥੋਂ ਸਭ ਤੋਂ ਪਹਿਲਾਂ ਕਿਰਪਾਨ ਭੇਂਟ ਹੋਈ ਸੀ। ਉੱਥੋਂ ਮਰਿਆਦਾ ਬਣੀ ਆ। ਆਖੋ ਸਤਨਾਮ। ਸਤਿਗੁਰ ਕਹਿੰਦੇ ਹੁਣ ਜੋ ਵੀ ਛਕਣਾ ਕਿਰਪਾਨ ਭੇਂਟ ਕਰਕੇ ਹੀ ਛਕਣਾ। ਉੱਥੇ ਫਿਰ ਪ੍ਰਸ਼ਾਦ ਦਾ ਪਾਣੀ ਛਕਿਆ। ਕਹਿੰਦੇ ਨੇ ਸਾਰੀ ਰਾਤ ਕੱਟੀ ਉੱਥੇ ਨਾਲ ਮੌਜ ਦੇ, ਅੱਖਾਂ ਵਿੱਚ ਘੱਟਾ ਪਾ ਕੇ ਸ਼ਾਹੀ ਫੌਜ ਦੇ। ਸਵੇਰ ਨੂੰ ਕਾਜੀ ਪੀਰ ਮੁਹੰਮਦ ਸਲੋਹ ਪਿੰਡ ਦੇ ਆ ਗਏ ਤੇ ਕੁਦਰਤ ਐਸੀ ਬਣੀ, ਦਲੇਲ ਖਾਂ ਨੇ ਆਪ ਬੁਲਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਬਚਪਨ ਵਿੱਚ ਪੀਰ ਮੁਹੰਮਦ ਸਲੋਹ ਵਾਲੇ ਤੋਂ ਫਾਰਸੀ ਪੜ੍ਹੀ ਸੀ। ਉਹ ਸ਼ਰਧਾ ਰੱਖਦਾ ਸੀ। ਉਹ ਤਾਂ ਆ ਕੇ ਅਫਸਰ ਦਲੇਲ ਖਾਂ ਦੇ ਕਹੇ ਮੁਤਾਬਕ ਜਦੋਂ ਮਹਾਰਾਜ ਨੂੰ ਦੇਖਿਆ, ਦਲੇਲ ਖਾਂ ਨਾਲ ਲੜੀ ਪਿਆ। ਕਹਿੰਦਾ ਉਹ ਬੇਸਹੂਰਿਆ, ਨਰਕਾਂ ਨੂੰ ਜਾਏਗਾ। ਐਡੇ ਵੱਡੇ ਪੀਰਾਂ ਦੇ ਪੀਰ ਤੂੰ ਇਹਨਾਂ ਨੂੰ ਸਾਰੀ ਰਾਤ ਰੋਕ ਕੇ ਰੱਖਿਆ। ਸਲਾਮ ਕਰ। ਪੀਰ ਤਾਂ ਆਪਣੀ ਮੌਜ ਵਿੱਚ ਫਿਰ ਰਹੇ ਆ। ਫਿਰ ਉਹਨੇ ਗੁਰਮੁਖੋ ਕਹਿੰਦੇ ਮੋਹਰਾਂ ਭੇਟਾ ਕੀਤੀਆਂ। ਅਸਲ ਵਿੱਚ ਇਹ ਚਮਕੌਰ ਸਾਹਿਬ ਵੀ ਸੀਗਾ। ਜੋ 10 ਲੱਖ ਸੈਨਾ ਇਕੱਠੀ ਹੋਈ ਉੱਥੇ ਵੀ ਸੀ। ਉੱਥੇ ਸੁੱਖ ਸੁਖਦਾ ਸੀ। ਕਹਿੰਦਾ ਜੇ ਇੱਥੋਂ ਜਾਨ ਬਚਾ ਕੇ ਨਿਕਲ ਗਏ ਮੈਂ ਮੋਹਰਾਂ ਚੜਾਉਂਗਾ। ਉਹੀ ਮੋਹਰਾਂ ਫਿਰ ਇੱਥੇ ਭੇਟਾ ਕੀਤੀਆਂ। ਆਖੋ ਸਤਨਾਮ। ਮੋਹਰਾਂ ਭੇਟਾ ਕੀਤੀਆਂ। ਗੁਰਮੁਖ ਪਿਆਰਿਓ ਦਿਨ ਚੜੇ ਜ਼ਾਲਮਾਂ ਨੇ ਵਿਦਿਆ ਕਰੇ, ਦੇ ਕੇ ਕਾਰ ਭੇਟਾ ਸੀਸ ਚਰਨੀ ਤਲੇ। ਕੁਛ ਖਾਣਾ ਨਾਲ ਦੇਤਾ। ਕਹਿੰਦੇ ਵੀ ਯਾਰ ਲੈ ਜੋ ਰਾਹ ਚ ਖਾ ਲਿਓ। ਹੁਣ ਉਹ ਸੀ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਮਾਸ। ਅੱਜ ਇੱਥੇ ਮਹਿਦਿਆਣਾ ਸਾਹਿਬ ਜਾਂਦੇ ਹੋ ਨਾ, ਇੱਥੇ ਢਾਬ ਹੁੰਦੀ ਸੀ ਪਹਿਲਾਂ ਪਾਣੀ। ਇੱਥੇ ਜਦੋਂ ਮਹਾਰਾਜ ਆਏ ਉਹ ਢਾਬ ਦੇ ਕਿਨਾਰੇ ਨਾਲੇ ਤਾਂ ਬਹਿ ਗਏ, ਜਲ ਪਾਣੀ ਛਕਿਆ, ਇਸ਼ਨਾਨ ਕੀਤਾ ਤੇ ਨਾਲੇ ਉਹ ਖਾਣਾ ਫਿਰ ਖੋਲ ਕੇ ਦੇਖਿਆ। ਜਿਹੜਾ ਖਾਣਾ ਸਿੱਖ ਸੀ ਲਿਆਏ ਨਾਲ ਦੇ, ਦੇਖਿਆ ਜਾਂ ਖੋਲ ਕੇ ਕਿਨਾਰੇ ਤਾਲ ਦੇ, ਬਣਿਆ ਪ੍ਰਸ਼ਾਦ ਪਿਆ 3 ਮੇਲ ਦਾ, 5ਵੇਂ ਚੌਵੇਂ ਨਾ ਮੁਸ਼ਕ ਤੇਲ ਦਾ। 3 ਮੇਲ ਦਾ ਪ੍ਰਸ਼ਾਦ ਬਣਿਆ ਪਿਆ। ਫਿਰ ਇੱਥੇ ਸਾਰਿਆਂ ਨੇ ਛਕਿਆ। ਗੁਰੂ ਕੱਟਿਆ ਦਰਖਤ ਹੇਠ ਸੀ ਦੁਪਹਿਰੇ ਨੂੰ, ਉੱਥੇ ਹੁਣ ਇਕੱਠ ਹੁੰਦਾ ਹੈ ਦੁਸ਼ਹਿਰੇ ਨੂੰ। ਆਖੋ ਸਤਨਾਮ। ਇਸ ਤਰ੍ਹਾਂ ਗੁਰਮੁਖ ਪਿਆਰਿਓ ਉੱਚ ਦਾ ਪੀਰ ਬਣੇ ਹੋਏ ਪਲੰਗ ਦੀ ਸਵਾਰੀ ਕਰਕੇ ਸਤਿਗੁਰ ਤੁਰੇ ਆਉਂਦੇ। ਇਤਿਹਾਸ ਲੰਬਾ ਨਾ ਕਰਾਂ ਕਿਉਂਕਿ ਸਮਾਂ ਆਪਣੇ ਕੋਲੇ ਥੋੜਾ ਹੈ। ਕਈ ਥਾਵਾਂ ਤੋਂ ਹੁੰਦੇ ਹੋਏ ਮਹਾਰਾਜ ਕਨੇਚ ਪਿੰਡ ਆਉਂਦੇ ਆ, ਸਾਹਨੇਵਾਲ ਵੀ ਆਏ ਨੇ। ਚਲਦੇ ਚਲਦੇ ਇੱਥੇ ਨੇੜੇ ਦੀ ਹੁਣ ਗੱਲ ਕਰ ਲਈਏ, ਆਲਮਗੀਰ ਆਏਗਾ। ਜਦੋਂ ਆਲਮਗੀਰ ਸਤਿਗੁਰੂ ਆਏ, ਕਹਿੰਦੇ ਇੱਕ ਬਜ਼ੁਰਗ ਮਾਈ ਮਿਲੀ ਗੁਰੂ। ਪਲੰਗ ਦੇ ਉੱਤੇ ਮਹਾਰਾਜ ਉੱਚ ਦੇ ਪੀਰ ਬਣੇ ਹੋਏ,
चौहां जाणिਆਂ ने पलंग चुक्या। बजुर्ग माता मिली, सतगुर कहंदे माई सानू छकण वास्ते जल चाहिए, पानी दस कित्थे है। उन्हें कोई पीर समझ के मत्था टेकिया, क्योंकि ज्यादातर आ एरिए च पीर बहुत हुंदे सी। बजुर्गां नूं तां पता है सतलुज दा एरिया सारा, सतलुज बहुत लंबा चौड़ा वगदा सी। ये तां जदों गुरु नानक पातशाह आए सी ना लुधियाणे, इत्थों दे वासियां ने बेनती कीती सी, महाराज सतलुज दे विच जदों हड़ आ जांदा रोड़ के लै जांदा सब कुछ, साडा तां पानी बहुत नुकसान करदा है। इत्थे गऊआं नूं वढदे हुंदे, आरा लग्या हुंदा सी। महाराज कहंदे तुसीं गऊआं नूं वढना छड्ड दो, सतलुज तुहाडा नुकसान नहीं करू, इत्थे ताके सतलुज बुढ़ा होके वगू। आखो सतनाम। उदों बाद फिर पानी दी मार घटी गुरमुखो। उदों तां टिब्बे हुंदे, जंगल बियाबान हुंदा, किते किते कोई पिंड हुंदा सी। सानेवाल जदों आए महाराज कहंदे भाई ऐ करो पंचायत नूं लियाओ बुला के। इकट्ठे होके ना गए, एक एक दो दो जाने जाई जान। महाराज कहंदे की गल भाई पंचायत नहीं आई? कहंदे जी पंचायत है नहीं। सतगुर कहंदे होवेगी भी नहीं। दो थां है, एक तां जैतो, उत्थे भी बचन कीता सी जैतो बिन पंचायतो, एक सानेवाल। इत्थे कहंदे आपदे पिंड दे पतवंतियां दी पंचायत नहीं बनदी। आखो सतनाम। चलो खेडां तां बहुत वरताईयां, पर जो बेनती कर रहे हैं, आलमगीर महाराज आए माई नूं कहंदे माई जल छकना, पानी दस कित्थे है। ते उस वेले माता ने कहा, कहन लगी पीर जी, साईं दे प्यारे फकीर जी, ओ सामने एक खूह है, उत्थे पानी पीण नूं मिलूगा, पर माड़ा जा ख्याल ना जाओ, उत्थे अजगर सप रहिंदा बहुत वड्डा, जेड़ा भी जांदा लड़ी जांदा ओदे। गुरु साहब ने कहंदे तीर चलाया, गुरु चलाया तीर, अजगर दे वज्जिया। जदों भाई दया सिंह जी गए जल लैण, ओ गाहां खूह दे विच डिग्गिया पिया। आके कहंदे महाराज पानी तां गंदा हो गया, वो तां पीण जोग नहीं, अजगर दा लहू सारा विच मिल गया पानी। कुछ होर उपराला करो। माई देखी जाती है, सतगुर ने दूजा तीर फेर मारिया ते धरती चो जल कढ़िया सी। नाले तां आप छकिया, नाले सिखां सेवकां नूं छकाया। जदों माई ने देखिया ना भी ये तां कोई बहुत करनी वाला फकीर है, जिहदे तीर मारन नाल थल्ले तो जल निकलिया। माई तां जदी महाराज दे चरनी डिग पी, कहंदी साईं दे प्यारे रब दे फकीर, धरती चों पानी कढ सकदा, मेरे ते भी किरपा कर दे। महाराज कहंदे माई दस की चाहीदा है? कहंदी मैनूं तां कोढ़ दा रोग होया वा, किरपा करो राजी कर दो। सतगुर कहंदे आ जेड़ा जल निकलिया पड़दा करके इशनान कर लै, जेड़ा भी शरधा नाल इत्थे इशनान करू ओदा कोढ़ हट जा करू। आखो सतनाम। इत्थे फिर सतगुर कुछ समा रहे। महाराज ने खेडां ऐसियां वरताइयां, मेरे दाता जी तेरियां रचाइयां खेडां सारियां, मेरे दाता जी तेरियां रचाइयां खेडां सारियां, दाता जी तेरियां रचाइयां खेडां सारियां, मेरे दाता जी तेरियां रचाइयां खेडां सारियां, मेरे दाता जी तेरियां रचाइयां खेडां सारियां, मेरे दाता जी तेरियां रचाइयां खेडां सारियां, मेरे
ਵਰਤਾਈਆਂ ਗੁਰਮੁਖੋਂ ਧਰਤੀ ਚੋਂ ਜਲ ਕੱਢਿਆ। ਇੱਥੇ ਫਿਰ ਜਦੋਂ ਸਿੱਖ ਸੰਗਤ ਨੂੰ ਪਤਾ ਲੱਗਿਆ, ਆਏ ਕਈ ਦਰਸ਼ਨ ਕਰਨ ਗੁਰੂ, ਜਿਹੜੇ ਭਾਈ ਮਨੀ ਸਿੰਘ ਜੀ ਹੋਏ ਆ, ਉਹਨਾਂ ਦਾ ਭਰਾ ਭਾਈ ਨਗਾਈਆ, ਉਹਨੂੰ ਪਤਾ ਲੱਗਿਆ ਤੇ ਉਹਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਿਰ ਇੱਥੇ ਆਲਮਗੀਰ ਦਰਸ਼ਨ ਕੀਤੇ ਸੀ। ਉੱਚ ਦਾ ਪੀਰ ਪਾਤਸ਼ਾਹ ਬਣੇ ਹੋਏ, ਨੀਲਾਂਬਰੀ ਬਾਣਾ ਪਹਿਨਿਆ ਹੋਇਆ, ਪਲੰਗੇ ਤੇ ਸਜੇ ਬੈਠੇ। ਆ ਕੇ ਭਾਈ ਨਗਾਈਆ ਜੀ ਨੇ ਨਾਲੇ ਤਾਂ ਦੁੱਖ ਸੁੱਖ ਸਾਂਝਾ ਕੀਤਾ, ਕਿੱਡੇ ਭਿਆਨਕ ਸਮੇਂ ਚੋਂ ਮਹਾਰਾਜ ਤੁਸੀਂ ਲੰਘੇ, ਉੱਚ ਦੇ ਪੀਰ ਬਣ ਰਹੇ ਹੋ, ਮੇਰੇ ਵੱਲੋਂ ਮਹਾਰਾਜ ਇੱਕ ਸੇਵਾ ਹੈ, ਪ੍ਰਵਾਨ ਕਰ ਲਓ। ਸਤਿਗੁਰ ਕਹਿੰਦੇ ਕੀ? ਘੋੜਾ ਸੀ ਬਹੁਤ ਸੋਹਣਾ, ਭਾਈ ਨਗਾਈਆ ਜੀ ਨੇ ਫਿਰ ਇਹਨੂੰ ਘੋੜਾ ਭੇਟ ਕੀਤਾ। ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦਾ, ਮਹਾਰਾਜ ਘੋੜਿਆਂ ਦੀ ਸਵਾਰੀ ਕਰਨ ਵਾਲਿਓ ਤੁਸੀਂ ਆ ਲਓ। ਮਿਲਿਆ ਮਨੀ ਸਿੰਘ ਦਾ ਭਾਈ ਨਗਾਈਆ, ਘੋੜਾ ਸਤਿਗੁਰ ਨੂੰ ਭੇਂਟ ਕਰਤਾ। ਮਹਾਰਾਜ ਫਿਰ ਇੱਥੋਂ ਘੋੜੇ ਦੀ ਸਵਾਰੀ ਕਰਦੇ, ਜਿਹੜਾ ਪਲੰਗ ਸੀ ਉਹ ਇੱਥੇ ਛੱਡਤਾ। ਹੁਣ ਵੀ ਤੁਸੀਂ ਤਾਂ ਨੇੜੇ ਦੇ ਦਰਸ਼ਨ ਕਰਦੇ ਹੋਵੋਗੇ, ਭੋਰਾ ਸਾਹਿਬ ਦੇ ਵਿੱਚੋਂ ਪਲੰਗ ਅਜੇ ਵੀ ਪਿਆ ਗੁਰੂ ਜੀ ਤੇ ਉੱਚ ਦਾ ਪੀਰ ਬਣ ਕੇ ਆਈ ਸੀ। ਪਲੰਗ ਇੱਥੇ ਛੱਡ ਕੇ ਸੇਵਕ ਦੇ ਘਰ ਆਪ ਸਤਿਗੁਰ ਘੋੜੇ ਦੀ ਸਵਾਰੀ ਕਰਦੇ ਆ ਤੇ ਨਵੀ ਗਨੀ ਖਾਨ ਇੱਥੋਂ ਫਿਰ ਵਾਪਸ ਮੋੜਤਾ ਸੀ ਗੁਰੂ। ਨਾਲੇ ਹੁਕਮਨਾਮਾ ਲਿਖ ਕੇ ਦਿੱਤਾ, ਕੁਛ ਨਿਸ਼ਾਨੀ ਵਜੋਂ ਸ਼ਸਤਰ ਦਿੱਤੇ। ਹੁਕਮਨਾਮੇ ਦੇ ਉੱਤੇ ਲਿਖਿਆ ਸੀ ਵੀ ਇਹਨਾਂ ਦੋਵੇਂ ਭਰਾਵਾਂ ਨੇ ਸਾਡੀ ਔਖੇ ਵੇਲੇ ਬਹੁਤ ਮਦਦ ਕੀਤੀ, ਸੇਵਾ ਕੀਤੀ। ਸਿੱਖ ਸੰਗਤ ਇਹਨਾਂ ਦਾ ਸਤਿਕਾਰ ਬਰਕਰਾਰ ਰੱਖੇ। ਜਦੋਂ ਕਿਤੇ ਜਾਓ ਮਾਛੀਵਾੜਾ ਸਾਹਿਬ, ਉਹ ਹੁਕਮਨਾਮਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਜਾਂਦੇ। ਦੇਖੋ ਕੱਲ ਵੀ ਬੇਨਤੀ ਕੀਤੀ ਸੀ, ਅੱਜ ਫੇਰ ਕਰਦੇ ਆ। ਮੁਸਲਮਾਨੀ ਔਰੰਗਜ਼ੇਬ ਸੀ ਜਿਹਨੂੰ ਫਟਕਾਰਾਂ ਪੈਂਦੀਆਂ, ਮੁਸਲਮਾਨ ਵਜੀਦਾ ਵੀ ਸੀ। ਹਰ ਮਾਈ ਭਾਈ ਕਹਿੰਦਾ ਵੀ ਕਿੱਡਾ ਮਾੜਾ ਬੰਦਾ ਸੀ। ਰਾਜੇ ਹੁੰਦੇ ਹੋਏ ਵੀ ਲਾਹਨਤਾਂ ਖੱਟ ਕੇ ਗਏ। ਨਬੀ ਗਨੀ ਖਾਨ ਵੀ ਮੁਸਲਮਾਨ ਹੀ ਹੈ। ਹਾਲਾਂਕਿ ਗੁਰੂ ਘਰ ਵਿੱਚ ਇਹ ਕਿਹਾ ਜਾਂਦਾ ਵੀ ਮੜੀ ਮਸਾਣੀ ਜਾਂ ਕਬਰਾਂ ਨੂੰ ਮੱਥਾ ਨਹੀਂ ਟੇਕਣਾ, ਪਰ ਉਹਨਾਂ ਦੋਨਾਂ ਭਰਾਵਾਂ ਦੀਆਂ ਕਬਰਾਂ ਨੇ ਗੁਰੂ ਘਰ ਦੇ ਵਿੱਚ। ਉੱਥੇ ਗੁਰਦੁਆਰਾ ਉੱਚ ਦਾ ਪੀਰ ਸਾਹਿਬ ਬਣਿਆ ਹੋਇਆ, ਉਹਨਾਂ ਕਬਰਾਂ ਨੂੰ ਵੀ ਮੱਥੇ ਟੇਕਦੇ ਆ। ਆਖੋ ਸਤਨਾਮ। ਇਸੇ ਕਰਕੇ ਭਾਈ ਤੁਹਾਨੂੰ ਵੀ ਬੇਨਤੀ ਆ, ਆਪੋ ਆਪਣਾ ਮਨ ਸਮਝਾਉਣਾ ਵੀ ਮਨਾ ਸਾਡੀ ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ। ਸਾਡੀ ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ। ਸਾਡੀ ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ। ਸਾਡੀ ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ। ਸਾਡੀ ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ। ਸਾਡੀ ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ। ਜੁੜਿਆਂ ਨੂੰ ਸੱਚਖੰਡ ਮਿਲ ਜਾਂਦਾ, ਟੁੱਟਿਆਂ ਨੂੰ ਮਿਲੇ ਨਾ ਢੋਈ। ਜੁੜਿਆਂ ਨੂੰ ਸੱਚਖੰਡ ਮਿਲ ਜਾਂਦਾ, ਟੁੱਟਿਆਂ ਨੂੰ ਮਿਲੇ ਨਾ ਢੋਈ। ਜੁੜਿਆਂ ਨੂੰ ਸੱਚਖੰਡ ਮਿਲ ਜਾਂਦਾ, ਟੁੱਟਿਆਂ ਨੂੰ ਮਿਲੇ ਨਾ ਢੋਈ। ਜੁੜਿਆਂ ਨੂੰ ਸੱਚਖੰਡ ਮਿਲ ਜਾਂਦਾ, ਟੁੱਟਿਆਂ ਨੂੰ ਮਿਲੇ ਨਾ ਢੋਈ। ਜੁੜਿਆਂ ਨੂੰ ਸੱਚਖੰਡ ਮਿਲ ਜਾਂਦਾ, ਟੁੱਟਿਆਂ ਨੂੰ ਮਿਲੇ ਨਾ ਢੋਈ। ਜੁੜਿਆਂ ਨੂੰ ਸੱਚਖੰਡ ਮਿਲ ਜਾਂਦਾ, ਟੁੱਟਿਆਂ ਨੂੰ ਮਿਲੇ ਨਾ ਢੋਈ। ਸਾਡੀ ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ। ਸਾਡੀ ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ। ਸਾਡੀ ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ। ਸਾਡੀ ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ।
ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ। ਸਾਡੀ ਕਦਰ ਗੁਰਾਂ ਦੇ ਨਾਲ ਜੀ, ਬਿਨਾ ਗੁਰਾਂ ਨਾ ਪੁੱਛਦਾ ਕੋਈ। ਸਾਡੀ ਜਿਹੜੀ ਕਦਰ ਹੈ ਗੁਰਮੁਖੋ ਗੁਰੂ ਜੀ ਦੇ ਨਾਲ ਹੀ। ਇਸ ਕਰਕੇ ਸਤਿਗੁਰ ਤੋਂ ਦੂਰ ਨਾ ਹੋਈਏ, ਮਹਾਰਾਜ ਦੇ ਬਣੋ। ਜੇ ਬਣਿਓ ਤਾਂ ਬਣ ਕੇ ਰਹਿਣਾ। ਆਖੋ ਸਤਨਾਮ ਵਾਹਿਗੁਰੂ। 14 ਪੋਹ 1704 ਨੂੰ ਆਲਮਗੀਰ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਭਾਗ ਲਾਇਆ। ਨਵੀਂ ਗਨੀ ਖਾਨ ਨੂੰ ਮਾਨ ਸਨਮਾਨ ਦੇ ਕੇ ਵਾਪਸ ਮੋੜਤਾ। ਇੱਥੋਂ ਫਿਰ ਘੋੜੇ ਦੀ ਸਵਾਰੀ ਕੀਤੀ ਗੁਰਮੁਖ ਪਿਆਰੇ। ਘੋੜੇ ਤੇ ਸਵਾਰ ਹੋ ਕੇ ਪਾਤਸ਼ਾਹ ਫਿਰ ਅੱਗੇ ਨਗਰਾਂ ਨੂੰ ਭਾਗ ਲਾਉਂਦੇ ਐ। ਪਰ ਅੱਜ ਜਿਸ ਜਗ੍ਹਾ ਤੇ ਆਪਾਂ ਬੈਠੇ ਆ, ਗੁਰਦੁਆਰਾ ਤੀਰ ਸਾਹਿਬ ਗੁਰਮੁਖ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਭਾਗ ਲਾਏ। ਵੈਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਇਲਾਕੇ ਵਿੱਚ 2 ਵਾਰ ਆਏ ਗੁਰੂ। ਇੱਕ ਵਾਰ ਤਾਂ ਜਦੋਂ ਦਿੱਲੀ ਤੋਂ ਆਏ ਸੀ, ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ, ਉਦੋਂ ਵੀ ਇੱਧਰ ਦੀ ਲੰਘੇ। ਉਦੋਂ ਬਾਅਦ ਫਿਰ ਜਦੋਂ ਗੁਰਮੁਖ ਪਿਆਰਿਓ ਜੰਗ ਯੁੱਧ ਕਈ ਹੋ ਗਏ, ਫੂਲ ਮਹਾਰਾਜ ਦਾ ਜੰਗ ਹੋਣ ਤੋਂ ਬਾਅਦ ਜਲੰਧਰ ਵੱਲ ਸਤਿਗੁਰ ਗਏ, ਉਦੋਂ ਵੀ ਇਸ ਆਪਣੇ ਇਲਾਕੇ ਵਿੱਚ ਦੀ ਹੋਈ ਗਏ ਆ। ਆਖੋ ਸਤਨਾਮ। ਥਾਂ ਪਰ ਥਾਂ ਤੇ ਸਤਿਗੁਰ ਜੀ ਨੇ ਚਰਨ ਪਾਏ। ਪਰ ਇਸ ਜਗ੍ਹਾ ਬਾਰੇ ਥੋੜਾ ਜਿਹਾ ਜ਼ਿਕਰ ਆਪਾਂ ਕਰ ਲਈਏ। ਗੁਰਦੁਆਰਾ ਤੀਰ ਸਾਹਿਬ ਇਹਨੂੰ ਕਿਉਂ ਆਖਿਆ ਜਾਂਦਾ ਹੈ? 1631 ਈਸਵੀ ਦਾ ਜ਼ਿਕਰ ਹੈ। ਮਹਾਰਾਜ ਜਦੋਂ ਇਸ ਇਲਾਕੇ ਵਿੱਚ ਆਏ, ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਪਹਿਲਾਂ ਦਿੱਲੀ ਆਏ ਸੀ ਗੁਰਮੁਖ, ਕਿਉਂਕਿ ਜਹਾਂਗੀਰ ਦਾ ਹੁਕਮ ਸੀ ਵੀ ਜਿਹੜੇ ਜਿਹੜੇ ਰਾਜੇ ਤੁਹਾਡੇ ਨਾਲ ਜਾਣਾ ਚਾਹੁੰਦੇ ਆ ਉਹ ਤੁਹਾਡਾ ਪੱਲਾ ਫੜ ਲੈਣ। ਤੇ ਰਾਜਪੂਤ ਰਾਜੇ ਐਸੇ ਸੀ, ਕਿਸੇ ਦੇ ਪੱਲੇ ਨਹੀਂ ਸੀ ਲੱਗਦੇ, ਮਰਨ ਹੀ ਮਰ ਜਾਂਦੇ ਸੀ ਗੁਰੂ। ਪਰ ਫਿਰ ਉਹਨਾਂ ਨੇ ਬਿਉਂਤ ਬਣਾਈ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਕਿਹੜਾ ਕੋਈ ਆਮ ਇਨਸਾਨ ਹੈ, ਇਹ ਤਾਂ ਰੱਬੀ ਰੂਹ ਹੈ। ਤੇ ਅੱਲਾ ਨੂੰ, ਰੱਬ ਨੂੰ, ਭਗਵਾਨ ਨੂੰ ਤਾਂ ਸਾਰੀ ਦੁਨੀਆ ਮੰਨਦੀ ਹੈ। ਤੁਹਾਨੂੰ ਪਤਾ ਹੈ ਇਤਿਹਾਸ ਦਾ। ਉਦੋਂ ਫਿਰ ਮਹਾਰਾਜ ਦੇ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਸੀ। ਉਹ ਰਾਜਿਆਂ ਨੇ ਇੱਕ ਇੱਕ ਕਲੀ ਫੜੀ। ਰਾਜੇ ਰਿਹਾ ਹੋਏ ਆਪੋ ਆਪਣੀ ਰਿਆਸਤ ਵੱਲ ਚਲੇ ਗਏ। ਤੇ ਜਦੋਂ ਜਹਾਂਗੀਰ ਨੂੰ ਗੁਰੂ ਹਰਗੋਬਿੰਦ ਸਾਹਿਬ ਮਿਲੇ, ਉੱਥੇ ਫਿਰ ਆ ਕੇ ਗੁਰਮੁਖ ਪਿਆਰਿਓ ਗੁਰੂ ਜੀ ਦੇ ਹੱਥ ਵਿੱਚ ਕਪੂਰ ਦੇ ਮਣਕਿਆਂ ਦੀ ਮਾਲਾ ਸੀ, ਸਿਮਰਨਾ ਛੋਟਾ। ਜਹਾਂਗੀਰ ਕਹਿੰਦਾ ਜੀ ਆ ਸਿਮਰਨੇ ਦਾ ਇੱਕ ਮਣਕਾ ਮੈਨੂੰ ਦੇ ਦਿਓ। ਪਾਤਸ਼ਾਹ ਕਹਿੰਦੇ ਇੱਕ ਮਣਕਾ ਮੰਗਦੇ ਹੋ, ਇਹ ਜੀ ਤਾਂ ਪੂਰੀ ਮਾਲਾ ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਤੁਹਾਡੇ ਕੋਲ ਹੈ। ਕਹਿੰਦਾ ਜੀ ਸਾਡੇ ਕੋਲ ਕਿੱਥੇ? ਉਦੋਂ ਫਿਰ ਸਾਫ਼ ਦੱਸਿਆ ਸੀ, ਕਹਿੰਦੇ ਚੰਦੂ ਨੇ ਅਨੇਕਾਂ ਤਸੀਹੇ ਦੇ ਕੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ, ਉਹਨਾਂ ਦਾ ਸਾਰਾ ਸਮਾਨ ਇਹਦੇ ਕੋਲ ਹੀ ਹੈ। ਫਿਰ ਇੱਥੋਂ ਕੁਝ ਸਿੱਖਾਂ ਨੂੰ ਨਾਲ ਤੋਰਿਆ, ਚੰਦੂ ਦੇ ਘਰ ਦੀ ਤਲਾਸ਼ੀ ਕੀਤੀ, ਸਾਰਾ ਸਮਾਨ ਵੀ ਲਿਆਂਦਾ ਸੀ। ਤੇ ਜਹਾਂਗੀਰ ਨਹੀਂ ਸੀ ਚਾਹੁੰਦਾ ਵੀ ਮੈਂ ਆਪਣੇ ਤੇ ਦੋਸ਼ ਲੰਮਾ ਜਾਣ ਕੇ ਕਹਿਤਾ ਵੀ ਇਹਨੇ ਐਡਾ ਵੱਡਾ ਜ਼ੁਲਮ ਕੀਤਾ ਹੈ, ਇਹ ਤੁਹਾਡਾ ਦੋਸ਼ੀ ਹੈ, ਇਹਨੂੰ ਤੁਸੀਂ ਗ੍ਰਿਫਤਾਰ ਕਰਕੇ ਜੋ ਮਰਜ਼ੀ ਕਰੋ। ਚੰਦੂ, ਉਹਦੇ ਘਰ ਵਾਲੀ, ਉਹਦੀ ਨੂੰਹ, ਬੇਟਾ ਸਾਰੇ ਹੀ ਗ੍ਰਿਫਤਾਰ ਕਰਾਤੇ। ਫਿਰ ਗੁਰੂ ਅੱਜ ਵੀ ਕਈ ਵਾਰੀ ਦੇਖੀ ਨਾ, ਵੈਸੇ ਤਾਂ ਖਿਮਾ ਕਰ ਦਿਓ ਮੈਂ ਇਹਨਾਂ ਦੀ ਗੱਲ ਕਰਨਾ ਨਹੀਂ ਹੁੰਦਾ, ਪਰ ਸਾਹਮਣੇ ਆ ਗਈ ਹੁਣ ਕਹੀ ਦੇਵਾਂ। ਰਾਜਨੀਤੀ ਛੇਵੇਂ ਪਾਤਸ਼ਾਹ ਨੇ ਧਰਮ ਨਾਲ ਜੋੜੀ ਸੀ, ਪਰ ਕਿਹਾ ਇਹ ਸੀ ਵੀ ਧਰਮ ਸਿਰ ਦਾ ਤਾਜ ਹੈ, ਰਾਜਨੀਤੀ ਪੈਰ ਦੀ ਜੁੱਤੀ ਹੈ। ਪਰ ਅੱਜ ਜੁੱਤੀਆਂ ਸਿਰ ਤੇ ਚੁੱਕੀ ਫਿਰਦੇ ਆ, ਧਰਮ ਪੈਰਾਂ ਚ ਰੋਲੀ ਜਾਂਦੇ ਆ। ਜਿਹੜੇ ਬੰਦੇ ਕੱਲੀ ਰਾਜਨੀਤੀ ਦੀ ਖਾਤਰ ਗੁਰੂ ਘਰ ਨਾਲ, ਗੁਰੂਆਂ ਨਾਲ ਧੋਖਾ ਕਮਾਉਂਦੇ ਆ, ਸੁਣ ਲਿਓ ਉਹਨਾਂ ਦਾ ਹਾਲ ਕੀ ਹੁੰਦਾ ਹੈ। ਜਹਾਂਗੀਰ ਦਾ ਵਜ਼ੀਰ ਸੀ ਉਹ ਵੱਡਾ ਚੰਦੂ, ਵਕਤ ਵਿਚਾਰ ਕੇ ਜਦ ਹੀ ਮੁੱਕਰ ਗਿਆ, ਕਹਿੰਦਾ ਲੈ ਜਾਓ ਫੜ ਕੇ, ਮੇਰਾ ਕੀ ਲੱਗਦਾ। ਸਾਰਾ ਹੀ ਪਰਿਵਾਰ ਗ੍ਰਿਫਤਾਰ ਕਰਾਤਾ। ਪਰ ਗੁਰੂ ਘਰ ਦਾ ਨਿਆਂ ਵੇਖੋ, ਛੇਵੇਂ ਪਾਤਸ਼ਾਹ ਕਹਿੰਦੇ ਜ਼ੁਲਮ ਇਹਨੇ ਕੀਤਾ ਹੈ, ਇਹਦੀ ਨੂੰਹ ਜਾਂ ਇਹਦੇ ਘਰ ਵਾਲੀ ਨੂੰ ਕਿਉਂ ਸਜ਼ਾ ਦਈਏ ਜੀ। ਉਹਨਾਂ ਨੂੰ ਛੱਡਤਾ ਮਹਾਰਾਜ ਨੇ। ਚੰਦੂ ਦੇ ਨੱਕ ਵਿੱਚ ਨੱਥ ਪਾ ਕੇ ਫਿਰ ਬਹਾਦਰ ਬਾਬਾ ਵਿਧੀ ਚੰਦ ਜੀ
ਮੂਹਰੇ ਤੋਰ ਕੇ ਲਿਆਏ। ਜਿੱਥੇ ਕਿਤੇ ਜਾਂਦਾ ਸੀ ਲੋਕ ਛਿੱਤਰ ਮਾਰਦੇ ਸੀ। ਉਦੋਂ ਫਿਰ ਮਹਾਰਾਜ ਆਉਂਦੇ ਆਉਂਦੇ ਗੁਰਮੁਖ ਪਿਆਰਿਓ ਇਸ ਜਗ੍ਹਾ ਤੇ ਟਿੱਬਾ ਹੁੰਦਾ ਸੀ, ਕਿਉਂਕਿ ਹੁਣ ਤਾਂ ਸੜਕਾਂ ਵਿਛ ਗਈਆਂ, ਪਾਣੀ ਦਾ ਪ੍ਰਬੰਧ ਹੋ ਗਿਆ, ਥਾਂ ਪਰ ਥਾਂ ਪਿੰਡ ਵਸ ਗਏ। ਗੁਰਮੁਖੋ ਅੱਗੇ ਇੰਨਾ ਵਸੇਬਾ ਨਹੀਂ ਸੀ ਹੁੰਦਾ, ਕਿਤੇ ਕਿਤੇ ਪਾਣੀ ਮਿਲਦਾ, ਕਿਤੇ ਕਿਤੇ ਪਿੰਡ ਹੁੰਦਾ ਸੀ। ਇੱਥੇ ਟਿੱਬੀ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਰੁਕੇ ਆ ਕੇ, ਕਹਿੰਦੇ ਪਿੱਛੇ ਤੋਂ ਕੁਝ ਮੁਸਲਮਾਨ 7 ਭਰਾ ਉਹ ਮੌਕੇ ਦੀ ਤਾੜ ਵਿੱਚ ਸੀ ਵੀ ਕਿਤੇ ਸਾਨੂੰ ਛੇਵੇਂ ਪਾਤਸ਼ਾਹ ਮਿਲਣ, ਅਸੀਂ ਇਹਨਾਂ ਨੂੰ ਫੜ ਕੇ ਬਾਦਸ਼ਾਹ ਦੇ ਹਵਾਲੇ ਕਰੀਏ, ਗ੍ਰਿਫਤਾਰ ਕਰਵਾਈਏ। ਇਹ ਗੱਲ ਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਜਹਾਂਗੀਰ ਨੂੰ ਮਿਲ ਕੇ ਹੀ ਆਏ ਹੋਏ। ਜਦੋਂ ਇਸ ਜਗ੍ਹਾ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਟਿਕੇ ਤਾਂ ਜਿਹੜਾ ਫਤਿਹ ਮੁਹੰਮਦ ਸੀ ਨਾ ਮੁਸਲਮਾਨ, ਉਹਨੇ ਰੌਲਾ ਵੀ ਪਾਉਣਾ ਸ਼ੁਰੂ ਕਰਤਾ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਏ। ਆਪਣੇ ਭਰਾਵਾਂ ਨੂੰ ਕਹਿੰਦਾ ਆਓ ਫੜੀਏ ਇਹਨੂੰ ਆਪਾਂ। ਤੇ ਮੇਰੇ ਸਤਿਗੁਰੂ ਜੀ ਨੇ ਸਮਝਾਇਆ ਵੀ ਸੀ, ਪਰ ਜਦੋਂ ਨਾ ਹੀ ਮੰਨਿਆ, ਇਸ ਜਗ੍ਹਾ ਤੋਂ ਫਿਰ ਤੀਰ ਚਲਾਇਆ ਗੁਰੂ। ਆ ਦਰਬਾਰ ਸਾਹਿਬ ਬਣਿਆ, ਨਾਲ ਹੀ ਇੱਕ ਹੋਰ ਜਗ੍ਹਾ ਬਣੀ ਹੈ। ਕੱਲ ਅਸੀਂ ਵੀ ਉਸ ਜਗ੍ਹਾ ਦੇ ਦਰਸ਼ਨ ਕੀਤੇ, ਕਮਰਿਆਂ ਦੇ ਵਿੱਚ ਜਿੱਥੇ ਚੌਕੀ ਬਣੀ ਹੋਈ ਹੈ। ਦੱਸਿਆ ਪ੍ਰਬੰਧਕਾਂ ਨੇ ਵੀ ਇਸ ਜਗ੍ਹਾ ਤੋਂ ਮਹਾਰਾਜ ਨੇ ਤੀਰ ਚਲਾਇਆ ਸੀ। ਤੇ ਆ ਪਿੰਡ ਦੇ ਪਰਲੇ ਪਾਸੇ ਫਤਿਹ ਮੁਹੰਮਦ ਮੁਸਲਮਾਨ ਦੀ ਕਬਰ ਵੀ ਹੈ ਗੁਰੂ। ਉਹਦੇ ਜਦੋਂ ਵੱਜਿਆ ਤੀਰ, ਇੱਕ ਤੀਰ ਵੀ ਨਾ ਸਹਾਰ ਸਕਿਆ, ਥਾਈ ਬੇਹੋਸ਼ ਹੋ ਗਿਆ ਗੁਰੂ। ਪਰ ਫਿਰ ਵੀ ਇੱਕ ਕਰਮ ਚੰਗਾ ਕਰ ਗਿਆ। ਮਰਦਾ ਮਰਦਾ ਕਹਿੰਦਾ ਛੇਵੇਂ ਪਾਤਸ਼ਾਹ ਜੀ ਮੈਥੋਂ ਹੋ ਗਈ ਗਲਤੀ, ਮੈਂ ਤੁਹਾਨੂੰ ਪਛਾਣ ਨਹੀਂ ਸਕਿਆ, ਮੇਰੇ ਮਨ 'ਚ ਸੀ ਬੁਰਾਈ, ਤੁਹਾਡੇ ਤੀਰ ਨਾਲ ਮੈਂ ਮਰਨ ਲੱਗਿਆ, ਮੈਂ ਤਾਂ ਨਰਕਾਂ ਨੂੰ ਜਾਊਂਗਾ, ਕਿਰਪਾ ਕਰੋ ਮੇਰੀ ਭੁੱਲ ਬਖਸ਼ ਦਿਓ। ਮਾਫੀ ਮੰਗ ਗਿਆ ਗੁਰੂ। ਤੇ ਮਹਾਰਾਜ ਫੇਰ ਵੀ ਦਇਆ ਦੇ ਘਰ ਵਿੱਚ ਆਏ। ਕਹਿੰਦੇ ਜਿਹੜਾ ਕੋਈ ਆਜੇ ਤੱਕ ਕੇ ਸ਼ਰਨ ਜੀ, ਜਿੰਦ ਜਾਂਦੀ ਜਾਵੇ ਦਿੰਦੇ ਨਹੀਂ ਮਰਨ ਜੀ। ਹੁਣ ਤੀਰ ਵੱਜਿਆ, ਸਰੀਰਕ ਤੌਰ ਤੇ ਤਾਂ ਵਿਛੋੜਾ ਹੋਏ ਗਈ, ਪਰ ਤੇਰੀ ਪੂਜਾ ਬਰਕਰਾਰ ਰਹੂ। ਆਖੋ ਸਤਨਾਮ। ਮਹਾਂਪੁਰਸ਼ਾਂ ਦਾ ਡੇਰਾ ਵੀ ਹੈ ਬਾਬਾ ਭਰਪੂਰ ਜੀ ਦਾ ਗੁਰੂ। ਉਹਨਾਂ ਨੇ ਵੀ ਸੇਵਾ ਬਹੁਤ ਕੀਤੀ ਤੇ ਇੱਥੋਂ ਤੀਰ ਚਲਾਉਣ ਕਰਕੇ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਤੀਰ ਸਾਹਿਬ ਪ੍ਰਚਲਿਤ ਹੋ ਗਿਆ ਗੁਰੂ। ਸਤਿਕਾਰਯੋਗ ਸੱਚਖੰਡ ਵਾਸੀ ਸਵਾਮੀ ਕ੍ਰਿਸ਼ਨ ਦਾਸ ਜੀ, ਜਿਨ੍ਹਾਂ ਨੂੰ ਆਮ ਸੰਤ ਸਿੰਘ ਵੀ ਕਿਹਾ ਜਾਂਦਾ ਸੀ, ਇੱਥੇ 25-26 ਸਾਲ ਉਹਨਾਂ ਨੇ ਇਸ ਜਗ੍ਹਾ ਤੇ ਤਪ ਕੀਤਾ, ਭਗਤੀ ਕੀਤੀ। ਉਹਨਾਂ ਨੇ ਫਿਰ ਆਪਣੇ ਆਤਮਿਕ ਬਲ ਦੇ ਨਾਲ ਇਸ ਜਗ੍ਹਾ ਨੂੰ ਪ੍ਰਗਟ ਕੀਤਾ ਸੀ ਗੁਰੂ। ਇਸ ਜਗ੍ਹਾ ਨੂੰ ਪ੍ਰਗਟ ਕੀਤਾ ਤੇ ਜਦੋਂ ਰਾਗੀ ਢਾਡੀ ਪ੍ਰਚਾਰਕ ਇਥੋਂ ਆਲਮਗੀਰ ਵੱਲ ਨੂੰ ਜਾਂਦੇ ਸੀ, ਆਉਂਦੇ ਜਾਂਦੇ ਮਹਾਂਪੁਰਸ਼ਾਂ ਕੋਲੇ ਰਹਿਣਾ, ਉਹਨਾਂ ਨੇ ਜਲ ਪਾਣੀ ਛਕਾਉਣਾ, ਸਤਿਕਾਰ ਦੇਣਾ। ਢਾਡੀਆਂ ਨੂੰ ਕਹਿਣਾ ਭਾਈ ਸਾਨੂੰ ਵੀ ਕੋਈ ਗੁਰੂ ਘਰ ਦੀ ਵਾਰਤਾ ਸੁਣਾਓ। ਹੌਲੀ ਹੌਲੀ ਕੀਰਤਨ ਸ਼ੁਰੂ ਹੋ ਗਿਆ। ਆ ਜਿਹੜਾ ਜੋੜ ਮੇਲਾ ਆਪਾਂ ਬਣਾ ਰਹੇ ਆ ਨਾ ਗੁਰਮੁਖੋ ਰਲ ਮਿਲ ਕਰਕੇ ਸੰਗਤ, ਸਤਰੋਜਾ ਸਮਾਗਮ, ਇਹ ਸਵਾਮੀ ਕ੍ਰਿਸ਼ਨ ਦਾਸ ਜੀ ਨੇ ਸ਼ੁਰੂ ਕੀਤਾ ਸੀ। ਆਖੋ ਸਤਨਾਮ। ਉਦੋਂ ਬਾਅਦ ਗੁਰਮੁਖ ਪਿਆਰਿਓ ਨਗਰ ਦੀ ਸੰਗਤ, ਪ੍ਰਬੰਧਕ ਕਮੇਟੀ ਬੜੀ ਉਤਸ਼ਾਹ ਸ਼ਰਧਾ ਭਾਵਨਾ ਦੇ ਨਾਲ ਉਸੇ ਤਰ੍ਹਾਂ ਪਰੰਪਰਾ ਨੂੰ ਕਾਇਮ ਰੱਖਿਆ। ਤੁਸੀਂ ਯਾਦਾਂ ਬਣਾਉਂਦੇ ਹੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇੱਥੇ ਚਰਨ ਪਏ ਹੋਏ ਨੇ। ਜਦੋਂ ਸਤਿਗੁਰ ਆਏ, 7 ਤੋਪਾਂ, 1100 ਘੋੜ ਸਵਾਰ, ਨਾਲ ਚੰਦੂ ਵੀ ਕੈਦ ਕੀਤਾ ਹੋਇਆ ਸੀ। ਸਾਰਾ ਇਕੱਠਾ ਹੀ ਸੀ ਸਿੱਖ ਸੇਵਕ, ਬਹਾਦਰ ਬਾਬਾ ਵਿਧੀ ਚੰਦ ਵਰਗੇ, ਹੋਰ ਵੀ ਅਨੇਕਾਂ ਸਿੱਖ ਨਾਲ ਸੀ। ਇਸ ਜਗ੍ਹਾ ਤੇ ਮਹਾਰਾਜ ਚਰਨ ਪਾ ਗਏ, ਥਾਂ ਨੂੰ ਪੂਜਣ ਯੋਗ ਬਣਾ ਗਏ। ਇੱਥੋਂ ਚੱਲ ਕੇ ਫਿਰ ਬਾਅਦ ਵਿੱਚ ਘੁੜਾਨੀ ਕਲਾਂ ਵੱਲ ਗਏ ਸੀ ਮਹਾਰਾਜ, ਜਿਹੜਾ ਉਹ 52 ਕਲੀਆਂ ਵਾਲਾ ਚੋਲਾ ਹੈ। ਘੁੜਾਨੀ ਕਲਾਂ ਗੁਰਮੁਖ ਪਿਆਰਿਓ ਗੁਰੂ ਘਰ ਦੇ ਵਿੱਚ, ਗੁਰਦੁਆਰੇ ਦਾ ਨਾਮ ਵੀ ਚੋਲਾ ਸਾਹਿਬ ਹੀ ਹੈ। ਉੱਥੇ ਸਤਿਗੁਰ ਰਹੇ। ਕਈ ਸਥਾਨ ਬਣੇ ਹੋਏ ਆ ਜਿੱਥੇ ਮਹਾਰਾਜ ਨੇ ਘੋੜਾ ਬੰਨਣ ਵਾਸਤੇ ਕਿੱਲੇ ਗੱਡੇ ਸੀ।
ਉਹ ਵੀ ਹਰੇ ਹੋ ਗਏ ਤੇ ਨਿੰਮ ਛੇਵੇਂ ਪਾਤਸ਼ਾਹ ਵੇਲੇ ਦੀ ਨਿਸ਼ਾਨੀ ਹੁਣ ਵੀ ਖੜਾ ਹੈ। ਆਖੋ ਸਤਨਾਮ। ਮਹਾਰਾਜ ਇੰਨੇ ਖੁਸ਼ ਹੋਏ, ਸਿੱਖਾਂ ਸੇਵਕਾਂ ਦੀ ਬੇਨਤੀ ਪ੍ਰਵਾਨ ਕਰਕੇ ਉਹ 52 ਕਲੀਆਂ ਵਾਲਾ ਚੋਲਾ ਇੱਥੇ ਛੱਡ ਗਏ ਸੀ ਮਹਾਰਾਜ। ਇੱਕ ਗੁਰੂ ਸਾਹਿਬ ਦੇ ਹੱਥ ਦੀ ਪੰਜ ਗ੍ਰੰਥੀ ਪੋਥੀ ਸੁਨਹਿਰੀ ਅੱਖਰਾਂ ਵਿੱਚ ਲਿਖੀ ਹੋਈ ਗੁਰਮੁਖ। ਤੇ ਕਈ ਵਾਰੀ ਦਿਨੇ ਮਹਾਰਾਜ ਘੁੰਮਣ ਫਿਰਨ ਜਾਂਦੇ, ਜਿੱਥੇ ਆਰਾਮ ਕਰਦੇ ਉੱਥੇ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਤੇ ਬਾਹਰਲੇ ਪਾਸੇ ਲੱਖਿਆਣਾ ਟੋਭਾ ਵੱਜਦਾ ਸੀ। ਅੱਗੇ ਨਾ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ, ਹੁਣ ਤਾਂ ਦੇਖੋ ਘਰ ਘਰ ਮੋਟਰਾਂ ਲੱਗ ਗਈਆਂ, ਟੂਟੀਆਂ ਲੱਗ ਗਈਆਂ। ਅੱਗੇ ਜ਼ਿਆਦਾਤਰ ਮੀਂਹਾਂ ਦਾ ਪਾਣੀ ਸਾਹਮਣੇ ਟੋਭਿਆਂ ਜਾਂ ਛੱਪੜਾਂ ਤੇ ਹੀ ਚੁੱਭਾ ਲਾ ਲੈਂਦੇ ਸੀ ਬਜ਼ੁਰਗ। ਲੱਖਿਆਣਾ ਟੋਭਾ ਸੀ, ਉੱਥੇ ਸਤਿਗੁਰੂ ਜੀ ਇਸ਼ਨਾਨ ਕਰਦੇ। ਦਾਤਨ ਕਰਕੇ ਇੱਕ ਦਿਨ ਦਾਤਨ ਗੱਡਤੀ, ਉਹ ਵੀ ਹਰੀ ਹੋ ਗਈ ਸੀ। ਉੱਥੇ ਵੀ ਨਿੰਮਸਰ ਬਣਿਆ। ਆਖੋ ਸਤਨਾਮ। ਸਾਧ ਸੰਗਤ ਜੀ, ਬਾਅਦ ਵਿੱਚ ਇੱਕ ਸਾਧੂ ਸੀ ਜਿਹੜਾ ਗੁਰੂ ਜੀ ਨੂੰ ਦਿਨੇ ਜਲ ਪਾਣੀ ਛਕਾਉਂਦਾ। ਦਿਨੇ ਜਾਂਦੇ ਨਾ ਸੈਰ ਕਰਨ, ਕਿਉਂਕਿ 40 ਦਿਨ ਰਹੇ ਨੇ ਮਹਾਰਾਜ ਉੱਥੇ। ਉਹ ਜਲ ਪਾਣੀ ਛਕਾਉਂਦਾ ਹੁੰਦਾ। ਉੱਥੇ ਵੀ ਸਤਿਗੁਰ ਦੀ ਕਿਰਪਾ ਨਾਲ ਸਥਾਨ ਬਣਿਆ ਨਿਰਮਲਸਰ ਸਾਹਿਬ ਗੁਰੂ। ਬਾਅਦ ਵਿੱਚ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ, ਉਦੋਂ ਵੀ ਆਉਂਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਜਥੇ ਸਮੇਤ ਘੁੜਾਣੀ ਕਲਾਂ ਰੁਕੇ ਗੁਰੂ, ਪ੍ਰਸ਼ਾਦ ਛਕਿਆ। ਉਹਨਾਂ ਦੀ ਯਾਦ ਵਿੱਚ ਵੀ ਗੁਰੂ ਘਰ ਅਸਥਾਨ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਯਾਦ ਵਿੱਚ ਵੀ ਬਣਿਆ। ਸੋ ਸਾਡੇ ਇਲਾਕੇ ਨੂੰ ਸੱਚੇ ਪਾਤਸ਼ਾਹ ਨੇ ਬਹੁਤ ਭਾਗ ਲਾਏ ਐ। ਕਿੰਨੀ ਕਿਰਪਾ ਕੀਤੀ ਗੁਰਮੁਖ ਪਿਆਰਿਓ। ਇੱਥੇ ਹੀ ਫਿਰ ਆ ਰਾਏਕੋਟ ਤੇ ਲੰਮੇ ਜੱਟ, ਦੋ ਥਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਯਾਦਾਂ ਨੇ। ਇਤਿਹਾਸਕਾਰ ਦੱਸਦੇ ਆ ਜਦੋਂ ਲੰਮੇ ਜੱਟਪੁਰੇ ਆਏ ਸੀ ਨਾ, ਇੱਥੇ ਨੂਰੇ ਮਾਹੀ ਨੂੰ ਭੇਜਿਆ ਸੀ ਕਿ ਜਾ ਪਤਾ ਕਰਕੇ ਆ ਸਰਹੰਦ ਵਿੱਚ ਸਾਡੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਕੀ ਹਾਲ ਹੈ। ਉਹ ਗਿਆ, ਉੱਥੇ ਉਹਦੀ ਭੈਣ ਵਿਆਹੀ ਹੋਈ ਸੀ। ਆਪਣੀ ਭੈਣ ਨੂੰ ਮਿਲਿਆ, ਕਹਿੰਦਾ ਇੱਥੇ ਗੁਰੂ ਜੀ ਦੇ 2 ਬੱਚੇ ਤੇ ਮਾਤਾ ਜੀ ਆਏ ਹੋਏ ਆ, ਮੈਂ ਉਹਨਾਂ ਬਾਰੇ ਪਤਾ ਕਰਨ ਆਇਆ ਕਿਸ ਹਾਲ ਵਿੱਚ ਨੇ, ਕਿੱਥੇ ਨੇ ਮੈਨੂੰ ਦੱਸ। ਤੇ ਭੈਣ ਨੂਰੇ ਨੂੰ ਚਿੰਬੜ ਕੇ ਰੋ ਪਈ ਗੁਰਮੁਖ। ਕਹਿੰਦੀ ਵੀਰਾ, ਕਿਹੜੇ ਸਾਹਿਬਜ਼ਾਦਿਆਂ ਦਾ ਹਾਲ ਪੁੱਛਣ ਆਇਆ, ਤੈਨੂੰ ਕੀ ਦੱਸਾਂ। ਰੋ ਰੋ ਕੇ ਕਿਹਾ ਸੀ, ਨੂਰੂ ਵੀਰ ਨਾ ਬਾਤ ਨਹੀਂ ਕਹਿਣ ਜੋਗੀ, ਪਾਣਾ ਵਰਤ ਗਿਆ ਵਿੱਚ ਸਰਹੰਦ ਦੇਵੇ, ਕਲੰਗੀ ਵਾਲੇ ਦੇ ਵੀਰਾ ਮਾਸੂਮ ਬੱਚੇ, ਚਿੰਤੇ ਵਿੱਚ ਚੰਡਾਲਾਂ ਨੇ ਕੰਧ ਦੇਵੇ, ਸੂਬੇ ਵਿੱਚ ਨਾ ਰਹਿਮ ਪ੍ਰਵੇਸ਼ ਹੋਇਆ, ਲੰਘਿਆ ਕੋਲ ਦੀ ਨਾ ਸੁੱਚਾ ਆਨੰਦ ਦੇਵੇ, ਆਖੇ ਲੱਗੇ ਨਾ ਦੁਸ਼ਟ ਮਲੇਰੀਏ ਦੇ, ਪਿੱਛੇ ਛੱਡੇ ਨਾ ਜ਼ਾਲਮੀ ਰੰਦ ਦੇਵੇ, ਕੇਰਾਂ ਗਲੇ ਗੁਲਾਬਾਂ ਦੇ ਗਏ ਕੱਟੇ, ਭਾਵੇਂ ਹੋਣ ਮਿਠਾਸ ਗੁਲਕੰਦ ਦੇਵੇ, ਮੁਖੜਾ ਜਿਨ੍ਹਾਂ ਨੇ ਵੇਖਿਆ ਬੱਚਿਆਂ ਦਾ, ਚਾਨਣ ਕਰਨ ਪਸੰਦ ਨਾ ਚੰਨ ਦੇਵੇ, ਬਾਲਕ ਬਿਰਧ ਨੂੰ ਮਾਰ ਕੇ ਮਰਦ ਬਣਨਾ, ਤ੍ਰਿਗ ਇਹੋ ਜੇ ਰਾਜ ਪ੍ਰਬੰਧ ਦੇਵੇ। ਕਹਿੰਦੀ ਲੱਖਾਂ ਲਾਹਨਤਾਂ ਇਹੋ ਜੇ ਰਾਜਿਆਂ ਨੂੰ ਜਿਹੜੇ ਬਾਲਕ ਬਿਰਧ ਤੇ ਬੱਚਿਆਂ ਤੇ ਜ਼ੁਲਮ ਕਰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭੈਣ ਨੇ ਜਦੋਂ ਦੱਸੀ ਗੱਲ, ਕਹਿੰਦਾ ਚੱਲ ਫਿਰ ਮੈਨੂੰ ਦਿਖਾ ਕੇ ਲਿਆ। ਇੱਟਾਂ ਪਈਆਂ ਸੀ, ਜਦੋਂ ਭੈਣ ਨੇ ਜਾ ਕੇ ਦਿਖਾਇਆ ਨਾ ਵੀ ਇੱਥੇ ਚਿਣਿਆ ਲਾਲਾ ਨੂੰ ਕੰਧ ਦੇ ਵਿੱਚ, ਫਿਰ ਨੂਰੇ ਮਾਹੀ ਨੇ ਤਾਂ ਕੰਧ 'ਚ ਹੀ ਟੱਕਰਾਂ ਮਾਰੀਆਂ ਗੁਰਮੁਖ। ਮੱਥੇ ਦੇ ਵਿੱਚੋਂ ਲਹੂ ਨਿਕਲਣ ਲੱਗ ਗਿਆ। ਮਸਾਂ ਨੂਰੋ ਭੈਣ ਫੜ ਕੇ ਘਰੇ ਲਿਆਈ। ਕਹਿੰਦੀ ਇੱਥੇ ਐ ਟੱਕਰਾਂ ਮਾਰ ਕੇ ਕੀ ਬਣੂਗਾ। ਜਿਹੜੀ ਡਿਊਟੀ ਗੁਰੂ ਜੀ ਨੇ ਲਾਈ ਆ ਜਾ ਕੇ ਦੱਸ, ਪਰ ਖਿਆਲ ਨਾ ਦੱਸੀ, ਪੁੱਤਰਾਂ ਦਾ ਦੁੱਖ ਝੱਲਣਾ ਬਹੁਤ ਔਖਾ ਹੁੰਦਾ ਹੈ। ਸਿੱਧਾ ਹੀ ਨਾ ਦੱਸਦੀ ਕਿਤੇ ਜਾ ਕੇ ਮਹਾਰਾਜ ਤੇ ਕੀ ਬੀਤੂ। ਭੈਣ ਕੋਲੋਂ ਸਾਰਾ ਹਾਲ ਪੁੱਛ ਕੇ ਵੀ ਇਦਾਂ
ਕੰਧਾਂ 'ਚ ਚਿਣਿਆ, ਫਿਰ ਡਿੱਗੇ ਪਿਆਂ ਦੀਆਂ ਧੌਣਾ ਵੱਢੀਆਂ। ਫਿਰ ਇੱਕ ਸਿੱਖ ਸੀ, ਨਾਂ ਤਾਂ ਨਹੀਂ ਕਹਿੰਦੀ ਮੈਨੂੰ ਪਤਾ ਸੀਗਾ ਤਾਂ ਟੋਡਰ ਮੱਲ, ਪਰ ਉਹਨੂੰ ਨਹੀਂ ਸੀ ਪਤਾ। ਕਹਿੰਦੀ ਮੈਨੂੰ ਨਾਂ ਤਾਂ ਨਹੀਂ ਪਤਾ। ਇੱਕ ਸਿੱਖ ਨੇ ਫਿਰ ਜਗ੍ਹਾ ਮੁੱਲ ਖਰੀਦ ਕੇ ਮਾਤਾ ਜੀ ਦਾ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਵੀ ਕਰਤਾ। ਫਿਰ ਨੂਰਾ ਮਾਹੀ ਇੱਥੋਂ ਗਿਆ। ਗੁਰਮੁਖ ਪਿਆਰਿਓ, ਲੰਮੇ ਜੱਟਪੁਰੇ ਦਰਬਾਰ ਸਾਹਿਬ ਬਣਿਆ, ਥੱਲੇ ਭੋਰਾ ਸਾਹਿਬ ਹੈ, ਜੰਡ ਵੀ ਹੈਗਾ। ਉੱਥੇ ਮਹਾਰਾਜ 21 ਦਿਨ ਰਹੇ ਗੁਰੂ। ਆਉਂਦੇ ਜਾਂਦੇ ਸੀ। ਇੱਕ ਪਿੰਡ 'ਚ ਗੁਰਦੁਆਰਾ ਸਾਹਿਬ ਹੈ, ਇੱਕ ਬਾਹਰ ਗੁਰਦੁਆਰਾ ਸਾਹਿਬ ਹੈ। ਕਾਹੀ ਦਾ ਬੂਟਾ ਜਿਹੜਾ ਪੱਟਿਆ ਉੱਥੇ ਹੀ ਪੱਟਿਆ, ਥੱਲੇ ਭੋਰਾ ਸਾਹਿਬ 'ਚ ਅਜੇ ਵੀ ਨਿਸ਼ਾਨੀ ਉਹ ਕਾਇਮ ਹੈ ਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਗਿਆ ਨੂਰਾ ਮਾਹੀ ਫਿਰ ਇਹਨਾਂ ਦੇ ਕੋਲ। ਮਹਾਰਾਜ ਆਉਂਦੇ ਨੂੰ ਪੁੱਛਦੇ ਆ, ਸੁਣਾ ਨੂਰਿਆ ਕੀ ਹਾਲ ਹੈ ਸਾਹਿਬਜ਼ਾਦਿਆਂ ਦਾ, ਮਾਤਾ ਜੀ ਦਾ ਕੀ ਹਾਲ ਹੈ? ਰੋ ਪਿਆ ਗੁਰੂ, ਉੱਚੀ ਉੱਚੀ ਰੋਈ ਜਾਂਦਾ। ਸਤਿਗੁਰ ਕਹਿੰਦੇ ਰੋਂਦਾ ਕਿਉਂ ਹੈ, ਗੱਲ ਦੱਸ ਹੋਇਆ ਕੀ? ਹੁਣ ਕਿਵੇਂ ਦੱਸੇ ਗੁਰਮੁਖ? ਗਲ 'ਚ ਪਾਇਆ ਹੋਇਆ ਪੱਲਾ, ਹੱਥ ਜੋੜੇ ਹੋਏ। ਫਿਰ ਰੋ ਰੋ ਕੇ ਨੂਰੇ ਨੇ ਦੱਸਿਆ ਸੀ। ਕਹਿੰਦਾ ਕਲੰਗੀਆਂ ਵਾਲਿਆ, ਕਿਹੜੇ ਬੱਚਿਆਂ ਦੀ ਸੁੱਖ ਸ਼ਾਂਤ ਪੁੱਛਦਾ, ਮੈਂ ਕਿਵੇਂ ਦੱਸਾਂ? ਨੂਰੇ ਮਾਹੀ ਨੇ ਗਲ 'ਚ ਪੱਲਾ ਪਾ ਲਿਆ, ਦੋਵੇਂ ਹੱਥ ਜੋੜ ਲਏ ਜਲ ਜਿੰਨਾ ਚੋਂ ਬੈਰਾਗ ਨਾਲ ਜਾਂਦਾ ਸੀ। ਨੇਤਰ ਨਚੋੜ ਲਏ, ਦਿਲ ਕੰਬਦਾ ਕਲੇਜਾ ਆਉਂਦਾ ਤੁਹਾਨੂੰ, ਦੱਸਾਂ ਕਿਵੇਂ ਹਾਲ ਗੁਰੂਆ। ਸੁੱਚਾ ਨੰਦ ਤੇ ਵਜੀਦੇ ਬੇਈਮਾਨ ਨੇ, ਉਹੇ ਤੇਰੇ ਲਾਲ ਗੁਰੂਆ। ਸੁੱਚਾ ਨੰਦ ਤੇ ਵਜੀਦੇ ਬੇਈਮਾਨ ਨੇ, ਉਹੇ ਤੇਰੇ ਲਾਲ ਗੁਰੂਆ। ਸੁੱਚਾ ਨੰਦ ਤੇ ਕਹਿੰਦਾ ਮਹਾਰਾਜ, ਇੱਕ ਤਾਂ ਸੁੱਚਾ ਨੰਦ, ਇੱਕ ਵਜੀਦਾ, ਇਹਨਾਂ ਨੇ ਤੁਹਾਡੇ ਲਾਲਾ ਨੂੰ ਕੋਹ ਕੇ ਮਾਰਿਆ। ਕੋਹੇ ਤੇਰੇ ਲਾਲ ਗੁਰੂਆ। ਕੋਹ ਕੇ ਮਾਰਨਾ ਹੁੰਦਾ ਕਿਸੇ ਦਾ ਗਲ ਘਸਾ ਕੇ ਵੱਢਣਾ। ਫਿਰ ਸਾਰੀ ਗੱਲ ਦੱਸੀ। ਪਾਪੀ ਗੰਗੂ ਨੇ ਮੋਰਿੰਡੇ ਜਾ ਕੇ ਦੱਸਿਆ, ਪਾਪੀ ਗੰਗੂ ਨੇ ਮੋਰਿੰਡੇ ਜਾ ਕੇ ਦੱਸਿਆ। ਮੋਰਾਂ ਦੀ ਚੋਰਾ ਕੇ ਖੁਰਜੀ ਫੜ ਉਹਨਾਂ ਨੇ ਸਰਹੰਦ ਵਿੱਚ ਭੇਜ ਤੇ, ਬੱਚੇ ਤੁਹਾਡੇ ਸਤਿਗੁਰ ਜੀ। ਮਾਤਾ ਬਿਰਦ ਰਹੀ ਆ ਦੁੱਖ ਕੱਟਦੀ, ਪੁੱਤਰਿਆਂ ਦੇ ਨਾਲ ਗੁਰੂਆ। ਸੁੱਚਾ ਨੰਦ ਤੇ ਵਜੀਦੇ ਬੇਈਮਾਨ ਨੇ, ਉਹੇ ਤੇਰੇ ਲਾਲ ਗੁਰੂਆ। ਸੁੱਚਾ ਨੰਦ ਤੇ ਵਜੀਦੇ ਬੇਈਮਾਨ ਨੇ, ਉਹੇ ਤੇਰੇ ਲਾਲ ਗੁਰੂਆ। ਸੁੱਚਾ ਨੰਦ ਤੇ ਪਹਿਲਾਂ 3 ਦਿਨ ਰੱਖੇ ਭੁੱਖੇ ਭਾਣੇ ਹੀ, ਪਹਿਲਾਂ 3 ਦਿਨ ਰੱਖੇ ਭੁੱਖੇ ਭਾਣੇ ਹੀ। ਬੁਰਜ ਵਿੱਚ ਠੰਡੇ ਠਾਰ ਦੇ ਨਿਤ ਸੱਦ ਕੇ ਸਰਾ ਦੇ ਵਿੱਚ ਲਿਆਉਣ ਲਈ ਰਹੇ ਪਾਪੀ ਘੂਰ ਘਾਰ ਦੇ ਜੇਬ ਮੰਨ ਕੇ ਨਵਾਬ ਦੀ ਨਾ ਝਿੰਝ ਕੇ, ਤੇਰੇ ਨੌ ਨਿਹਾਲ ਗੁਰੂਆ। ਸੁੱਚਾ ਨੰਦ ਤੇ ਵਜੀਦੇ ਬੇਈਮਾਨ ਨੇ, ਉਹੇ ਤੇਰੇ ਲਾਲ ਗੁਰੂਆ। ਸੁੱਚਾ ਨੰਦ ਤੇ ਵਜੀਦੇ ਬੇਈਮਾਨ ਨੇ, ਉਹੇ ਤੇਰੇ ਲਾਲ ਗੁਰੂਆ। ਸੁੱਚਾ ਨੰਦ ਤੇ ਹਾਂ ਦਾ ਨਾਰਾ ਸੀ ਮਲੇਰੀਏ ਨੇ ਮਾਰਿਆ, ਹਾਂ ਦਾ ਨਾਰਾ ਸੀ ਮਲੇਰੀਏ ਨੇ ਮਾਰਿਆ। ਜ਼ੁਲਮ ਕਮਾਉਣ ਲੱਗਿਆ ਨੂੰ ਕੰਮ ਦੋਜਖਾਂ ਨੂੰ ਜਾਣ ਵਾਲੇ ਛੱਡ ਕੇ, ਖਾਨ ਜੀ ਸੰਭਾਲੋ ਅੱਗਿਆਂ ਨੂੰ ਉਹ ਤਾਂ ਮਾਰਦਾ ਸਰਹੰਦ ਵਿੱਚੋਂ ਤੁਰ ਗਿਆ। ਮੰਨੇ ਨਾ ਚੰਡਾਲ ਗੁਰੂਆ। ਸੁੱਚਾ ਨੰਦ ਤੇ ਵਜੀਦੇ ਬੇਈਮਾਨ ਨੇ, ਉਹੇ ਤੇਰੇ ਲਾਲ ਗੁਰੂਆ। ਸੁੱਚਾ ਨੰਦ ਤੇ ਵਜੀਦੇ ਬੇਈਮਾਨ ਨੇ, ਉਹੇ ਤੇਰੇ ਲਾਲ ਗੁਰੂਆ। ਸੁੱਚਾ ਨੰਦ ਤੇ ਦੱਸਿਆ। ਫਿਰ ਕਹਿੰਦਾ ਵਿੱਚ ਕੰਧ ਦੇ ਰਤਨ ਤੁਹਾਡੇ ਚਿਣਤੇ, 13 ਪੋਹ ਦੇ ਸੋਮਵਾਰ ਨੂੰ ਥਾਂ ਖਰੀਦ ਕੇ ਸਹਿਜ ਧਾਰੀ ਸਿੱਖ ਨੇ ਕਰ ਦਿੱਤਾ ਸੰਸਕਾਰ। ਨਾਲੇ ਮਾਤਾ ਵੀ ਪੁਰਾਣਾ ਚੋਲਾ ਛੱਡ ਗਈ,
ਲੱਗੇ ਸੁਣ ਲਾਲ ਗੁਰੂਆ ਸੁੱਚਾ ਨੰਦ ਤੇ ਵਜੀਦੇ ਬੇਈਮਾਨ ਨੇ ਕੋਹੇ ਤੇਰੇ ਲਾਲ। ਜਦੋਂ ਇੰਨੀ ਗੱਲ ਨੂਰੇ ਨੇ ਦੱਸੀ ਨਾ ਰੋਣ ਲੱਗ ਗਿਆ। ਮਹਾਰਾਜ ਕਹਿੰਦੇ ਨੂਰਿਆ ਰੋ ਨਾ, ਮਾਤਾ ਜੀ ਦਾ ਤੇ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਸੀ। ਜਿਹਨਾਂ ਮੁਗਲਾਂ ਨੇ ਐਡਾ ਜ਼ੁਲਮ ਕੀਤਾ ਹੈ, ਲੈ ਯਾਦ ਰੱਖੀ ਅੱਜ ਤੋਂ ਮੁਗਲਾਂ ਦੀ ਜੜ ਪੱਟੀ ਗਈ। ਤੀਰ ਨਾਲ ਕਾਹੀ ਦਾ ਬੂਟਾ ਪੱਟਿਆ, ਕਿਉਂਕਿ ਨੂਰਾ ਹਾਲ ਦੱਸੀ ਜਾਂਦਾ ਸੀ। ਮਹਾਰਾਜ ਬੈਠੇ ਨਾ ਤੀਰ ਨਾਲ ਕਾਹੀ ਦੀ ਜੜ ਫਰੋਲੀ ਜਾਂਦੇ ਆ, ਕਾਹੀ ਦੇ ਬੂਟੇ। ਮਹਾਰਾਜ ਨੇ ਵਗਾ ਕੇ ਮਾਰਿਆ ਬੂਟਾ ਪੱਟ ਕੇ, ਕਹਿੰਦੇ ਆ ਲੈ ਕਾਹੀ ਨਾ ਸਮਝੀ, ਇਹ ਮੈਂ ਮੁਗਲਾਂ ਦੀ ਜੜ ਪੱਟਦੀ। ਹੁਣ ਮੁਗਲ ਰਾਜ ਹੋ ਜੂ ਖਤਮ। ਨੂਰੇ ਆ ਯਾਦ ਰੱਖੀ, ਰਾਜ ਕਰੇਗਾ ਖਾਲਸਾ, 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 ਰਾਜ ਕਰੇਗਾ ਖਾਲਸਾ। ਬਾਕੀ ਰਹਿ ਨਾ ਕੋਏ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਬਾਕੀ ਰਹਿ ਨਾ ਕੋਏ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਬਾਕੀ ਰਹੇ ਨਾ ਕੋਏ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਇਹ ਜਿਹੜਾ ਪੜ੍ਹਦੇ ਆ ਨਾ ਇਹਦਾ ਭਾਵ ਇਹ ਆ ਵੀ ਖਾਲਸੇ ਦਾ ਰਾਜ ਆਊਗਾ। ਜਿਹੜਾ ਖਾਲਸੇ ਤੋਂ ਆਕੀ ਹੋਊ ਉਹ ਕੋਈ ਵੀ ਨਹੀਂ ਰਹਿਣਾ। ਖੁਆਰ ਹੋਏ ਸਭ ਮਿਲਣਗੇ। ਜਿਹੜੇ ਹੁਣ ਵਿਛੜੇ ਜੇ ਫਿਰਦੇ ਆ ਨਾ, ਮਹਾਰਾਜ ਕਹਿੰਦੇ ਸਭ ਮਿਲਣਗੇ। ਕਲਯੁਗ ਦੀ ਚੱਕੀ ਚੱਲੂ ਜੋਰਾਂ ਤੇ, ਬਾਕੀਆਂ ਦਾ ਤਾਂ ਹੋਊ ਮਲੀਆ ਮੇਟ। ਬਚੇ ਸ਼ਰਨ ਜੋ, ਜਿਹੜਾ ਖਾਲਸੇ ਦੀ ਸ਼ਰਨ ਆਜੂ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆਜੂ, ਉਹ ਬਚੂ। ਆਖੋ ਸਤਨਾਮ। ਮਹਾਰਾਜ ਕਹਿੰਦੇ ਕਾਹੀ ਦਾ ਬੂਟਾ ਪੱਟਿਆ, ਮੁਗਲਾਂ ਦੀ ਜੜ ਪੱਟੀ ਗਈ। ਜਦੋਂ ਇੰਨੀ ਗੱਲ ਕਹੀ ਨਾ, ਰਾਏ ਕੱਲਾ ਰਾਏ ਕੋਟ ਦਾ ਚੌਧਰੀ ਸੀ, ਇਹ ਤਾਂ ਜਦ ਹੀ ਚਰਨੀ ਡਿੱਗ ਪਿਆ। ਕਹਿੰਦਾ ਸਤਿਗੁਰ ਪਾਪ ਤਾਂ ਉਹਨੇ ਕੱਲੇ ਨੇ ਕੀਤਾ, ਤੁਸੀਂ ਬਚਨ ਕਰਤਾ ਵੀ ਸਾਰੇ ਮੁਗਲਾਂ ਦਾ ਰਾਜ ਤਪ ਤੇਜ ਖਤਮ, ਤੇ ਮੈਂ ਵੀ ਮੁਗਲੀ ਆ, ਮੈਂ ਵੀ ਮੁਸਲਮਾਨ ਆ। ਮੈਨੂੰ ਤਾਂ ਬਚਾਓ ਜਿਵੇਂ ਬਚਦਾ ਗੁਰੂ, ਪਾਪ ਦੀ ਅੱਗ 'ਚ ਮੈਂ ਕਿਉਂ ਮੱਚਦਾ ਗੁਰੂ। ਮੈਨੂੰ ਜਿਵੇਂ ਬਚ ਸਕਦਾ ਬਚਾਓ। ਜਦੋਂ ਖਿਮਾ ਮੰਗ ਲਈ, ਮੇਰੇ ਸਤਿਗੁਰ ਦਇਆ ਦੇ ਘਰ ਵਿੱਚ ਆਏ। ਸ੍ਰੀ ਸਾਹਿਬ ਪਾਈ ਹੋਈ ਸੀ, ਗਲੋਂ ਲਾ ਕੇ ਦਿੱਤੀ ਗੁਰਾਂ ਤਲਵਾਰ ਜੀ, ਆਲਾ ਰਾਜ ਦੇਤਾ ਤੈਨੂੰ ਦੂਜੀ ਵਾਰ ਜੀ। ਤਲਵਾਰ ਫੜਾ ਕੇ ਕਹਿੰਦੇ ਇਹਨੂੰ ਤਲਵਾਰ ਨਾ ਜਾਣੀਏ, ਮੈਂ ਤੈਨੂੰ ਰਾਜ ਭਾਗ ਦੇਣ ਲੱਗਿਆ। ਇਹਦੀ ਸੇਵਾ ਕਰਿਓ, ਪੂਜਾ ਕਰਿਓ। ਜਿੰਨਾ ਚਿਰ ਪੂਜਦੇ ਰਹੋਗੇ ਇਸ ਨੂੰ ਨੇੜੇ ਆਉਣ ਦਿਓ ਦੁੱਖ ਨਾ ਕਲੇਸ਼ ਨੂੰ। ਹੁਣ ਆਪਣੇ ਤੇ ਦੁੱਖ ਕਲੇਸ਼ ਕਿਉਂ ਆਉਂਦੇ ਆ? ਆਪਦੇ ਵੱਲ ਝਾਤੀ ਮਾਰ ਲਓ, ਕਿੰਨੇ ਕ ਅੰਮ੍ਰਿਤਧਾਰੀ ਬੈਠੇ ਹੋ। ਗੁਰਮੁਖੋ ਮਹਾਰਾਜ ਨੇ ਬਚਨ ਕੀਤੇ ਆ, ਇਹ ਸ਼ਸਤਰਾਂ ਦਾ ਸਤਿਕਾਰ ਕਰਨਾ, ਦਿਖਾਵਾ ਨਾ ਬਣਾਇਆ ਕਰੋ, ਐਵੇਂ ਨਾ ਲਕੋਇਆ ਕਰੋ। ਗੁਰਮੁਖ ਮਹਾਰਾਜ ਕਹਿੰਦੇ ਆ ਲੈ ਤਲਵਾਰ ਤੈਨੂੰ ਦਿੰਨੇ ਆ, ਰਾਜ ਭਾਗ ਦਿੱਤਾ ਹੈ, ਰਾਜ ਖਾਲਸੇ ਦਾ ਆਉਣਾ ਹੈ। ਇਹ ਰਾਖੀ ਕਰੂ ਜੜਾਂ ਤੇਰੀਆਂ ਦੀ ਵੀ, ਕਾਇਮ ਗੱਦੀ ਰਹੂਗੀ ਮਲੇਰੀਆਂ ਦੀ ਵੀ। ਆਖੋ ਸਤਨਾਮ। ਮੁਸਲਮਾਨ ਹੁੰਦੇ ਹੋਏ ਨੂੰ ਵੀ ਗੁਰਮੁਖੋ ਤਲਵਾਰ ਫਿਰ ਦਿੱਤੀ ਮਹਾਰਾਜ ਨੇ। ਇਸ ਤਰ੍ਹਾਂ ਦਾ ਬਚਨ ਕੀਤਾ ਹੈ। ਤੇ ਰਹੀ ਗੱਲ ਸਰਹੰਦ ਦੀ, ਕਹਿੰਦੇ ਸਰਹੰਦ ਉਜੜ ਜੂ, ਫਨਾ ਹੋ ਜੂ। ਇੱਕ ਮਹਾਪੁਰਸ਼ ਸਰਹੰਦ ਚ ਉਹਨਾਂ ਦਾ ਡੇਰਾ ਸੀ। ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਨੇ ਇਦਾਂ ਦਾ ਬਚਨ ਕੀਤਾ ਹੈ, ਉਹ ਤਾਂ ਬਹੁਤ ਛੇਤੀ ਨਾਲ ਚੱਲ ਕੇ ਗੁਰੂ ਜੀ ਦੇ ਕੋਲੇ ਆ ਗਏ। ਉਦੋਂ ਨੂੰ ਮਹਾਰਾਜ ਲੰਮੇ ਜੱਟਪੁਰੇ ਤੋਂ ਰਾਏਕੋਟ ਆ ਚੁੱਕੇ ਸੀ। ਚਰਨ ਦੋਵੇਂ ਥਾਵਾਂ ਤੇ ਪਾਏ ਨੇ। ਇੱਥੇ ਆ ਕੇ ਉਹ ਮਹੰਤ ਨੇ ਡੇਰੇ ਦੇ ਨੇ ਬੇਨਤੀ ਕੀਤੀ, ਮਹਾਰਾਜ ਮੈਂ ਵੀ ਸਰਹੰਦ ਚ ਰਹਿਣਾ, ਤੁਸੀਂ ਬਚਨ ਕਰਤਾ ਵੀ ਸਰਹੰਦ ਉਜੜੂਗੀ, ਮੇਰਾ ਕੀ ਕਸੂਰ ਹੈ? ਮੇਰਾ ਤਾਂ ਉੱਥੇ ਡੇਰਾ ਹੈ। ਉਹਦੇ ਕੋਲੇ ਸੰਖ ਸੀ। ਮਹਾਰਾਜ ਕਹਿੰਦੇ ਲਿਆ ਸੰਖ ਫੜਾ। ਸੰਖ ਫੜ ਲਿਆ, ਚੰਗੀ ਤਰ੍ਹਾਂ ਸੰਖ ਨੂੰ ਦੇਖਿਆ, ਮਿਹਰ ਦੀ ਨਜ਼ਰ ਐਸੀ ਪਾਈ, ਦੁਆਰੇ ਮਹਾਪੁਰਸ਼ਾਂ ਨੂੰ ਫੜਾਤਾ। ਕਹਿੰਦੇ ਆ ਲੈ ਜਾਓ,
डेरे जाके संख बजा दो दिन चढ़न तो पहला पहला। जिथों तक संख दी आवाज जाऊ उथों तक तत्ती वाह नहीं लगू। वख सतनाम। सो इस तरह दियां भी खेडां मेरे सतगुर ने वरताइयां। गुरमुखो भाई संतोख सिंह जी लिखदे है, राए कल्ले नूं जदों तलवार दित्ती नाल इह भी कहा सी, कहंदे तेरियां जड़ां दी राखी करूगी, पर यह भी याद रखियो जदों नहीं इस दा अदब रखोगे करनी दे फल फिर आपे चखो। जे कहंदे ना शास्त्रां दा तुसीं सत्कार भुल गए ना, करनी दा फल तुहानूं भोगना पैना है। ते जिन्ना चिर राए कल्ला रहा गुरमुखो, वो तो गुरु जी की निशानी समझ के धूप जोत करदा, पूजा करदा शरधा नाल। ते बाद विच राए कल्ले दी अंश वंश पुत्र पोतरे वो थोड़ी जी फिर घटा गए सेवा, जिवें अजकल चलदा। वड्डे बजुर्गां दी शरधा, नवे मुंडे कहणगे एवें मत्थे टेकी जाणे, की लोड़ है धूप लाउण दी, की लोड़ है जोतां लाउण दी। कहंदे एवें घिओ मचाया भी इन्ने क घिओ नाल तां तूं पहलवान बन जाएगा ज्यादा। गुरमुखो उन्होंने भी इदां ही कीता, चक के तलवार। राए कल्ले दा पोतरा कहना मैं तां शिकार खेडण चलिया, घोड़े ते चढ़ गया। जदों गाहां लग्या हिरन जां रोज दे मारन, वो हिरन तां भज गया ते तलवार आपदे ही पट च वज्जी, थाई मर गया। आखो सतनाम। सो इस तरह का बहुत वड्डा इतिहास है भाई, पर समा हुण इजाजत नहीं दिंदा। मैं आप संगतां तो खिमा मंगदा। बस बेनतियां यही है भी इतिहास है ना जिहड़ा साडे सामने शीशा है, बचन मनण वालियां नूं की मिलिया, जिहड़े निरादरी करदे रहे उन्हां दा की हाल होया। इस करके भाई सतगुर ते शरधा बनाओ, वध तों वध संगतां अमृत छको, गुरु वाले बनो, सिंह सजो, केस दाड़ियां माई भाई रखो, केसां दा सत्कार करिया करो। कई बारी की हुंदा ना जदों केस वाहुणे आ कंघा करीदा, जेड़े मुर्दा केस टुट के डिगदे आ वो असीं सिट दिंने आ। कई पानी च कहणगे जल प्रवाह कर दो, इदां नहीं करना चाहिए। जेड़ा पानी की पता कित्थे जांदा, कोई पींदा गुरमुखो अगे। केस ने जेड़े हेठां वाहुण वेले, केस वाहुण वेले हेठां कपड़ा विछाओ, इकट्ठे करके संभालो इन्हां नूं। ते बाद विच मर्यादा ये कहंदी आ भी इन्हां दा संस्कार करना चाहिए। संभलो कुछ अपना विरसा संभालो। पीर बुद्धू शाह दे 335 चेले, 2 पुत जंग च शहीद होए सी भंगाणी दे। ते दूजे दिन महाराज दे दर्शन करन चलिया गया। सतगुर केसां नूं कंघा करके दस्तार सजाई जांदे। ते प्यारिओ महाराज कहंदे पीर जी बहुत वड्डी कुर्बानी तुसीं कीती, कुछ मंगना है तां मंग लो, गुरु नानक दा खजाना खुला है। ते पीर जी ने पता की मंगया, कहंदा सतगुर जे खुश हो तां आ केसां दे समेत मैनू कंघा दे दो थोड़ा, विच कुछ केस। सतगुर कहंदे पीर जी 335 चेले शहीद करा ले, 2 पुत शहीद कराए, एक इन्हां दा भरा भी शहीद होया सी, ओहदा नाम सी भूरे शाह गुरु। किते जाओ ना गुरुद्वारा पौंटा साहब, जमुना दे दूजे पासे ओहदी उच्ची जगह बनी हुई है, वह भी शहीद होया सी। कहंदे नाले भरा नाले 2 पुत 335 चेले शहीद कराए, ते उन्हां दा मुੱਲ की मंगदे हो? केसां समेत कंघा, इहदा की करोगे? ते पीर जी ने साफ कहा सी, कहंदे महाराज जदों मैं इन्हां नूं वेख्या करूं मैनूं तुहाडे दर्शन हो जाया करनगे। सतगुर कहंदे चंगा फिर तुहाडी मर्जी, लो करो झोली। पीर जी ने इदां झोली कर ली गुरु। जदों केस ते कंघा महाराज ने पीर दी झोली च रखे, पीर बुद्धू शाह सतगुर दे केसां वल्ली झाकिया। कहंदे ऐसी खेड वापरी, 335 चेला, 2 पुत ते 1 भरा ओनू रब दी दरगाह च बैठे नजर आए। आपां तां सत्कार भुल गए गुरु। फिर महाराज ने जिहड़ी दस्तार सिर ते सजाउणी सी ओनू अद्धी पाड़ के पीर बुद्धू शाह नूं सरोपा दिता सी, अद्धा सरोपा फिर आ हेहरा पिंड वाले महंत कृपाल दास नूं दिता सी गुरु।
ਇਹਨੇ ਉਦੋਂ ਮੈਦਾਨੇ ਜੰਗ ਵਿੱਚ ਪਹਿਲੇ ਯੁੱਧ ਵੇਲੇ ਭੰਗਾਣੀ ਦੇ ਬਹੁਤ ਸੇਵਾ ਕੀਤੀ। 500 ਸਾਧੂ ਸੀ ਇਹਦੇ ਨਾਲ, ਤਕੜਾ ਮਹੰਤ ਸੀ ਇਹ। ਸਾਧੂਆਂ ਦੀ ਜਮਾਤ ਲੈ ਕੇ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ। ਕਹਿੰਦਾ ਜੀ ਅਸੀਂ ਭਜਨ ਕਰਨਾ। ਮਹਾਰਾਜ ਕਹਿੰਦੇ ਕਰੋ ਭਜਨ, ਲੰਗਰ ਦਾ ਪ੍ਰਬੰਧ ਅਸੀਂ ਕਰਾਂਗੇ। ਛਕਦੇ ਰਹੇ। ਜਿੱਦੇ ਭੰਗਾਣੀ ਦਾ ਯੁੱਧ ਸ਼ੁਰੂ ਹੋਣਾ ਸੀ ਵੀ ਤੜਕੇ ਨੂੰ ਚੱਲਾਂਗੇ, ਰਾਤ ਨੂੰ ਸਾਰੇ ਹੀ ਭੱਜ ਗਏ ਗੁਰੂ। ਜੋ ਸ਼ਕੀਨ ਸੀ ਛਕਣ ਛਕਾਉਣ ਦੇ ਤਾਂ ਭੱਜ ਗਏ ਗੁਰਮੁਖੋ। ਕਹਿੰਦੇ ਡਾਂਗਾ ਪੈਣਗੀਆਂ, ਹੁਣ ਇੱਥੇ ਕਿੱਥੇ ਰੁਕਣਾ ਆਪਾਂ। ਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਦੱਸਿਆ ਵੀ ਸਤਿਗੁਰ ਪੀਰ ਵਾਹਿਗੁਰੂ ਮਹੰਤ ਕਿਰਪਾਲ ਦਾਸ ਦਾ 500 ਚੇਲਾ ਹੁਣ ਤੱਕ ਤਾਂ ਖਾਂਦਾ ਰਿਹਾ, ਹੁਣ ਉਹ ਤਾਂ ਸਾਰੇ ਭੱਜ ਗਏ। ਮਹਾਰਾਜ ਕਹਿੰਦੇ ਕੋਈ ਬਚਿਆ? ਕਹਿੰਦੇ ਹਾਂਜੀ, ਕੱਲਾ ਕਿਰਪਾਲ ਦਾਸ ਹੀ ਹੈ। ਪਾਤਸ਼ਾਹ ਕਹਿੰਦੇ ਸ਼ੁਕਰ ਹੈ ਜੜ ਬਚ ਗਈ, ਟਾਹਣੀਆਂ ਤਾਂ ਹੋਰ ਫੁੱਟ ਆਉਣਗੀਆਂ। ਮਹੰਤ ਕਿਰਪਾਲ ਦਾਸ ਭੰਗ ਰਗੜਨ ਵਾਲੇ ਘੋਟਨੇ ਨਾਲ ਫਿਰ ਭੰਗਾਣੀ ਦੇ ਯੁੱਧ ਚ ਉਤਰਿਆ। ਹਯਾਤ ਖਾਨ ਦੇ ਸਿਰ ਚ ਇਹ ਜਿਹਾ ਘੋਟਣਾ ਮਾਰਿਆ, ਐ ਫੇਰ ਤਾਂ ਜਿਵੇਂ ਕ੍ਰਿਸ਼ਨ ਜੀ ਮੱਖਣੀ ਵਾਲਾ ਘੜਾ ਭੰਦੇ ਹੁੰਦੇ। ਇਹ ਗੁਰੂ ਗੋਬਿੰਦ ਸਿੰਘ ਨੇ ਲਿਖਿਆ। ਉੱਥੇ ਜਦੋਂ ਸਰੋਪਾ ਦੇਣ ਲੱਗੇ, ਦਸਤਾਰ ਪਾੜ ਕੇ ਅੱਧਾ ਸਰੋਪਾ ਦਿੱਤਾ ਪੀਰ ਬੁੱਧੂ ਸ਼ਾਹ ਨੂੰ, ਅੱਧਾ ਮਹੰਤ ਕਿਰਪਾਲ ਦਾਸ ਜੀ ਨੂੰ, ਤੇ ਨਾਲੇ ਬਚਨ ਕੀਤਾ ਸੀ ਮਹੰਤ ਜੀ ਕਿਤੇ ਮੰਗਣ ਜਾਣ ਦੀ ਲੋੜ ਨਹੀਂ, ਤੁਸੀਂ ਕੀਤੀ ਆ ਸਾਡੀ ਮਦਦ, ਤੁਹਾਡੇ ਭੰਡਾਰੇ ਭਰੇ ਰਹਿਣਗੇ। ਫਿਰ ਸੰਗਤ ਨੂੰ ਜਦੋਂ ਪਤਾ ਲੱਗਿਆ, ਫਿਰ ਸੰਗਤਾਂ ਨੇ ਜ਼ਮੀਨਾਂ ਦਿੱਤੀਆਂ ਗੁਰਮੁਖੋ ਦਾਨ ਵਜੋਂ, ਤੇ ਮਹੰਤ ਹੋ ਗਿਆ ਅਮੀਰ ਗੁਰਮੁਖੋ। ਅਮੀਰ ਹੋ ਗਿਆ ਤੇ ਮਾਇਆ ਐਸੀ ਚੀਜ਼ ਹੈ, ਇਹ ਵੱਡੇ ਵੱਡਿਆਂ ਦੀ ਮੱਤ ਮਾਰ ਦਿੰਦੀ ਹੈ। ਉਦੋਂ ਬਾਅਦ ਗੁਰਮੁਖੋ ਉੱਥੇ ਤਾਂ ਖਾਂਦਾ ਪੀਂਦਾ ਰਿਹਾ। ਹੁਣ ਵੀ ਜਦੋਂ ਜਾਓ ਨਾ ਪੌਂਟਾ ਸਾਹਿਬ, 7 ਪ੍ਰਕਾਰ ਦਾ ਲੰਗਰ ਮਹੰਤ ਕਿਰਪਾਲ ਦਾਸ ਦੇ ਅਸਥਾਨ ਤੇ ਕਿਰਪਾਲ ਸਿਲਾ ਗੁਰਦੁਆਰਾ ਹੈ, ਉੱਥੇ ਹਰ ਵੇਲੇ ਤੁਹਾਨੂੰ ਤਿਆਰ ਮਿਲੂ। ਉੱਥੇ ਤਾਂ ਬਖਸ਼ਿਸ਼ ਹੋਮੀ ਹੈ, ਪਰ ਉਦੋਂ ਬਾਅਦ ਸਮਾਂ ਪਾ ਕੇ ਜਦੋਂ ਗੁਰੂ ਜੀ ਇੱਧਰ ਆਏ, ਹੇਹਰਾ ਪਿੰਡ ਵੀ ਗਏ ਸੀ ਇਹਦੇ ਕੋਲ। ਇੱਥੇ ਫਿਰ ਜਦੋਂ ਹੁਣ ਅਮੀਰ ਹੋ ਗਿਆ, ਇੱਥੇ ਥੋੜਾ ਜਿਹਾ ਬਦਲ ਗਿਆ ਸੀ। ਆਪਦੇ ਸੇਵਕ ਨੂੰ ਕਹਿੰਦਾ ਹੁਣ ਗੁਰੂ ਗੋਬਿੰਦ ਸਿੰਘ ਨੂੰ ਮਿਲਣਾ ਠੀਕ ਨਹੀਂ ਹੈਗਾ, ਆ ਲੈ ਕੁਛ ਮਾਇਆ ਸਰੋਪਾ ਦੇ ਦੇ, ਸਿਆਣਾ ਬੰਦਾ ਆਪੀ ਚਲਿਆ ਜਾਊ। ਕਹਿੰਦਾ ਇੱਥੇ ਸਾਹਮਣੇ ਵੀ ਨਹੀਂ ਹੋਇਆ। ਸਾਧ ਸੰਗਤ ਜੀ, ਇਹੋ ਜਿਹਾ ਵੀ ਸਮਾਂ ਇਤਿਹਾਸ ਵਿੱਚ ਚੱਲਦਾ ਰਿਹਾ, ਪਰ ਜਿਹੜੀ ਮੈਂ ਬੇਨਤੀ ਕੀਤੀ ਹੈ ਕੇਸਾਂ ਦਾ ਸਤਿਕਾਰ, ਪੀਰ ਬੁੱਧੂ ਸ਼ਾਹ ਨੂੰ ਪੁੱਛੋ ਕੀ ਕੀਮਤ ਹੈ। ਜਿਨ੍ਹਾਂ ਨੂੰ ਅਸੀਂ ਕੱਟ ਕੱਟ ਕੇ ਸਿੱਟਦੇ ਆ ਨਾ, ਪੈਰਾਂ ਥੱਲੇ ਰੋਲਦੇ ਆ, ਇਹ ਧੁਰ ਦਰਗਾਹ ਤੋਂ ਪ੍ਰਮਾਤਮਾ ਵੱਲੋਂ ਮਿਲੇ ਹੋਏ ਨੇ। ਰੱਬ ਨਾ ਕਰੇ ਕਿਸੇ ਦੀ ਉਂਗਲ ਕੱਟੀ ਜਾਵੇ, ਆਪਾਂ ਕਹਿੰਦੇ ਵੱਜ ਪੈ ਗਿਆ, ਲੱਤ ਵੱਢੀ ਜਾਵੇ, ਪੂਰਾ ਨਹੀਂ ਰਿਹਾ। ਤੇ ਮਹਾਰਾਜ ਕਹਿੰਦੇ ਜਦੋਂ ਕੇਸ ਕਟਾਉਣਾ ਉਦੋਂ ਵੀ ਇਹੀ ਸਮਝ ਲਿਆ ਕਰ, ਵੱਜ ਪੈ ਗਈ, ਮੈਂ ਹੁਣ ਅਧੂਰਾ ਹੈ। ਸਾਬਤ ਸੂਰਤ ਰੱਬ ਦੀ ਨੂੰ ਇਹਨੂੰ ਕਾਇਮ ਰੱਖਣਾ ਹੈ। ਆਪਾਂ ਬੱਚਿਆਂ ਨੂੰ, ਬੀਬੀਆਂ ਨੂੰ ਬੇਨਤੀ ਹੈ, ਪਰਨ ਕਰਕੇ ਜਾਇਓ, ਬੱਚਿਆਂ ਦੇ ਕੇਸ ਜ਼ਰੂਰ ਰੱਖੋ ਭਾਈ। ਕਈ ਮਾਈਆਂ ਕਹਿਣਗੀਆਂ ਜੀ ਆਖੇ ਨਹੀਂ ਲੱਗਦੇ, ਆਖੇ ਤਾਂ ਇਹ ਭਾਈ ਸਕੂਲ ਜਾਣ ਵੇਲੇ ਵੀ ਨਹੀਂ ਲੱਗਦੇ। ਉਦੋਂ ਫਿਰ ਕਹਿਣਗੀਆਂ ਲੈ ਪੁੱਤ ਮੈਂ ਤੈਨੂੰ ਖੰਡ ਵਾਲਾ ਪਰੌਂਠਾ ਬਣਾ ਦਿੰਨੀ ਆ, ਤੈਨੂੰ ਮੈਂ ਬਾਜ਼ਾਰੋਂ ਡੱਡੂ ਲਿਆ ਦੂੰ, ਰਬੜ ਦਾ ਖੇਡ ਲਿਆ, ਘਰੇ ਲੁਧਿਆਣੋਂ ਬੱਸ ਲਿਆ ਦੂੰ ਤੈਨੂੰ। ਉਹ ਕਹੂ ਨਹੀਂ ਮੈਂ ਨਹੀਂ ਜਾਂਦਾ, ਕਹੂ ਚੱਲ ਮੈਂ ਤੈਨੂੰ ਟੌਫੀਆਂ ਲੈ ਦਿੰਨੀ ਆ, ਫੇਰ ਵੀ ਕਹਿੰਦਾ ਮੈਂ ਨਹੀਂ ਜਾਂਦਾ। ਫੇਰ ਕਹੂ ਚੱਲ ਗੋਦੀ ਚੱਕ ਕੇ ਛੱਡਿਓ ਨਹੀਂ ਐ, ਖੜਾ ਹੀ ਕਹਿ ਦੂ ਮੈਂ ਨਹੀਂ ਜਾਣਾ। ਇੱਕ ਮਾਰੇ ਫਿਰ ਕੰਨ ਤੇ ਚਪੇੜ, ਗੋਦੀ ਦੀ ਵੀ ਲੋੜ ਨਹੀਂ, ਰੋਂਦਾ ਹੀ ਜਾਂਦਾ। ਉਦੋਂ ਵੀ ਤਾਂ ਆਪਾਂ ਉਪਰਾਲਾ ਕਰਦੇ ਹੀ ਆ ਗੁਰਮੁਖੋ। ਤੇ ਗੁਰੂ ਘਰ ਦੇ ਵਾਸਤੇ, ਸਿੱਖੀ ਸੇਵਕੀ ਵਾਸਤੇ ਬਹਾਨੇ ਜੇ ਨਾ ਬਣਾਇਆ ਕਰੋ, ਇਹ ਆਪਣਾ ਵਿਰਸਾ ਹੈ। ਔਖੇ ਸੌਖੇ ਸੰਭਾਲੋ ਭਾਈ, ਕੇਸ ਦਾੜੀਆਂ ਰੱਖੋ, ਗੁਰਬਾਣੀ ਵੱਧ ਪੜਿਆ ਕਰੋ, ਕਿਰਤ ਕਰਿਆ ਕਰੋ ਸੱਚੀ। ਮੌਕੇ ਤੇ ਪਤਾ ਲੱਗੇ ਜਦੋਂ ਕਿਤੇ ਵੀ ਕਿਸੇ ਦਾ ਅਸੀਂ ਪਰਾਇਆ ਹੱਕ ਤਾਂ ਨਹੀਂ ਖਾ ਰਹੇ। ਇਹ ਆਪਣਾ ਜੀਵਨ ਵਿੱਚ ਲਾਗੂ ਕਰੋ ਚੰਗਿਆਈ, ਫਿਰ ਆਨੰਦ ਬਣਨਾ। ਇਹੀ ਸਤਿਗੁਰੂ ਜੀ ਦੀ ਸਿੱਖਿਆ ਹੈ। ਲਓ ਮੱਲੋ ਮੱਲੀ ਸਮਾਂ ਵੱਧ ਲੱਗ ਜਾਂਦਾ ਹੈ, ਮੈਂ ਆਪ ਸੰਗਤਾਂ ਤੋਂ ਖਿਮਾ ਮੰਗਦਾ। ਸਾਰੀ ਸੰਗਤ ਦਾ ਧੰਨਵਾਦ। 5 ਦਿਨ ਗੁਰੂ ਸਾਹਿਬ ਨੇ ਕਿਰਪਾ ਕੀਤੀ, ਦੀਵਾਨਾਂ ਦੇ ਵਿੱਚ ਆਪਣੇ ਤੋਂ ਸੇਵਾ ਲਈ ਹੈ। ਤੁਸੀਂ ਅਸੀਂ ਆਏ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਪ੍ਰਬੰਧਕ ਵੀਰਾਂ ਨੇ ਮਹਾਨ ਉਪਰਾਲਾ ਕੀਤਾ ਹੈ, ਇਹਨਾਂ ਦਾ ਵੀ ਧੰਨਵਾਦ, ਕਿਉਂਕਿ ਸਾਂਝੇ ਕੰਮ ਕਰਨੇ ਬਹੁਤ ਔਖੇ ਹੁੰਦੇ ਆ ਗੁਰੂ। ਸੋ ਮਹਾਰਾਜ ਦੀ ਕਿਰਪਾ, ਇਸੇ ਤਰ੍ਹਾਂ ਸੇਵਾਵਾਂ ਚੱਲਦੀਆਂ ਰਹਿਣ। ਕੱਲ ਨੂੰ ਨਗਰ ਕੀਰਤਨ ਵੀ ਹੋ ਰਿਹਾ ਹੈ, ਵੱਧ ਚੜ ਕੇ ਵੀ ਹਾਜ਼ਰੀ ਭਰਿਆ ਕਰੋ। ਨਗਰ ਕੀਰਤਨਾਂ ਦੀ ਜਿਹੜੀ ਮਰਿਆਦਾ ਸੀ ਇਹ ਤਾਂ ਚੱਲੀ ਸੀ
क्योंकि बहुत वो हुंदे आ जिहड़े गुरु घर आ नहीं सकते। गुरु कईयां वीरां तो नहीं गुरु घर आईंदा, घर दे विहारां च इहो ख्याल करके बाबे नूं लिजाईंदा उन्हां देआं बारां च। बाणी नाल सीने सीत होण ठर के झूली झंडे जांदे ऐ, गुरु महाराज दा दीदार करके पाप खंडे जांदे ऐ। इस करके वध चढ़ के सतगुर दा दर्शन करो, जदों समा मिले हाजरी जरूर भरिया करो। इसे विच ही साडा भला जीवन सफल हो जाना है। आओ हुण आनंद साहिब दा पाठ रल मिल के आपां करिए। सारी संगत दिओ जी असीस। वाहिगुरु जी। राम कली महला तीजा आनंद। एक ओंकार सतगुर प्रसाद। आनंद पाया मेरी माए, सतगुरु मैं पाया। सतगुर तां पाया सहज सेती, मन वधिया वादाइया। राग रतन परवार परिना, शब्द गावन आइया। शब्दो तां गावो हरि केरा, मन जुनी वसाया। कह नानक आनंद होआ, सतगुरु मैं पाया। ए मन मेरेया तू सदा रहो हर नाले। हर नाल रहो तू मन मेरे, दुख सब विसारना। अंगीकारो करे तेरा कारज सब सवारना। सबना गल्लां समरथ स्वामी, सो क्यों मन विसारे। कह नानक मन मेरे सदा रहो हर नाले। साचे साहेबा क्या नहीं करते रह। करता तेरा सब कुछ है, जिस देह तो पावे। सदा सिफत सलाह तेरी, नाम मन बसावे। नाम जिनका मन वस्या, वाते शब्द कनेरे। कह नानक सच्चे साहिब क्या नहीं करते रह। साचा नाम मेरा आधारो, साच नाम आधार मेरा, जिन भुखा सब गवाइया। कर शांत सुख मन आए वसया, जिन इच्छा सब पुजाइया। गुरबाण पिता गुर बिटो, जिस दिया बड़ियाइया। कह नानक सुन हो संत हो, शब्द कर हो प्यारो। साचा नाम मेरा आधारो, वाजे पंच शब्द जित कर सुभागा। कर सुभागा शब्द वाजे, कला जित कर तारिया। पंच दूत तुद बस कीते, काल कंठ कुमारिया। तुर कर्म पाया तुद जिन कौ से, नाम हर कै लागे। कह नानक तै सुख हुआ, तित कर आनंद वागे। आनंद सुनो बड़ भागी हो, सगल मनोरथ पूरे। आर ब्रह्म प्रभ पाया, तेरे सगल विसोरे। दुख रोग संताप उतरे, सुनी सच्ची बाणी। नाम साजन भई तरसे, पूरे गुर ते जाने। सुनते पुनीत कहते पवित, सतगुर रहया भरपूरे। गुर चारण लागे बाजे, अनाथ सूरत लोक। पवन गुरु पानी पिता, माता धरत महत। दिवस रात दुधारी दाया, खिला सगल जागत। चंगियाइयां बुरियाइयां, बाजा धर्म हजूर। धर्मी आपो अपनी, के नेड़े के दूरा। जिन्नी नाम ते आया, गए मसखत काल। नानक दे मुख उजाले, केती छुटी नाल। वाहिगुरु 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 वाहिगुरु। सारे जपो जी। वाहिगुरु 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 वाहिगुरु
ਵਾਹਿਗੁਰੂ 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 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।